ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ 'ਤੇ। ਲਾਸਟ ਐਤਵਾਰ ਅਸੀਂ ਜਿਹੜਾ ਟੈਸਟ ਪਾਇਆ ਸੀਗਾ 100 ਨੰਬਰ ਦਾ, ਉਹਦੀ ਸੋਲਿਊਸ਼ਨ ਵੀਡੀਓ ਡਿਸਕਸ ਕਰ ਰਹੇ ਹਾਂ। ਫਸਟ ਕੁਐਸਚਨ ਸਾਡੇ ਕੋਲ ਹੈਗਾ, ਕਹਿੰਦੇ ਫॉर ਐਨੀ ਕੰਪਲੈਕਸ ਨੰਬਰ Z ਇਨ ਜਰਨਲ ਆਰਗੂਮੈਂਟ ਆਫ Z ਪਲੱਸ ਆਰਗੂਮੈਂਟ ਆਫ Z ਬਾਰ ਇਜ਼ ਇਕੁਅਲ ਟੂ। ਤਾਂ ਸਾਨੂੰ ਪਤਾ ਹੈ ਰਾਜੇ ਆਰਗੂਮੈਂਟ ਆਫ Z ਜਿਹੜਾ ਸਾਡੇ ਕੋਲ ਬਰਾਬਰ ਹੁੰਦਾ ਥੀਟਾ ਦੇ, ਆਰਗੂਮੈਂਟ ਆਫ Z ਬਾਰ ਜਿਹੜਾ ਸਾਡੇ ਕੋਲ ਉਹ ਬਰਾਬਰ ਹੈ ਮਾਈਨਸ ਥੀਟਾ ਦੇ। ਸਾਨੂੰ ਜਿਹੜਾ ਹੈ ਕਿਹਾ ਗਿਆ ਕਿ ਤੁਸੀਂ ਜਿਹੜੀ ਆਰਗੂਮੈਂਟ ਆਫ Z ਪਲੱਸ ਆਰਗੂਮੈਂਟ ਆਫ Z ਬਾਰ ਦੀ ਵੈਲਿਊ ਕੱਢਣੀ ਹੈ, ਜੋ ਬਰਾਬਰ ਹੈ ਥੀਟਾ ਮਾਈਨਸ ਥੀਟਾ ਦੇ, ਅਤੇ ਸਾਡੇ ਕੋਲ ਆਨਸਰ ਕਿੰਨਾ ਆ ਗਿਆ 0। ਹੁਣ ਅਗਰ ਅਸੀਂ ਦੇਖੀਏ A B C ਅਤੇ D ਦੇ ਵਿੱਚੋਂ ਤਾਂ ਕੋਈ ਵੀ ਆਪਸ਼ਨ ਜਿਹੜੀ ਮੈਚ ਨਹੀਂ ਹੋ ਰਹੀ, ਇਸ ਕਰਕੇ ਆਨਸਰ ਅਸੀਂ ਕੀ ਟਿਕ ਕਰਤਾ 0, ਅਤੇ ਕੁਐਸਚਨ ਸਾਡਾ ਗਲਤ ਹੋ ਗਿਆ ਜੀ। ਕੁਐਸਚਨ ਗਲਤ ਹੋਣ ਦਾ ਕਾਰਨ ਕੀ ਹੈ, ਉਹਨਾਂ ਨੇ ਸਾਨੂੰ ਜਰਨਲ ਵੈਲਿਊ ਪੁੱਛੀ ਹੈ, ਨਾ ਕਿ ਪ੍ਰਿੰਸੀਪਲ ਵੈਲਿਊ। ਇਹ 0 ਜੋ ਹੈ ਇਹ ਹੈ ਪ੍ਰਿੰਸੀਪਲ ਵੈਲਿਊ, ਅਤੇ ਅਸੀਂ ਫਾਈਂਡ ਆਊਟ ਕਰਨੀ ਹੈ ਜਰਨਲ। ਅਤੇ ਸਾਨੂੰ ਜਰਨਲ ਵੈਲਿਊ ਕੱਢਣ ਦਾ ਫਾਰਮੂਲਾ ਪਤਾ ਹੈ, ਪ੍ਰਿੰਸੀਪਲ ਵੈਲਿਊ ਪਲੱਸ ਮਾਈਨਸ 2n ਪਾਈ ਦੇ ਇਕੁਅਲ ਹੁੰਦੀ ਹੈ। ਪ੍ਰਿੰਸੀਪਲ ਵੈਲਿਊ ਸਾਡੇ ਕੋਲ ਕਿੰਨੀ ਹੈ 0, ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ 2n ਪਾਈ ਅਤੇ ਮਾਈਨਸ 2n ਪਾਈ। ਅਤੇ ਆਪਸ਼ਨਸ 'ਚ ਅਗਰ ਦੇਖੀਏ ਤਾਂ ਸਾਡੇ ਕੋਲ C ਆਪਸ਼ਨ ਜਿਹੜੀ ਮੈਚ ਹੋ ਰਹੀ ਹੈ। ਨੈਕਸਟ ਸਾਡੇ ਕੋਲ ਕੁਐਸਚਨ ਆ ਰਾਜੇ ਸੈਕਿੰਡ ਕੁਐਸਚਨ ਸਾਨੂੰ ਦੇ ਰੱਖਿਆ, ਕਹਿੰਦੇ ਵੀ ਫਾਈਂਡ ਦਾ ਵੈਲਿਊ ਆਫ ਆਇਟਾ ਦੀ ਪਾਵਰ ਆਇਟਾ। ਅਗਰ ਤੁਸੀਂ ਮੇਰੇ ਨਾਲ ਸਟਾਰਟਿੰਗ ਤੋਂ ਜੁੜੇ ਹੋ ਤਾਂ ਤੁਹਾਨੂੰ ਪਤਾ ਹੋਣਾ ਕਿ ਅਸੀਂ ਫਸਟ ਕੰਸੈਪਟ ਪੜ੍ਹਿਆ ਸੀ ਇਮੈਜਨਰੀ ਨੰਬਰ ਦਾ। ਇਮੈਜਨਰੀ ਨੰਬਰ ਦੇ ਕੰਸੈਪਟ ਵਿੱਚ ਅਸੀਂ ਸਭ ਤੋਂ ਪਹਿਲਾਂ ਪੜ੍ਹਿਆ ਸੀ ਆਇਟਾ ਦੀ ਪਾਵਰ, ਕਿ ਆਇਟਾ ਦੀ ਪਾਵਰ ਕੀ ਹੋ ਸਕਦੀ ਹੈ। ਆਇਟਾ ਦੀ ਪਾਵਰ ਹੋ ਸਕਦੀ ਹੈ ਨੈਚੁਰਲ ਨੰਬਰ, ਆਇਟਾ ਦੀ ਪਾਵਰ ਅਸੀਂ ਪੜ੍ਹੀ ਸੀ ਇੰਟੀਜਰ, ਆਇਟਾ ਦੀ ਪਾਵਰ ਅਸੀਂ ਰੈਸ਼ਨਲ ਨੰਬਰ ਵੀ ਪੜ੍ਹ ਚੁੱਕੇ ਹਾਂ, ਜਿਸ ਨੂੰ ਡੀ ਮੋਇਵਰਸ ਥਿਊਰਮ ਦੀ ਮਦਦ ਦੇ ਨਾਲ ਅਸੀਂ ਸੋਲਵ ਕੀਤਾ ਸੀਗਾ। ਹੁਣ ਅਸੀਂ ਪੜ੍ਹ ਰਹੇ ਹਾਂ ਆਇਟਾ ਦੀ ਪਾਵਰ ਕੰਪਲੈਕਸ ਨੰਬਰ। ਜਦੋਂ ਅਸੀਂ ਆਇਟਾ ਦੀ ਪਾਵਰ ਕੰਪਲੈਕਸ ਨੰਬਰ ਵਾਲਾ ਕੰਸੈਪਟ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਰਾਜੇ ਜਿਹੜਾ ਫਸਟ ਸਟੈਪ ਅਸੀਂ ਕਰਨਾ ਹੁੰਦਾ ਇਹੋ ਜਿਹੇ ਕੁਐਸਚਨਾਂ ਵਾਸਤੇ, ਉਹ ਹੁੰਦਾ ਕਿ ਇਹੋ ਜਿਹੇ ਕੁਐਸਚਨਾਂ ਦੇ ਵਿੱਚ ਜਿਹੜੀ ਆਪਣੇ ਕੋਲ ਗਿਵਨ ਟਰਮ ਹੁੰਦੀ ਹੈ ਉਹਨੂੰ ਬਰਾਬਰ ਲੈ ਲੈਣਾ ਹੁੰਦਾ y ਦੇ। ਤਾਂ ਉਸ ਤੋਂ ਬਾਅਦ ਅਪਲਾਈ ਕਰ ਦੇਣਾ ਇਸ ਦੋਨਾਂ ਉੱਪਰ log ਨੂੰ। ਤਾਂ ਅਗਰ ਅਸੀਂ log ਨਾਲ ਮਲਟੀਪਲਾਈ ਕਰ ਦਾਂਗੇ ਦੋਨਾਂ ਸਾਈਡ 'ਤੇ, ਤਾਂ ਸਾਡੇ ਕੋਲ ਕੀ ਬਣ ਜਾਏਗਾ log ਆਇਟਾ ਦੀ ਪਾਵਰ ਆਇਟਾ ਇਜ਼ ਇਕੁਅਲ ਟੂ log y। ਤਾਂ ਇਹ ਆਜੂ ਆਇਟਾ log ਆਇਟਾ ਇਜ਼ ਇਕੁਅਲ ਟੂ log y ਦੇ ਇਕੁਅਲ। ਹੁਣ log ਆਇਟਾ ਕੱਢਣ ਦਾ ਜਿਹੜੀ ਫਾਰਮੂਲਾ ਹੈ ਉਹ ਮੈਂ ਡਿਸਕਸ ਕੀਤਾ ਸੀ ਸਾਨੂੰ ਟਰਾਂਸਡੈਂਟਲ ਫੰਕਸ਼ਨਸ ਦੇ ਵਿੱਚ, ਉਹ ਬਰਾਬਰ ਹੁੰਦਾ log z ਦਾ ਮੋਡੂਲਸ ਪਲੱਸ ਆਇਟਾ, ਇਸ ਤੋਂ ਬਾਅਦ ਕੀਤਾ ਸੀ ਆਰਗੂਮੈਂਟ ਆਫ Z ਜੋ ਕਿ ਸਾਡੇ ਕੋਲ ਆਇਟਾ। ਹੁਣ ਅਗਰ ਗੱਲ ਕਰੀਏ ਮੋਡੂਲਸ ਆਫ ਆਇਟਾ ਤਾਂ ਉਹ ਬਰਾਬਰ ਹੁੰਦਾ ਹੈ 1 ਦੇ। ਤੁਸੀਂ ਇਹ ਸਾਰਾ ਕੁਝ ਜਿਹੜਾ ਆਪ ਕਰਕੇ ਦੇਖਣਾ, ਕਿਉਂਕਿ ਰਾਜੇ ਆਲਰੇਡੀ ਅਸੀਂ ਵੀਡੀਓ ਇਹਨਾਂ ਉੱਤੇ ਡਿਟੇਲ ਦੇ ਵਿੱਚ ਬਣਾ ਚੁੱਕੇ ਹਾਂ। ਤਾਂ ਕੁਐਸਚਨਸ ਦੇ ਵਿੱਚ ਜਿਹੜੀ ਅਗਰ ਇਸ ਤਰ੍ਹਾਂ ਦੀ ਚੀਜ਼ਾਂ ਮੈਂ ਐਕਸਪਲੇਨ ਕਰਨ ਲੱਗ ਗਿਆ ਤਾਂ ਆਲਰੇਡੀ ਇਹ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ, ਅਤੇ ਜਿਹੜਾ ਮੈਂ ਸਾਰੇ ਕੁਐਸਚਨ ਜਿਹੜੇ ਆ ਫਿਰ ਉਹ ਮੈਂ ਕੰਪਲੀਟ ਵੀ ਜਿਹੜਾ ਨਹੀਂ ਕਰਵਾ ਪਾਊਂਗਾ, ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ। ਅਤੇ ਆਲਰੇਡੀ ਮੈਨੂੰ ਕੁਝ ਸਾਥੀ ਕਹਿੰਦੇ ਨੇ ਕਿ ਸਰ ਵੀਡੀਓ ਥੋੜ੍ਹੀਆਂ ਜਿਹੀਆਂ ਲੰਬੀਆਂ ਹੋ ਜਾਂਦੀਆਂ ਨੇ, ਅਤੇ ਉਹਨਾਂ ਨੂੰ ਜਿਹੜਾ ਲੰਬੀ ਵੀਡੀਓ ਦੇਖਣਾ ਪਸੰਦ ਵੀ ਨਹੀਂ ਹੈ ਸ਼ਾਇਦ ਕਈ ਬੱਚਿਆਂ ਨੂੰ। ਤਾਂ ਕਾਰਨ ਕੀ ਹੈ ਰਾਜੇ ਕਿ ਅਸੀਂ ਜਿਹੜਾ ਹੈ ਉਹ ਇੰਪੋਰਟੈਂਸ ਨਹੀਂ ਦਿੰਦੇ ਸਮਝਣ ਨੂੰ, ਅਸੀਂ ਇੰਪੋਰਟੈਂਸ ਦਿੰਦੇ ਹਾਂ ਸਿਰਫ MCQs ਨੂੰ। MCQs ਨੋ ਡਾਊਟ ਬਹੁਤ ਇੰਪੋਰਟੈਂਟ ਨੇ, ਸਿਰਫ ਥਿਊਰੀ ਨਾ ਪੜ੍ਹ ਕੇ ਪੇਪਰ ਕਲੀਅਰ ਨਹੀਂ ਹੋਣਾ, ਇਹ ਵਹਿਮ ਹੈ। ਲੇਕਿਨ ਤੁਸੀਂ ਪਹਿਲਾਂ ਅਗਰ ਤੁਹਾਡੇ ਕੋਲ ਸਮਾਂ ਹੈ, ਜਿਸ ਤਰ੍ਹਾਂ ਹੁਣ ਹੈ ਹਜੇ PSTET ਦਾ ਐਗਜ਼ਾਮ ਹੋਣਾ ਗਾ, PSTET ਦਾ ਐਗਜ਼ਾਮ ਹੋ ਕੇ ਰਿਜ਼ਲਟ ਆਉਣਾ ਗਾ, ਤਾਂ ਪੂਰੇ ਚਾਂਸ ਨੇ ਕਿ ਮਾਸਟਰ ਕਾਡਰ ਦਾ ਐਗਜ਼ਾਮ ਵੀ ਜਿਹੜਾ ਹੈ ਉਹ ਜਲਦੀ ਹੀ ਹੋਵੇਗਾ। ਤਾਂ ਇਹ ਦਿੱਕਤ ਇਹ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਹੁਣ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਹੜੇ ਸਾਥੀਆਂ ਨੇ ਹੁਣ ਪੜ੍ਹਨਾ ਸ਼ੁਰੂ ਕਰ ਦਿੱਤਾ, ਉਹ ਡਿਟੇਲ ਦੇ ਵਿੱਚ ਪੜ੍ਹ ਪਾਉਣਗੇ, ਡਿਟੇਲ ਦੇ ਵਿੱਚ ਜਾਣ ਪਾਉਣਗੇ, ਅਤੇ ਫਿਰ ਜਦੋਂ ਉਹ ਪ੍ਰੈਕਟਿਸ ਕਰਨਗੇ ਤਾਂ ਪ੍ਰੈਕਟਿਸ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜਾ ਹੈ ਪਤਾ ਲੱਗੇਗਾ ਕਿ ਵੀ ਥਿਊਰੀ ਦਾ ਕਿੰਨਾ ਰੋਲ ਹੈ। ਪਰ ਜੇ ਤੁਸੀਂ ਸਿਰਫ MCQs ਲਾ ਕੇ ਚਲੇ ਜਾਓਗੇ ਤਾਂ ਰਾਜੇ ਬਹੁਤ ਮੁਸ਼ਕਿਲ ਹੈ ਪੇਪਰ ਕਲੀਅਰ ਕਰਨਾ, ਕਿਉਂਕਿ ਇੱਦਾਂ ਤਾਂ ਫਿਰ ਕੋਈ ਵੀ ਕਲੀਅਰ ਕਰ ਲੇ MCQs ਇਕੱਲੇ ਕਰਕੇ। ਤਾਂ ਕੋਸ਼ਿਸ਼ ਕਰਿਆ ਕਰੋ ਕੰਸੈਪਟ ਨੂੰ ਵੀ ਸਮਝੋ, ਥਿਊਰੀ ਨੂੰ ਚੰਗੀ ਤਰ੍ਹਾਂ ਕਰੋ, ਉਸ ਤੋਂ ਬਾਅਦ ਜਿਹੜੇ MCQs ਕਰੋ, ਤੁਹਾਡਾ ਆਪ ਦਾ ਕੌਨਫੀਡੈਂਸ ਵੀ ਵਧੂਗਾ। ਵਾਪਸ ਆਉਣੇ ਕੁਐਸਚਨ 'ਤੇ, ਤਾਂ ਸੈਕਿੰਡ ਕੁਐਸਚਨ ਦੇ ਵਿੱਚ ਸਾਡੇ ਕੋਲ ਹੈ log ਆਇਟਾ ਦੀ ਵੈਲਿਊ ਸਾਡੇ ਕੋਲ ਆ ਗਈ log 1 ਪਲੱਸ ਆਇਟਾ। ਹੁਣ ਆਰਗੂਮੈਂਟ ਆਫ ਆਇਟਾ ਮੈਂ ਕਿੰਨੇ ਵਾਰ ਦੱਸਤਾ, y ਐਕਸਿਸ 'ਤੇ ਇਮੈਜਨਰੀ ਐਕਸਿਸ 'ਤੇ ਲਾਈ ਕਰਦਾ, ਤਾਂ ਉਹ ਸਾਡੇ ਕੋਲ ਹੋਵੇਗਾ π/2। log ਆਇਟਾ ਦੀ ਜਿਹੜੀ ਵੈਲਿਊ ਹੈ ਰਾਜੇ ਬਹੁਤ ਜਗ੍ਹਾ 'ਤੇ ਯੂਜ਼ ਹੋਣ ਵਾਲੀ ਹੈ, ਤਾਂ ਤੁਸੀਂ ਇਸ ਨੂੰ ਜਿਹੜਾ ਯਾਦ ਰੱਖਣਾ ਹੈ। log ਆਇਟਾ ਸਾਡੇ ਕੋਲ ਆ ਗਿਆ 0 ਪਲੱਸ ਆਇਟਾ π/2, ਤਾਂ ਆਨਸਰ ਆ ਗਿਆ ਆਇਟਾ π/2। log ਆਇਟਾ ਦੀ ਜਿਹੜੀ ਵੈਲਿਊ ਹੈ ਅਸੀਂ ਫਾਈਂਡ ਆਊਟ ਕਰ ਲਈ ਹੈ। ਹੁਣ ਅਸੀਂ ਇਹ ਵੈਲਿਊ ਸਬਸਟੀਟਿਊਟ ਕਰ ਦਾਂਗੇ ਫਸਟ ਇਕੁਏਸ਼ਨ ਦੇ ਵਿੱਚ, ਤਾਂ ਸਾਡੇ ਕੋਲ ਆਜੂ ਆਇਟਾ ਇੰਟੂ ਆਇਟਾ π/2 ਇਜ਼ ਇਕੁਅਲ ਟੂ log y।
ਜਦੋਂ ਅਸੀਂ ਆਇਟਾ ਨਾਲ ਆਇਟਾ ਮਲਟੀਪਲਾਈ ਕੀਤਾ ਤਾਂ ਆਇਟਾ ਸਕੇਅਰ ਆ ਗਿਆ ਤੇ ਆਇਟਾ ਸਕੇਅਰ ਆਪਣੇ ਕੋਲ ਕਿੰਦਾ -1। ਹੁਣ log y ਬਰਾਬਰ ਹੈ -π/2 ਤੇ ਅਗਰ ਅਸੀਂ ਐਕਸਪੋਨੈਂਸ਼ੀਅਲ ਲਈਏ ਦੋਨਾਂ ਸਾਈਡ ਤੇ e ਲਈਏ ਤਾਂ ਆਪਣੇ ਕੋਲ ਆਜੂ e ਦੀ ਪਾਵਰ -π/2, ਇੱਧਰ ਆਜੂ y, ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ ਜੇ y = e ਦੀ ਪਾਵਰ -π/2। y ਦੀ ਵੈਲਿਊ ਸਾਡੇ ਕੋਲ ਬਰਾਬਰ ਹੈ ਆਇਟਾ ਦੀ ਪਾਵਰ ਆਇਟਾ ਦੇ, ਜੋ ਅਸੀਂ ਅਜ਼ਿਊਮ ਕੀਤਾ ਸੀ, ਇੱਥੇ ਸਪੋਜ਼ ਕੀਤਾ ਸੀ। ਤਾਂ ਹੁਣ ਆਇਟਾ ਦੀ ਪਾਵਰ ਆਇਟਾ ਕਿਹਦੇ ਬਰਾਬਰ ਆ ਗਿਆ e ਦੀ ਪਾਵਰ -π/2 ਦੇ, ਜੋ ਕਿ ਸਾਡਾ ਆਨਸਰ ਹੈ। ਤਾਂ ਬੀ ਆਪਸ਼ਨ ਜਿਹੜੀ ਹੈ ਸੈਕਿੰਡ ਕੁਐਸਚਨ ਦੀ ਉਹ ਕਰੈਕਟ ਮੰਨੀ ਜਾਊਗੀ। ਨੈਕਸਟ ਸਾਡੇ ਕੋਲ ਥਰਡ ਕੁਐਸਚਨ ਦੇ ਵਿੱਚ ਸਾਨੂੰ ਕਿਹਾ ਗਿਆ, ਕਹਿੰਦੇ Z ਜਿਹੜਾ ਉਹ ਯੂਨਿਟ ਸਰਕਲ 'ਤੇ ਲਾਈ ਕਰ ਰਿਹਾ ਅਤੇ ਉਹਦਾ ਸੈਂਟਰ ਜਿਹੜਾ ਉਹ ਓਰੀਜਨ ਹੈ। ਅਸੀਂ ਫਾਈਂਡ ਆਊਟ ਕਰਨਾ 1+z/1+z ਦਾ ਮੋਡੂਲਸ। ਸਭ ਤੋਂ ਪਹਿਲਾਂ ਦੇਖ ਲੈਂਦੇ ਸਾਨੂੰ ਕੀ ਗਿਵਨ ਹੈ। ਸਾਨੂੰ ਗਿਵਨ ਹੈ ਵੀ Z ਜਿਹੜਾ ਯੂਨਿਟ ਸਰਕਲ 'ਤੇ ਲਾਈ ਕਰਦਾ ਹੈ। ਜਦੋਂ ਅਸੀਂ ਪੜ੍ਹਿਆ ਸੀਗਾ ਸਟੈਂਡਰਡ ਇਕੁਏਸ਼ਨ ਆਫ ਸਰਕਲ ਇਨ ਕੰਪਲੈਕਸ ਨੰਬਰ, ਤਾਂ ਮੈਂ ਕਿਹਾ ਸੀ ਕਿ Z ਮੋਡ ਬਰਾਬਰ ਹੈ R ਦੇ। ਇਸ ਕੇਸ 'ਚ ਸਾਨੂੰ ਯੂਨਿਟ ਸਰਕਲ ਹੈ, ਇਸ ਕਰਕੇ Z ਮੋਡ ਬਰਾਬਰ ਆਵੇਗਾ 1 ਦੇ। ਯੂਨਿਟ ਮਤਲਬ ਰੇਡੀਅਸ 1 ਹੈ ਅਤੇ ਸੈਂਟਰ 0 ਹੈ, ਇਸ ਕਰਕੇ ਅਸੀਂ ਸਟੈਂਡਰਡ ਫਾਰਮ ਲਿੱਤੀ ਸੀਗੀ Z ਮੋਡੂਲਸ = R ਵਾਲੀ। ਅਤੇ ਅਗਰ ਇੱਥੇ ਸੈਂਟਰ ਦੇ ਰੱਖਿਆ ਹੁੰਦਾ ਤਾਂ ਅਸੀਂ ਇਹ ਵਾਲੀ ਇਕੁਏਸ਼ਨ ਯੂਜ਼ ਕਰਦੇ Z - Z0 ਮੋਡੂਲਸ = R ਦੇ, ਕਿਉਂਕਿ ਇੱਥੇ Z0 ਜਿਹੜਾ ਆਪਣੇ ਕੋਲ ਓਰੀਜਨ ਹੈ ਅਤੇ ਓਰੀਜਨ ਤਾਂ 0 ਹੈ, ਇਸ ਕਰਕੇ Z mod = R ਮੈਂ ਹਾਂ ਇਕੁਏਸ਼ਨ ਚੂਜ਼ ਕੀਤੀ ਹੈ। ਫਸਟ ਇਕੁਏਸ਼ਨ ਆ ਜੀ। ਸੈਕਿੰਡ ਸਾਨੂੰ ਕਿਆ ਰੱਖਿਆ ਵੀ ਜਿਹੜਾ ਆਪਾਂ ਫਾਈਂਡ ਆਊਟ ਕਰਨਾ 1+z/1+z ਬਾਰ, ਉਹ ਕਾਹਦੇ ਬਰਾਬਰ ਹੋਵੇਗਾ, ਉਹਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਹੁਣ ਤੁਹਾਨੂੰ ਜੇ ਅਗਰ ਪ੍ਰੋਪਰਟੀ ਦਾ ਪਤਾ ਹੈ, ਇੱਥੇ ਪ੍ਰੋਪਰਟੀ ਕੀ ਆ, ਕਹਿੰਦੇ Z × Z ਬਾਰ ਬਰਾਬਰ ਹੈ ਸਾਡੇ ਕੋਲ Z ਮੋਡੂਲਸ ਦੇ ਸਕੇਅਰ ਦੇ। ਇਹ ਅਸੀਂ ਪ੍ਰੋਪਰਟੀ ਪੜ੍ਹੀ ਸੀਗੀ। ਹੁਣ ਫਸਟ ਜਿਹੜੀ ਸਾਡੇ ਕੋਲ ਇਕੁਏਸ਼ਨ ਹੈ, ਅਗਰ ਮੈਂ ਇਸ ਦਾ ਸਕੇਅਰ ਕਰ ਦੇਵਾਂ ਫਸਟ ਇਕੁਏਸ਼ਨ ਦਾ, ਤਾਂ ਸਾਡੇ ਕੋਲ ਆਜੂ Z mod = 1 ਦੇ। ਇਹਨੂੰ ਅਸੀਂ ਥਰਡ ਲਿਖ ਲਈਏ ਅਤੇ ਸੈਕਿੰਡ ਅਤੇ ਥਰਡ ਨੂੰ ਕੰਪੇਅਰ ਕਰਨ 'ਤੇ ਕਰੀਏ ਤਾਂ ਸਾਡੇ ਕੋਲ ਰਜੇ Z ਬਾਰ ਦੀ ਵੈਲਿਊ ਆ ਜੂਗੀ 1। ਇਹੀ ਅਸੀਂ ਫਾਈਂਡ ਆਊਟ ਕਰਨੀ ਸੀਗੀ। ਕਿਉਂ ਇਹਦੇ ਉੱਤੇ ਜ਼ੋਰ ਦਿੱਤਾ, ਕਿਉਂਕਿ 1+z/1+z ਬਾਰ, ਇਸ ਨੂੰ ਜੇ ਤੁਸੀਂ ਰੈਸ਼ਨਲਾਈਜ਼ ਕਰਕੇ ਮਤਲਬ Z ਦੀ ਜਗ੍ਹਾ 'ਤੇ x + i ਪੁੱਟ ਕਰਕੇ ਅਤੇ Z ਬਾਰ ਦੀ ਜਗ੍ਹਾ 'ਤੇ x - i ਪੁੱਟ ਕਰਕੇ ਸੋਲਵ ਕਰਨ ਬੈਠ ਜਾਂਦੇ ਤਾਂ ਤੁਸੀਂ ਇਹ ਲਾ ਲਓ ਵੀ ਦਿਨੇ ਬਹਿੰਦੇ ਅਤੇ ਰਾਤ ਨੂੰ ਉੱਠਦੇ, ਕਿਉਂਕਿ ਸੋਲਵ ਹੀ ਨਹੀਂ ਹੋਣਾ ਸੀ ਕੁਐਸਚਨ। ਇਸ ਨੂੰ ਸੋਲਵ ਕਰਨ ਦਾ ਇੱਕ ਹੀ ਤਰੀਕਾ, ਉਹ ਹੈ ਪ੍ਰੋਪਰਟੀ। ਕਈ ਕੁਐਸਚਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਤੁਸੀਂ ਜਿਹੜਾ Z ਦੀ ਵੈਲਿਊ ਸਬਸਟੀਟਿਊਟ ਕਰੇ ਬਿਨਾਂ ਸੋਲਵ ਨਹੀਂ ਕਰ ਸਕਦੇ। ਹੋ ਸਕਦਾ ਉਹ ਸੋਲਵ ਹੋ ਜਾਣ, ਲੇਕਿਨ ਰਜੇ ਉਹ Z = x + i ਸਬਸਟੀਟਿਊਟ ਕਰਕੇ ਜ਼ਿਆਦਾ ਈਜ਼ੀ ਕੁਐਸਚਨ ਸੋਲਵ ਹੁੰਦੇ ਨੇ। ਪਰ ਕਈ ਕੁਐਸਚਨ ਇਹੋ ਜਿਹੇ ਨੇ ਜਿਨ੍ਹਾਂ ਵਿੱਚ ਸਾਡੇ ਦਿਮਾਗ ਦੇ ਵਿੱਚ ਪ੍ਰੋਪਰਟੀ ਕਲਿੱਕ ਕਰ ਜਾਂਦੀ ਹੈ ਮਾਈਂਡ ਦੇ ਵਿੱਚ। ਐਗਜ਼ਾਮ ਦੇ ਵਿੱਚ ਜ਼ਰੂਰੀ ਤਾਂ ਨਹੀਂ ਨਾ ਤੁਸੀਂ ਵੀ ਜਿਹੜਾ ਐਗਜ਼ਾਮ ਦੀ ਤਿਆਰੀ ਜਿਹੜਾ ਵੱਧ ਕਰਕੇ ਜਾਓਗੇ, ਇਹ ਨਹੀਂ ਹੈ ਕਿ ਤੁਸੀਂ ਤਿਆਰੀ ਨਹੀਂ ਕਰਕੇ ਜਾਓਗੇ, ਪਰ ਐਗਜ਼ਾਮ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਜੋ ਤੁਸੀਂ ਪੜ੍ਹਿਆ ਉਹ ਤੁਹਾਡਾ ਉਸੇ ਟਾਈਮ ਤੇ ਕਲਿੱਕ ਕਰੇ ਮਾਈਂਡ ਦੇ ਵਿੱਚ। ਹੋ ਸਕਦਾ ਸਕਿਪ ਹੋ ਜੇ, ਹੋ ਸਕਦਾ ਤੁਸੀਂ ਥੋੜ੍ਹਾ ਜਿਹਾ ਟੈਨਸ਼ਨ ਦੇ ਵਿੱਚ ਭੁੱਲ ਜਾਓ, ਹੈ ਨਾ। ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ, Z ਦੀ ਜਗ੍ਹਾ 'ਤੇ ਹਮੇਸ਼ਾ ਪੁੱਟ ਕਰ ਦਿਓ x + i ਅਤੇ ਚੁੱਪ ਕਰਕੇ ਕੁਐਸਚਨ ਨੂੰ ਜਿਹੜਾ ਜਲਦੀ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਪਰ ਜੇ ਤੁਹਾਨੂੰ ਪ੍ਰੋਪਰਟੀ ਯਾਦ ਆ ਗਈ ਤਾਂ ਉੱਥੇ ਪ੍ਰੋਪਰਟੀ ਦਾ ਇਸਤੇਮਾਲ ਕਰਿਓ, ਕਿਉਂਕਿ ਸਾਡਾ ਸਮਾਂ ਬਚਦਾ। ਹੁਣ ਆਪਣੇ ਕੋਲ ਜੇ Z ਬਾਰ = ਆ ਗਿਆ 1 ਦੇ, ਮਤਲਬ 1 ਦੀ ਜਗ੍ਹਾ 'ਤੇ ਮੈਂ ਕੀ ਪੁੱਟ ਕਰ ਸਕਦਾ, Z ਬਾਰ। ਨੀਚੇ ਮੈਂ ਸੇਮ ਰਹਿਣ ਦਿੱਤਾ, ਕਿਉਂ, ਤੁਹਾਨੂੰ ਪਤਾ ਲੱਗ ਜਾਏਗਾ। ਉੱਪਰੋਂ Z ਕਾਮਨ ਕੱਢ ਲਿਆ, ਕੀ ਬਚਿਆ ਰਾਜੇ Z ਬਾਰ +1, ਨੀਚੇ ਆ ਗਿਆ ਆਪਣੇ ਕੋਲ 1 + Z ਬਾਰ। 1 + Z ਬਾਰ ਅਤੇ Z ਬਾਰ +1 ਇੱਕੋ ਹੀ ਗੱਲ ਹੈ। ਇਸ ਨੂੰ ਮੈਂ Z ਬਾਰ +1 ਵੀ ਲਿਖ ਸਕਦਾ। ਆਹ ਤਾਂ ਹੋ ਗਏ ਕੈਂਸਲ ਆਊਟ, ਤਾਂ ਆਨਸਰ ਕਿੰਨਾ ਆ ਗਿਆ, Z ਆ ਗਿਆ ਆਪਸ਼ਨ A। ਤਾਂ ਇਸੇ ਤਰ੍ਹਾਂ ਜੇ ਅਗਰ ਸਾਨੂੰ ਪ੍ਰੋਪਰਟੀ ਪਤਾ ਸੀਗੀ ਆਹ ਸੈਕਿੰਡ ਪ੍ਰੋਪਰਟੀ, ਤਾਂ ਇਹਦਾ ਇਸਤੇਮਾਲ ਕਰਕੇ ਅਸੀਂ ਕੁਐਸਚਨ ਨੂੰ ਜਿਹੜਾ ਜਲਦੀ ਸੋਲਵ ਕਰ ਲਿਆ। ਅਤੇ ਸਾਨੂੰ ਇਸ ਗੱਲ ਦਾ ਮਤਲਬ ਪਤਾ ਸੀ ਵੀ ਜੇ Z ਯੂਨਿਟ ਸਰਕਲ ਹੈ ਤਾਂ Z ਮੋਡ ਬਰਾਬਰ ਹੋਵੇਗਾ 1 ਦੇ, ਤਾਂ ਇਹ ਕੁਐਸਚਨ ਸੋਲਵ ਹੋ ਪਾਇਆ, ਨਹੀਂ ਤਾਂ ਇਹ ਕੁਐਸਚਨ ਜਿਹੜਾ ਸਾਡੇ ਤੋਂ ਸੋਲਵ ਨਹੀਂ ਹੋ ਪਾਉਣਾ ਸੀ। ਨੈਕਸਟ ਆ ਸਾਡੇ ਕੋਲ ਫੋਰਥ ਕੁਐਸਚਨ ਜਿਹੜਾ ਰਾਜੇ ਉਸ ਨੂੰ ਕਰਨ ਦੇ ਦੋ ਮੈਥਡ ਨੇ। ਫਸਟ ਮੈਥਡ ਜਿਹੜਾ ਉਸ ਦੇ ਵਿੱਚ ਅਸੀਂ 1 + i² ਦੀ ਪਾਵਰ 4 ਇਸ ਤਰ੍ਹਾਂ ਲਿਖ ਸਕਦੇ ਹਾਂ, ਅਤੇ 1 - i² ਦੀ ਪਾਵਰ 4
ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਮੈਂ ਇਹਨੂੰ ਇਸ ਤਰ੍ਹਾਂ ਕਿਉਂ ਲਿਖਿਆ, ਕਿਉਂਕਿ 1 ਪਲੱਸ ਆਇਟਾ ਦੀ ਪਾਵਰ 8 ਅਤੇ 1 ਮਾਈਨਸ ਆਇਟਾ ਦੀ ਪਾਵਰ 8, ਇਹਨੂੰ ਪਾਵਰ 8 ਨੂੰ ਸੋਲਵ ਕਰਨਾ ਬਹੁਤ ਮੁਸ਼ਕਿਲ ਹੈ। ਲੇਕਿਨ ਅਸੀਂ ਗੱਲ ਕਰੀਏ 1 ਪਲੱਸ ਆਇਟਾ ਦੀ ਸਕੇਅਰ ਅਤੇ 1 ਮਾਈਨਸ ਆਇਟਾ ਦੀ ਸਕੇਅਰ, ਇਹਨੂੰ ਅਸੀਂ ਜਿਹੜਾ ਈਜ਼ੀਲੀ ਸੋਲਵ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ a ਪਲੱਸ b ਅਤੇ a ਮਾਈਨਸ b ਦੇ ਹੋਲ ਸਕੇਅਰ ਦਾ ਫਾਰਮੂਲਾ ਆਉਂਦਾ ਹੈ। ਇਹ ਉਸ ਕੰਡੀਸ਼ਨ 'ਚ ਯੂਜ਼ ਕਰ ਸਕਦੇ ਹਾਂ ਜਦੋਂ ਅਸੀਂ ਬਿਲਕੁਲ ਹੀ ਭੁੱਲ ਜਾਈਏ ਵੀ ਇੱਥੇ ਹੁਣ ਅਸੀਂ ਕਰਾਂਗੇ ਕੀ। ਤਾਂ ਇਹ ਮੈਥਡ ਨਾਲ ਤੁਸੀਂ ਸੋਲਵ ਕਰਕੇ ਮੈਨੂੰ ਕਮੈਂਟ ਜਿਹੜਾ ਜ਼ਰੂਰ ਕਰਨਾ ਹੈ, ਥੰਬਸ ਅਪ, ਤਾਂ ਕਿ ਮੈਂ ਸਮਝ ਆਵਾਂ ਕਿ ਤੁਹਾਡਾ ਜਿਹੜਾ ਕੁਐਸਚਨ ਹੈ ਉਹ ਸੋਲਵ ਹੋ ਗਿਆ। ਤਾਂ ਮੈਨੂੰ ਜਿਹੜਾ ਕਮੈਂਟ ਕਰਕੇ ਜਿਹੜਾ ਜ਼ਰੂਰ ਦੱਸਿਓ, ਕਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਵੀ ਤੁਹਾਡਾ ਜੋ ਕੁਐਸਚਨ ਸੋਲਵ ਹੋ ਗਿਆ। ਮੈਥਡ 2 ਸਾਡੇ ਕੋਲ ਹੈ, ਉਹ ਹੈ ਇਹਨੂੰ ਜਦੋਂ ਅਸੀਂ ਪੋਲਰ ਫਾਰਮ 'ਚ ਕਨਵਰਟ ਕਰ ਲੈਂਦੇ ਹਾਂ। ਪੋਲਰ ਫਾਰਮ 'ਚ ਕਨਵਰਟ ਕਰਨ ਦਾ ਕਾਰਨ ਹੈ ਕਿ ਇੱਕ ਪੋਲਰ ਫਾਰਮ ਦੇ ਵਿੱਚ ਮੈਂ ਡੀ ਮੋਇਵਰਸ ਥਿਊਰਮ ਦੀ ਹੈਲਪ ਦੇ ਨਾਲ ਆ ਜਿਹੜੀ ਪਾਵਰ ਹੈ ਇਸ ਨੂੰ ਖਤਮ ਕਰ ਸਕਦਾ, ਇਸ ਲਈ ਮੈਂ ਪੋਲਰ ਫਾਰਮ 'ਚ ਕਨਵਰਟ ਕਰ ਰਿਹਾ। 1 ਪਲੱਸ ਆਇਟਾ ਦੀ ਪੋਲਰ ਫਾਰਮ ਸਾਡੇ ਕੋਲ ਕਿਸ ਦੇ ਬਰਾਬਰ ਹੋਵੇਗੀ, ਉਹ ਬਰਾਬਰ ਹੋਵੇਗੀ ਆਰ ਮਤਲਬ ਮੋਡੂਲਸ ਆਫ ਜ਼ੈਡ ਕਿੰਨਾ 1 ਪਲੱਸ ਆਇਟਾ, ਤਾਂ ਮੋਡੂਲਸ ਆਫ 1 ਪਲੱਸ ਆਇਟਾ ਸਾਡੇ ਕੋਲ ਹੋਵੇਗਾ ਸਕੁਏਅਰ ਰੂਟ ਆਫ 2। ਉਸ ਤੋਂ ਬਾਅਦ ਅਸੀਂ ਲਿਖਦੇ ਹੁੰਦੇ ਹਾਂ ਕਾਸ ਥੀਟਾ ਸਾਡੇ ਕੋਲ ਕੀ ਹੁੰਦਾ ਆਰਗੂਮੈਂਟ ਆਫ ਜ਼ੈਡ। 1 ਪਲੱਸ ਆਇਟਾ ਲਈ ਅਸੀਂ ਥੀਟਾ ਫਾਈਂਡ ਆਊਟ ਕਰਾਂਗੇ, ਤਾਂ ਸਾਡੇ ਕੋਲ ਥੀਟਾ ਜਿਹੜਾ ਆ ਜਾਊਗਾ ਰਾਜੇ, ਉਹ ਆਪਣੇ ਕੋਲ ਆ ਜਾਊਗਾ π/4। ਮੈਂ ਇੱਥੇ ਸੋਲਵ ਕਰਕੇ ਇਸ ਕਰਕੇ ਨਹੀਂ ਦਿਖਾ ਰਿਹਾ ਕਿਉਂਕਿ ਰਾਜੇ ਆਲਰੇਡੀ ਮੈਂ ਬਹੁਤ ਡਿਸਕਸ ਕਰ ਚੁੱਕਿਆ ਤੁਹਾਡੇ ਨਾਲ ਇਹ ਸਾਰੀਆਂ ਟਰਮਸ। ਇਹਨਾਂ ਨੂੰ ਮੈਂ ਡਿਟੇਲ ਦੇ ਵਿੱਚ ਅਗਰ ਫਿਰ ਤੋਂ ਡਿਸਕਸ ਕਰੂੰਗਾ ਕਿ ਆਰਗੂਮੈਂਟ ਕਿਵੇਂ ਫਾਈਂਡ ਆਊਟ ਕਰਦੇ ਆ, ਜ਼ੈਡ ਮੋਡੂਲਸ ਕਿਵੇਂ ਫਾਈਂਡ ਆਊਟ ਕਰਦੇ ਆ, ਤਾਂ ਅਸੀਂ ਜਿਹੜਾ ਪੂਰੇ ਕੁਐਸਚਨ ਸੋਲਵ ਹੀ ਨਹੀਂ ਕਰ ਪਾਵਾਂਗੇ। ਤਾਂ ਗੱਲ ਕਰੀਏ ਤਾਂ ਆਪਣੇ ਕੋਲ ਆਰ ਆ ਗਿਆ ਸਕੁਏਅਰ ਰੂਟ ਆਫ 2, 1 ਪਲੱਸ ਆਇਟਾ ਦੀ ਗੱਲ ਕਰ ਰਹੇ ਹਾਂ, ਅਤੇ ਥੀਟਾ ਆਪਣੇ ਕੋਲ ਕਿੰਨਾ ਆ ਗਿਆ π/4 ਪਲੱਸ ਆਇਟਾ ਸਾਈਨ π/4। ਹੁਣ ਗੱਲ ਕਰੀਏ ਰਾਜੇ ਅਸੀਂ ਫਾਈਂਡ ਆਊਟ ਕੀ ਕਰਨਾ ਸੀ, ਇਹ ਮੈਥਡ 1 ਤੁਸੀਂ ਫਾਈਂਡ ਆਊਟ ਕਰਕੇ ਦੇਖਣਾ ਖੁਦ, ਤਾਂ ਕਨਫਿਊਜ਼ਨ ਨਾ ਆ ਜਾਏ, ਇਸ ਲਈ ਇਸ ਨੂੰ ਮੈਂ ਰੱਬ ਕਰ ਰਿਹਾ। ਤਾਂ ਰਾਜੇ ਹੁਣ ਅਸੀਂ ਕੀ ਫਾਈਂਡ ਆਊਟ ਕਰਨਾ ਹੈ, ਹੁਣ ਫਾਈਂਡ ਆਊਟ ਕਰਨਾ ਹੈ 1 ਪਲੱਸ ਆਇਟਾ ਦੀ ਪਾਵਰ 8 ਨੂੰ, ਅਤੇ ਫਿਰ ਫਾਈਂਡ ਆਊਟ ਕਰਨਾ 1 ਮਾਈਨਸ ਆਇਟਾ ਦੀ ਪਾਵਰ 8 ਨੂੰ, ਅਤੇ ਦੋਨਾਂ ਨੂੰ ਕਰ ਦੇਣਾ ਐਡ। 1 ਪਲੱਸ ਆਇਟਾ ਦੀ ਪਾਵਰ 8 ਕਿਸ ਦੇ ਬਰਾਬਰ ਆ ਗਿਆ, ਉਹ ਬਰਾਬਰ ਆ ਗਿਆ ਸਕੁਏਅਰ ਰੂਟ ਆਫ 2 cos π/4 ਪਲੱਸ ਆਇਟਾ ਸਾਈਨ π/4 ਦੀ ਹੋਲ ਪਾਵਰ 8, ਕਿਉਂਕਿ 8 ਪਾਵਰ ਹੈ ਨਾ 1 ਪਲੱਸ ਆਇਟਾ ਦੀ, ਉਹਦੀ ਪੋਲਰ ਫਾਰਮ ਵੀ ਤਾਂ ਲਿਖੀ ਆਪਾਂ, ਤਾਂ ਉਹਦੀ ਵੀ ਤਾਂ ਪਾਵਰ 8 ਹੀ ਲੱਗੇਗੀ ਨਾ। ਤਾਂ ਹੁਣ ਆਪਣੇ ਕੋਲ ਕਿਹਦੇ ਬਰਾਬਰ ਆ ਗਿਆ ਸਕੁਏਅਰ ਰੂਟ ਆਫ 2 ਦੀ ਪਾਵਰ 8, ਅਤੇ ਅੰਦਰ ਆ ਗਿਆ cos 8 π/4 ਪਲੱਸ ਆਇਟਾ ਸਾਈਨ 8 π/4। ਜਿੰਨਾ ਬੱਚਿਆਂ ਨੂੰ ਨਹੀਂ ਪਤਾ ਮੈਂ ਕਿਵੇਂ ਲਿਖਿਆ, ਉਹ ਡੀ ਮੋਇਵਰਸ ਥਿਊਰਮ ਜਿਹੜੀ ਹੈ ਦੁਬਾਰਾ ਜਾ ਕੇ ਦੇਖਣ। ਹੁਣ ਸਕੁਏਅਰ ਰੂਟ ਆਫ 2 ਦੀ ਪਾਵਰ ਕਿੰਨੀ ਆ ਗਈ 8, ਅਤੇ ਅੰਦਰ ਆਪਣੇ ਕੋਲ ਕਿੰਨਾ ਆ ਗਿਆ ਰਾਜੇ cos 2π ਪਲੱਸ ਆਇਟਾ ਸਾਈਨ 2π। ਇੱਥੋਂ ਤੱਕ ਕਿਸੇ ਬੱਚੇ ਨੂੰ ਵੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਿਹੜਾ ਜ਼ਰੂਰ ਪੁੱਛੇ। ਤਾਂ ਆਪਣੇ ਕੋਲ ਰਾਜੇ ਆ ਗਿਆ ਸਕੁਏਅਰ ਰੂਟ ਆਫ 2 ਦੀ ਪਾਵਰ 8, ਸਕੁਏਅਰ ਰੂਟ ਆਫ 2 ਦੀ ਪਾਵਰ 8 ਦੀ ਜਗ੍ਹਾ 'ਤੇ ਮੈਂ ਇਸ ਨੂੰ 2 ਦੀ ਪਾਵਰ 4 ਵੀ ਲਿਖ ਸਕਦਾ ਹਾਂ। ਹੁਣ ਗੱਲ ਕਰੀਏ cos 2π ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ 1, ਅਤੇ ਸਾਈਨ 2π ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ 0। ਤਾਂ ਆਪਣੇ ਕੋਲ ਆਨਸਰ ਆ ਗਿਆ 2 ਦੀ ਪਾਵਰ 4 ਆ ਗਿਆ। ਨੈਕਸਟ ਸਾਡੇ ਕੋਲ ਹੈ 1 ਮਾਈਨਸ ਆਇਟਾ ਦੀ ਪਾਵਰ 8। 1 ਮਾਈਨਸ ਆਇਟਾ ਦੀ ਪਾਵਰ 8 ਸਿਮਿਲਰਲੀ ਉਹਦਾ ਆਰ ਤਾਂ ਸਕੁਏਅਰ ਰੂਟ ਆਫ 2 ਹੋਏਗਾ, ਫਰਕ ਕਿਸ 'ਚ ਹੋਵੇਗਾ, ਫਰਕ ਹੋਵੇਗਾ ਥੀਟਾ 'ਚ, ਕਿਉਂਕਿ 1 ਅਤੇ -1 ਇਹ ਲਾਈ ਕਰਦੇ ਨੇ ਆਪਣੇ ਕੋਲ x ਪੋਜ਼ੀਟਿਵ ਹੈ ਅਤੇ y ਆਪਣੇ ਕੋਲ ਕੀ ਹੈ ਨੈਗੇਟਿਵ, ਇਹ ਲਾਈ ਕਰਦੇ ਨੇ ਆਪਣੇ ਕੋਲ 4th ਕੁਆਡਰੈਂਟ 'ਚ, ਅਤੇ 4th ਕੁਆਡਰੈਂਟ 'ਚ ਥੀਟਾ ਬਰਾਬਰ ਹੁੰਦਾ -tan ਇਨਵਰਸ π/4 ਦੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਆਪਣੇ ਕੋਲ ਬਰਾਬਰ ਹੁੰਦਾ -tan ਇਨਵਰਸ y/x ਦੇ। ਤਾਂ ਥੀਟਾ ਆਪਣੇ ਕੋਲ ਫਸਟ ਕੁਆਡਰੈਂਟ ਦੇ ਵਿੱਚ ਥੀਟਾ ਆਪਣੇ ਕੋਲ π/4 ਸੀ, ਅਤੇ 4th ਕੁਆਡਰੈਂਟ 'ਚ ਥੀਟਾ ਆਪਣੇ ਕੋਲ ਕਿੰਨਾ ਆਊਗਾ -π/4। ਇਹ ਵੀ ਆਲਰੇਡੀ ਅਸੀਂ ਡਿਸਕਸ ਕੀਤਾ ਹੋਇਆ ਡਿਟੇਲ ਦੇ ਵਿੱਚ, ਤਾਂ ਤੁਸੀਂ ਜਿਹੜਾ ਆਰਗੂਮੈਂਟ ਦੀ ਵੀਡੀਓ ਦੇਖ ਸਕਦੇ ਹੋ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ, ਉਸ ਤੋਂ ਬਾਅਦ ਇਹ ਕੁਐਸਚਨਸ ਕਰਿਓ। ਸਕੁਏਅਰ ਰੂਟ ਆਫ 2 ਅਤੇ ਨਾਲ ਸਾਡੇ ਕੋਲ ਆ ਜਾਊਗਾ ਜੀ cos -π/4 ਪਲੱਸ ਇਹਦੀ ਪਾਵਰ 8 ਮੈਂ ਲਿਖ ਹੀ ਲੈਣਾ ਨੈਕਸਟ ਸਟੈਪ ਤੋਂ ਪਹਿਲਾਂ, ਅਤੇ ਫਿਰ ਇਹਨੂੰ ਪਾਵਰ ਲਿਖ ਕੇ ਮੈਂ 2 ਦੀ ਪਾਵਰ 4 ਵੀ ਕਰ ਹੀ ਦਿੱਤਾ ਡਾਇਰੈਕਟ। ਤਾਂ cos -π/4 ਪਲੱਸ ਆਇਟਾ ਸਾਈਨ -π/4 ਦੀ ਹੋਲ ਪਾਵਰ 8। ਹੁਣ ਇਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਸਾਡੇ ਕੋਲ ਜਦੋਂ ਅਸੀਂ ਪਾਵਰ ਨੂੰ ਡੀ ਮੋਇਵਰਸ ਥਿਊਰਮ ਦੀ ਮਦਦ ਦੇ ਨਾਲ ਅੰਦਰ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜੂ ਜੀ 2 ਦੀ ਪਾਵਰ 4, ਅੰਦਰ ਆ ਜੂ cos -8π/4, cos ਮਾਈਨਸ ਥੀਟਾ ਮਾਈਨਸ ਪਲੱਸ cos ਪਲੱਸ ਥੀਟਾ ਦੇ ਬਰਾਬਰ ਹੁੰਦਾ, cos ਮਾਈਨਸ ਥੀਟਾ ਬਰਾਬਰ ਹੁੰਦਾ ਸਾਡੇ ਕੋਲ cos ਥੀਟਾ ਦੇ। 4th ਕੁਆਡਰੈਂਟ 'ਚ cos ਪੋਜ਼ੀਟਿਵ ਹੁੰਦਾ, ਤਾਂ ਆਪਣੇ ਕੋਲ ਇੱਥੇ ਕੀ ਬਣ ਗਿਆ ਜੀ, ਇੱਥੇ ਤਾਂ ਬਣ ਗਿਆ cos 2π ਹੀ ਬਣ ਗਿਆ।
लेकिन साइन माइनस थीटा साढ़े कोल बराबर होंदा है माइनस साइन थीटा दे, तो अपने कोल ये बन गया माइनस आयटा साइन 2 पाई बन गया। फिर भी वो कोई फर्क तो पिया नहीं, तो आंसर अपने कोल कितना आ गया 2 ਦੀ पावर 4। हुण इत्थे अपने कोल 2 ਦੀ पावर 4 आ गया 1 प्लस आयटा ਦੀ पावर 8 ਦੀ वैल्यू, तो 2 ਦੀ पावर 4 ही आ गया अपने कोल 1 माइनस आयटा ਦੀ पावर 8 ਦੀ वैल्यू। तो अपने कोल इत्थे ही लिख लेना आंसर कितना आ गया 2 ਦੀ पावर 4 प्लस 2 ਦੀ पावर 4। 2 ਦੀ पावर 4 कॉमन कढ़ लो, अंदर की बन गया 2, पावर ऐड हो गई तो आंसर कितना आ गया 2 ਦੀ पावर 5। तो बी ऑप्शन अपने को आ गई। तो तुसी एक चीज़ नूं ध्यान नाल नोट किया हो बेटा, देखो रजे कि बहुत सारिया टर्म्स अगर सानू जिहड़ियां पता है, प्रॉपर्टीज़ पता है, सानू जल्दी जल्दी पता है। हुण cos 2 पाई की वैल्यू अगर सानू भुल गए उत्थे तो किद्दां होऊगा क्वेश्चन। तो ये जिहड़ियां चीज़ां ने इन्हां नूं जिहड़ा प्रैक्टिस करन दे नाल ही तुसी याद कर पाओगे। तो इनू प्रैक्टिस करते रहना। नैक्सट साढ़े कोल की है रजे 5th क्वेश्चन, कहते इफ एम एन पी क्यू आर कॉन्जिक्यूटिव इंटीजर्स दैन फाइंड द वैल्यू ऑफ दिस वन। ये अपने कोल प्रॉपर्टी है आयटा की कि सम ऑफ 4 कॉन्जिक्यूटिव पावर ऑफ आयटा इज इक्वल टू की होंगी है 0 दे। तो 5th का आंसर की आ गया अपने कोल सी आ गया। नैक्सट है साढ़े कोल 6th क्वेश्चन। 6th क्वेश्चन के रजे सानू क्या गया, कहते जो कंपलैक्स नंबर गिवन है ये दसो किहड़े क्वाड्रेंट च लाई करता है। तो सब तो पहला असी इसनूं की करांगे स्टैंडर्ड फॉर्म दे विच कन्वर्ट कर लावांगे बाय यूजिंग इनू रैशनलाइजेशन, या फिर कह सकते हैं कि इनू मल्टीप्लाई ते डिवाइड कर देंगे डिनोमीनेटर दे कंजुगेट दे नाल। 1 माइनस आयटा का कंजुगेट अपने कोल की हुंदा है 1 प्लस आयटा, नीचे भी अपने कोल क्या आजू 1 प्लस आयटा। तो रैशनलाइजेशन बोल लो, तो जे असी प्रॉपर शब्द यूज़ करना है तो वो यही है कि आ गिवन कंपलैक्स नंबर नूं मल्टीप्लाई ते डिवाइड कर दो डिनोमीनेटर दे कंजुगेट नाल। ये प्रॉपर इसनूं एक्सप्लेन करने का तरीका है, नहीं तो असी रैशनलाइजेशन भी बोल सकते हैं सिंपली। तो साढ़े कोल कितना आ गया 1 प्लस 2 आयटा की मल्टीप्लाई 1 प्लस आयटा, नीचे आ गया जी अपने कोल 1 स्केयर प्लस 1 स्केयर। ये भी मैं नहीं दसूँगा किमें आया, उपर अपने कोल मल्टीप्लाई, क्योंकि बार बार प्रॉपर्टीज़ नूं जिहड़ा रिपीट करने का मतलब यही है कि मैं तुहानूं प्रॉपर्टी बारे रिवाइज़ कराउंदा रहां तो तुसीं थोड़े थोड़े टाइम बाद भुलदे रहो। तो भुलना नहीं है, उसनूं याद रखना है, याद करना। तो साढ़े कोल आंसर कितना आ गया -1 प्लस 3 आयटा डिवाइडेड बाय 2। तो इसनूं असी अगर कोआर्डीनेट की फॉर्म च लिखना तो वह आजू अपने कोल -1/2 तो 3/2। तो हुण -1/2 मतलब एक्स नैगेटिव है तो वाई साढ़े कोल पॉजिटिव है। तो एक्स नैगेटिव वाई पॉजिटिव साढ़े कोल किहड़ा क्वाड्रेंट हुंदा है, वो क्वाड्रेंट हुंदा साढ़े कोल सैकेंड। तो सी ऑप्शन जिहड़ी है वो करैक्ट है 6th क्वेश्चन वास्ते। नैक्सट है साढ़े कोल 7th क्वेश्चन। 7th दे विच सानू क्या गया कि कहते द स्मॉलेस्ट पॉजिटिव इंटीजर n फॉर विच 1 प्लस आयटा दी पावर n डिवाइडेड बाय 1 माइनस आयटा दी पावर n माइनस 2 इज़ आ रियल नंबर। हुण सानू क्या गया भी स्मॉलेस्ट पॉजिटिव इंटीजर n दी छोटी तो छोटी पॉजिटिव इंटीजर। हुण पॉजिटिव इंटीजर जे तुसी स्टार्टिंग तो फस्ट लैक्चर जिहड़ा सुनिया तो मैं उत्थे गया सी कि पॉजिटिव साडे कोल जिहड़ा इंटीजर हुंदा है असी उसनूं नैचुरल नंबर भी कह दिंदे आ। तो कहण दा मतलब है भी n दी इहो जी वैल्यू जिहड़ी नैचुरल नंबर नूं बिलोंग करदी होवे, छोटे तो छोटे नैचुरल नंबर की वैल्यू की गल कर रहे हैं, जिसनूं असी इस कंपलैक्स नंबर दे विच इक्वेशन दे विच सबस्टिट्यूट करांगे तो आंसर साडे कोल रियल नंबर आना चाहिए, उहदे विच इमैजिनरी पार्ट नहीं होना चाहिए। तो इनू करन दा जिहड़ा सब तो सिंपलेस्ट मैथड है कि तुसी 1 प्लस आयटा दी पावर n डिवाइडेड बाय 1 माइनस आयटा दी पावर n इंटू 1 माइनस आयटा दी पावर -2 इदां लिख लो। मैं क्यों लिखा, क्योंकि सानू पता है 1 प्लस आयटा अपॉन 1 माइनस आयटा इहदी वैल्यू हुंदी है आयटा। याद रखनी टर्म्स ने ऑलरेडी मैं जिहड़ी है इनू एक्सप्लेन कराया, तुसीं इनू रैशनलाइज करोगे ना जदों तो तुहाडे कोल आयटा बचूगा, लेकिन डायरैक्ट याद रखना है क्वेश्चन दे विच यूज़ हुंदी है वैल्यू। 1 माइनस आयटा अपॉन 1 प्लस आयटा की गल करिए वो बराबर हुंदा माइनस आयटा की। तो आ दो वैल्यूज़ भी जिहड़ियां क्वेश्चन च बहुत यूज़ हुंदियां ने, ऑलरेडी मैं लैक्चर दे विच इन्हां बारे दस्सिया है। तो मैं की कीता रजे सब तो पहला अलग अलग कर लिया ए पावर नूं डिनोमीनेटर दे विच -2 पावर नूं ते n नूं। उस तो बाद असी की करांगे पावर कॉमन है 1 प्लस आयटा अपॉन 1 माइनस आयटा की पावर कितनी आ गई n, तो 1 माइनस आयटा की पावर 2 उपर जाके पॉजिटिव बन गया ना, +2 बन गया। हुण इहदी वैल्यू अपने कोल कितनी है 1 प्लस आयटा अपॉन 1 माइनस आयटा की, उहदी वैल्यू है आयटा। जे तुहानूं डायरैक्ट पता है तो तुहाडा टाइम देखो कितना बचे, नहीं तो तुसीं इहनूं रैशनलाइज करते
है ना, फिर इनू सॉल्व कर दे तो उही तुहाडा समा बच गया। हुण आयटा दी पावर n इंटू 1 माइनस आयटा दा होल स्केयर, 1 माइनस आयटा दा होल स्केयर ओपन करांगे तो साडे कोल की बचूगा 1 माइनस आयटा दा होल स्केयर साडे कोल बराबर है 1 स्केयर प्लस आयटा स्केयर माइनस 2 आयटा दी। आयटा स्केयर ते 1 स्केयर कैंसल हो गए, किवें होए वो भी मैं नहीं दसूँगा। आंसर कितना आ गया माइनस 2 आयटा। तो साडे कोल आ गया जे आयटा दी पावर n माइनस 2 आयटा दी पावर माइनस 2 आयटा नाल मल्टीप्लाई आ गया। तो हुण माइनस 2 अलग लिख लिया, इत्थे आयटा दी पावर 1 है, इत्थे आयटा दी पावर n है, तो साडे कोल आंसर आ गया आयटा दी पावर n प्लस 1। हुण इत्थे जिहड़ा है n इहो जिहा नंबर चूज़ करना है जिसनूं पुट करके जो कि नैचुरल नंबर है तो समॉलेस्ट होना चाहिए है, इहो जिहा नंबर चूज़ करना है जिसनूं सबसीट्यूट करके साडे कोल वैल्यू जिहड़ी आ वो रियल नंबर होनी चाहिए है। तुसीं ऑप्शनस दे विच भी देख सकते हो 1 2 3 ते 4 4 ऑप्शनस दे रखियां ने। सब तो पहला गल करिए तो समॉलेस्ट साडे कोल नैचुरल नंबर है वो 1। अगर असी n की जगह ते 1 सबसीट्यूट की करिए तो साडे कोल आंसर आऊगा माइनस 2 आयटा की पावर 2 तो आयटा की पावर 2 किस दे बराबर होंदा है माइनस 1 दे, तो आंसर कितना आ जाऊगा 2। तो 2 साडे कोल की है रियल नंबर है, ये आयटा मल्टीप्लाई नहीं होया वा, तो आंसर आ गया अपने कोल बी कि 1 जिहड़ा है n इजिकल टू 1 जिहड़ा है वो साडे कोल समॉलेस्ट पॉजिटिव इंटीजर वैल्यू है जिसनूं सबसटीट्यूट करके इस एक्सप्रैशन दे विच साडे कोल रियल नंबर आ जाता है। नैक्सट साडे कोल रजे 8th क्वेश्चन। 8th क्वेश्चन दे विच सानूं क्या गया, कहंदे फाइंड द नॉन जीरो इंटैगरल सोल्यूशन ऑफ दिस फॉलोइंग इक्वेशन या एक्सप्रैशन, है ना, इस एक्सप्रैशन की नॉन जीरो इंटैगरल सोल्यूशन फाइंड आउट करना है। सब तो पहला असीं की करांगे 1 माइनस आयटा का मॉडुलस सॉल्व करांगे। 1 माइनस आयटा का मॉडुलस साडे कोल 1 माइनस आयटा का मॉडुलस कादे बराबर आएगा, वो बराबर आएगा स्केयर रूट ऑफ 1 स्केयर प्लस 1 स्केयर बराबर है स्केयर रूट ऑफ 2 दे। तो वैल्यू सबसीट्यूट कर लेने इत्थे 1 माइनस आयटा की पावर x 1 माइनस आयटा के मॉडुलस की पावर x बराबर है 2 दे x दे। तो 1 माइनस आयटा का मॉडुलस सॉल्व करके साडे कोल आ गया स्केयर रूट ऑफ 2 तो ओदी पावर x बराबर है 2 की पावर x दे। 2 की पावर हाफ जदों असी इसनूं 2 की पावर हाफ लिखांगे तो उपर पावर x बाय 2 बन जाएगी। हुण तुसीं ध्यान देखो तो बेस साडे कोल की ने सेम, ठीक है जी, तो पावरां भी की होणगियां इक्वल होणगियां साडे कोल। x बाय 2 बराबर की दे x दे इंप्लाइज दैट x बाय 2 माइनस x इज इक्वल टू 0 दे, इंप्लाइज दैट x माइनस 2x बराबर है 0 दे, इंप्लाइज दैट माइनस x बराबर है 0 दे, तो x कितना आ गया 0 दे इक्वल आ गया, जिसका की मतलब है कि साडे कोल कोई भी इहो जिहा सोल्यूशन नहीं है जिस साडे कोल कोई भी नॉन जीरो इंटैगरल सोल्यूशन है ही नहीं। तो अपने को आंसर क्या आ जाऊगा नन ऑफ दीज, भी साडे कोल कोई है ही नहीं सोल्यूशन, एक्स की वैल्यू 0 आ गई तो साडे कोल कोई सोल्यूशन ही है नहीं नॉन जीरो, जीरो ही आऊगा सोल्यूशन जो असी लैना नहीं। इत्थे कहना इन्होंने नॉन जीरो इंटैगरल सोल्यूशन भी जीरो नहीं होना चाहिए, जबकि अपने कोल सोल्यूशन एक आ रहा, एक की वैल्यू आ रही है एक्स की, वो भी 0 आ रही है जो कि असी नहीं लैनी सी। तो अपने कोल क्या आ जू नन ऑफ दीज। जे इत्थे एक्स की वैल्यू मान लो सपोज 1 आ जाती तो आप की कहते साडे कोल एक सोल्यूशन हैगा तो असी सी टिक करते, लेकिन हुण इत्थे अपने कोल एक्स की वैल्यू कितनी आई है, एक्स की वैल्यू आई है 0, तो आप कहांगे साडे कोल तां नॉन जीरो इंटैगरल सोल्यूशन बन ही नहीं रहा जी, तो नन ऑफ दीज आ गए जी अपने कोल ऑप्शनस च। 9th जिहड़ा क्वेश्चन है रजे वो हैगा कहंदे Z1 मॉडुलस दे रखा 2 के बराबर तो Z2 मॉडुलस दे रखा 1 के बराबर, तो असी वैल्यू फाइंड आउट करनी है Z1 प्लस Z2 मॉडुलस के स्केयर की प्लस Z1 माइनस Z2 के मॉडुलस स्केयर की वैल्यू फाइंड आउट करनी है। 9th क्वेश्चन सॉल्व कर ली ना असी फॉर्मूला यूज़ करांगे जिसनों तुसीं नोट कर सकते हो। फॉर्मूला की है साडे कोल, नोट कर लो राजी फॉर्मूला साडे कोल Z1 प्लस Z2 का स्केयर प्लस Z1 माइनस Z2 का स्केयर ये बराबर होंदा है अपने कोल 2 Z1 मॉडुलस का स्केयर प्लस Z2 मॉडुलस के स्केयर के बराबर। ये फॉर्मूला जिहड़ा तुसीं नोट कर लो, यही फॉर्मूला यूज़ करके असी जिहड़ा 9th क्वेश्चन है सॉल्व करांगे। आ जिहड़ा है अपने को लैफ्ट हैंड साइड आ साडे फॉर्मूले की, तो अपना राइट हैंड साइड जिहड़ी है 2 Z1 मॉडुलस स्केयर प्लस Z2 मॉडुलस स्केयर दे रखी है ना। यही फॉर्मूला जिहड़ा तुसीं याद रखना है नोट वाला। तो अपने को कितना आंसर आ गया, वो आ गया 2 Z1 मॉड का वैल्यू दे रखी है 2 तो Z2 मॉड की वैल्यू दे रखी है 1। जो दोनों स्केयर कर देंगे तो अपने को कितना आ जाऊगा 2 स्केयर
प्लस 1 स्केयर। तो आंसर आ गया राजे 2 इंटू 4 प्लस 1, 5 इंटू 2 इज इक्वल टू 10। तो आंसर कितना आ गया ऑप्शन ए। तो इस तरह कुछ ਜਿਹੜੇ ਕੁਐਸਚਨਸ ਨੇ ਉਹਨਾਂ ਲਈ ਡਾਇਰੈਕਟ ਅਸੀਂ ਫਾਰਮੂਲੇ ਯਾਦ ਰੱਖਾਂਗੇ। ਫਾਰਮੂਲਾ ਯਾਦ ਰੱਖਣਾ ਕੋਈ ਮੁਸ਼ਕਿਲ ਨਹੀਂ ਹੈ। ਜਦੋਂ ਤੁਹਾਡੇ ਕੋਲ Z1 ਪਲੱਸ Z2 ਦਾ ਮੋਡ ਸਕੇਅਰ ਪਲੱਸ Z1 ਮਾਈਨਸ Z2 ਦਾ ਮੋਡ ਸਕੇਅਰ ਦਿੱਤਾ ਫਾਈਂਡ ਆਊਟ ਕਰਨਾ ਹੋਵੇ ਤਾਂ ਉਹ ਬਰਾਬਰ ਹੁੰਦਾ ਡਬਲ ਆਫ Z1 ਮੋਡ ਦਾ ਸਕੇਅਰ ਪਲੱਸ Z2 ਮੋਡ ਦੇ ਸਕੇਅਰ ਦੇ ਬਰਾਬਰ ਹੁੰਦਾ ਹੈ। ਤਾਂ ਇਹ ਫਾਰਮੂਲੇ ਜਿਹੜੇ ਮੈਮੋਰਾਈਜ਼ ਕਰ ਲੈਣੇ ਤੁਸੀਂ। ਇਹਨਾਂ ਫਾਰਮੂਲਿਆਂ ਦੀ ਡੈਰੀਵੇਸ਼ਨਸ ਤਾਂ ਅਸੀਂ ਨਹੀਂ ਕਰਾਂਗੇ ਰਾਜੇ ਕਿਉਂਕਿ ਪੇਪਰ ਦੇ ਵਿੱਚ ਤਾਂ ਯੂਜ਼ ਹੀ ਨਹੀਂ ਹੋਣੀ ਡੈਰੀਵੇਸ਼ਨ। ਲੇਕਿਨ ਇਹ ਜਿਹੜਾ ਫਾਰਮੂਲੇ ਕੁਛ ਇਹੋ ਜਿਹੇ ਨੇ ਜਿਨ੍ਹਾਂ ਨੂੰ ਤੁਸੀਂ ਯਾਦ ਕਰ ਲੈਣਾ ਹੈ। ਤਾਂ ਸਾਡਾ ਜਿਹੜਾ ਕੁਐਸਚਨ ਹੈ ਉਹ ਦੇਖੋ ਇੱਕ ਸਟੈਪ ਦੇ ਵਿੱਚ ਹੀ ਸੋਲਵ ਹੋ ਗਿਆ 9th ਕੁਐਸਚਨ। ਨੈਕਸਟ ਹੈ ਸਾਡੇ ਕੋਲ 10th ਕੁਐਸਚਨ। 10th ਕੁਐਸਚਨ 'ਚ ਸਾਨੂੰ ਕਿਹਾ ਕਹਿੰਦੇ ਇਫ Z ਸਕੇਅਰ ਮਾਈਨਸ 1 ਬਰਾਬਰ ਹੈ Z ਸਕੇਅਰ ਮਾਈਨਸ 1 ਮੋਡ ਬਰਾਬਰ ਹੈ ਮੋਡੂਲਸ ਆਫ Z ਸਕੇਅਰ ਪਲੱਸ 1 ਦੇ। ਤਾਂ ਦੱਸੋ ਜੀ ਇਹ ਕਿੱਥੇ ਲਾਈ ਕਰੇਗਾ, ਸਰਕਲ 'ਤੇ, ਇਮੈਜਨਰੀ ਐਕਸਿਸ 'ਤੇ, ਐਲਿਪਸ 'ਤੇ ਜਾਂ ਫਿਰ ਰੀਅਲ ਐਕਸਿਸ 'ਤੇ। ਤਾਂ ਇਹੋ ਜਿਹੇ ਕੁਐਸਚਨ ਜਦੋਂ ਆ ਜਾਂਦੇ ਨੇ ਤਾਂ ਇਹਨਾਂ ਨੂੰ ਸੋਲਵ ਕਰਨ ਲਈ ਅਸੀਂ ਜਿਹੜਾ ਹੈ ਸਭ ਤੋਂ ਪਹਿਲਾ ਸਟੈਪ ਇਹੀ ਯੂਜ਼ ਕਰਾਂਗੇ ਕਿ Z ਨੂੰ x ਪਲੱਸ ਆਈਟਾ ਵਾਈ ਮੰਨ ਲੈਣਾ ਹੈ। ਜਦੋਂ ਮੰਨ ਲਿਆ x ਪਲੱਸ ਆਈਟਾ ਵਾਈ ਤਾਂ ਵੈਲਿਊ ਸਬਸਟੀਟਿਊਟ ਕਰੋਗੇ ਤਾਂ x ਪਲੱਸ ਆਈਟਾ ਵਾਈ ਦਾ ਹੋਲ ਸਕੇਅਰ ਮਾਈਨਸ 1 ਦਾ ਮੋਡ ਸਾਡੇ ਕੋਲ ਕਿਸ ਦੇ ਬਰਾਬਰ ਹੈ Z ਜਿਸ ਨੂੰ ਅਸੀਂ x ਪਲੱਸ ਆਈਟਾ ਵਾਈ ਮੰਨਿਆ ਹੈ ਉਹਦੇ ਮੋਡ ਦੇ ਸਕੇਅਰ ਦੇ ਅਤੇ ਪਲੱਸ 1 ਦੇ ਇਕੁਅਲ ਹੈ। ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਵੈਲਿਊ ਜਿਹੜੀ ਆ ਉਹਨੂੰ ਸਕੇਅਰ ਕਰਾਂਗੇ। ਸਾਡੇ ਕੋਲ ਆ ਗਿਆ ਰਾਜੇ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਪਲੱਸ 2 ਆਈਟਾ ਐਕਸ ਵਾਈ ਅਤੇ ਮਾਈਨਸ 1 ਅਤੇ ਉਹਦਾ ਫਿਰ ਮੋਡ ਕੀਤਾ ਇਜ਼ ਇਕੁਅਲ ਟੂ ਕੀ ਆ। ਹੁਣ ਅਸੀਂ ਸਭ ਤੋਂ ਪਹਿਲਾਂ ਐਕਸ ਪਲੱਸ ਆਈਟਾ ਵਾਈ ਦਾ ਮੋਡੂਲਸ ਫਾਈਂਡ ਆਊਟ ਕਰਾਂਗੇ ਤਾਂ ਉਹ ਬਰਾਬਰ ਆ ਜੂ ਰੂਟ ਐਕਸ ਸਕੇਅਰ ਪਲੱਸ ਵਾਈ ਸਕੇਅਰ ਦੇ ਇਕੁਅਲ। ਅਤੇ ਜਦੋਂ ਉਹਦੇ ਸਕੇਅਰ ਕਰਾਂਗੇ ਤਾਂ ਆਪਣੇ ਕੋਲ ਮੋਡ ਹਟ ਜਾਵੇਗਾ। ਤਾਂ ਆਨਸਰ ਆ ਗਿਆ ਐਕਸ ਸਕੇਅਰ ਪਲੱਸ ਵਾਈ ਸਕੇਅਰ ਪਲੱਸ 1। ਨੈਕਸਟ ਸਾਡੇ ਕੋਲ ਕੀ ਹੈ ਅਸੀਂ ਇਸ ਸਾਈਡ 'ਤੇ ਰੀਅਲ ਅਤੇ ਇਮੈਜਨਰੀ ਟਰਮਸ ਜਿਹੜੀਆਂ ਉਹ ਵੱਖਰੀਆਂ ਵੱਖਰੀਆਂ ਕਰ ਲਾਂਗੇ ਤਾਂ ਕਿ ਅਸੀਂ ਮੋਡ ਦਾ ਕੰਸੈਪਟ ਅਪਲਾਈ ਕਰ ਸਕੀਏ। ਤਾਂ ਮੈਂ ਇਸ ਨੂੰ ਡਾਇਰੈਕਟ ਲਿਖ ਦਿੰਦਾ ਉਹ ਆਪਣਾ 2 ਆਈਟਾ ਐਕਸ ਵਾਈ ਉੱਧਰ ਪਿੱਛੇ ਚਲਾ ਜਾਵੇਗਾ ਅਤੇ ਮਾਈਨਸ 1 ਜਿਹੜਾ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਦੇ ਨਾਲ ਲੱਗ ਜਾਵੇਗਾ ਤਾਂ ਕਿ ਅਸੀਂ ਰੀਅਲ ਅਤੇ ਇਮੈਜਨਰੀ ਪਾਰਟ ਨੂੰ ਸੈਪਰੇਟ ਕਰ ਲਈਏ। ਅਗਰ ਮੋਡ ਦੀ ਗੱਲ ਕਰੀਏ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਮਾਈਨਸ 1 ਅਤੇ ਨਾਲ ਪਲੱਸ 2 ਆਈਟਾ ਐਕਸ ਵਾਈ ਦੀ ਤਾਂ ਇਹ ਬਰਾਬਰ ਹੈ ਸਕੇਅਰ ਰੂਟ ਆਫ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਮਾਈਨਸ 1 ਦੇ ਹੋਲ ਸਕੇਅਰ ਦੇ ਪਲੱਸ 4 ਐਕਸ ਸਕੇਅਰ ਵਾਈ ਸਕੇਅਰ ਦੇ। ਸਭ ਵੈਲਿਊਜ਼ ਇੱਥੇ ਸਬਸਟੀਟਿਊਟ ਕਰ ਦੂੰਗਾ ਮੈਂ ਰਾਜੇ ਡਾਇਰੈਕਟ ਹੀ। ਤਾਂ ਆਪਣੇ ਕੋਲ ਕਿੰਨਾ ਆ ਗਿਆ ਇਹ ਆ ਗਿਆ ਆਪਣੇ ਕੋਲ ਸਕੇਅਰ ਰੂਟ ਆਫ ਐਕਸ ਸਕੇਅਰ ਮਾਈਨਸ ਵਾਈ ਸਕੇਅਰ ਮਾਈਨਸ 1 ਦਾ ਹੋਲ ਸਕੇਅਰ ਪਲੱਸ 4 ਐਕਸ ਸਕੇਅਰ ਵਾਈ ਸਕੇਅਰ ਦੇ। ਨੈਕਸਟ ਕੀ ਹੈ ਸਾਡੇ ਕੋਲ ਸਕੇਅਰਿੰਗ ਕਰਾਂਗੇ ਜਦੋਂ ਬੋਥ ਸਾਈਡਸ 'ਤੇ ਤਾਂ ਇਹਦਾ ਸਕੇਅਰ ਅਤੇ ਇੱਥੋਂ ਸਕੇਅਰ ਰੂਟ ਕੀ ਹੋ ਜੂ ਕੈਂਸਲ ਆਊਟ ਹੋ ਜੂ। ਅਤੇ ਜਦੋਂ ਰਾਈਟ ਹੈਂਡ ਸਾਈਡ 'ਤੇ ਅਸੀਂ ਸਕੇਅਰ ਫਾਈਂਡ ਆਊਟ ਕਰਾਂਗੇ ਤਾਂ ਉਹ ਰਾਜੇ ਸਾਡੇ ਕੋਲ ਆ ਜਾਊਗਾ ਐਕਸ ਸਕੇਅਰ ਪਲੱਸ ਵਾਈ ਸਕੇਅਰ ਪਲੱਸ 1 ਦਾ ਸਕੇਅਰ ਜੇ ਅਸੀਂ ਕਰਾਂਗੇ ਤਾਂ ਆ ਜੂ ਏ ਸਕੇਅਰ ਪਲੱਸ ਬੀ ਸਕੇਅਰ ਪਲੱਸ ਸੀ ਸਕੇਅਰ ਪਲੱਸ 2 ਏ ਸਕੇਅਰ ਬੀ ਪਲੱਸ 2 2ab ਪਲੱਸ 2bc ਪਲੱਸ 2ca ਦੇ ਬਰਾਬਰ ਹੈ ਨਾ। ਤਾਂ ਇੱਥੋਂ ਸਾਡੇ ਕੋਲ ਜਿਹੜੀ ਵੈਲਿਊ ਆ ਗਈ ਉਹ ਕਿੰਨੀ ਆ ਗਈ ਐਕਸ ਦੀ 4 ਪਲੱਸ ਵਾਈ ਦੀ 4 ਪਲੱਸ 1 ਪਲੱਸ 2 ਐਕਸ ਸਕੇਅਰ ਵਾਈ ਸਕੇਅਰ ਪਲੱਸ 2 ਵਾਈ ਸਕੇਅਰ ਪਲੱਸ 2 ਐਕਸ ਸਕੇਅਰ। ਇਸ ਸਾਈਡ 'ਤੇ ਵੀ ਅਸੀਂ ਅਗਰ ਓਪਨ ਕਰ ਦਾਂਗੇ ਸਕੇਅਰ ਨੂੰ ਤਾਂ ਐਕਸ ਦੀ 4 ਪਲੱਸ ਵਾਈ ਦੀ 4 ਪਲੱਸ 1 ਮਾਈਨਸ 2 ਐਕਸ ਸਕੇਅਰ ਵਾਈ ਮਾਈਨਸ 2 ਐਕਸ ਸਕੇਅਰ ਵਾਈ ਸਕੇਅਰ ਪਲੱਸ 2 ਵਾਈ ਸਕੇਅਰ ਮਾਈਨਸ 2 ਐਕਸ ਸਕੇਅਰ। ਰਾਜੇ ਤੁਸੀਂ ਏ ਪਲੱਸ ਬੀ ਪਲੱਸ ਸੀ ਦੇ ਹੋਲ ਸਕੇਅਰ ਦਾ ਫਾਰਮੂਲਾ ਖੋਲ੍ਹ ਦੇਣਾ ਰਾਈਟ ਹੈਂਡ ਸਾਈਡ 'ਤੇ ਅਤੇ ਏ ਮਾਈਨਸ ਬੀ ਮਾਈਨਸ ਸੀ ਦੇ ਹੋਲ ਸਕੇਅਰ ਦਾ ਫਾਰਮੂਲਾ ਖੋਲ੍ਹ ਦੇਣਾ। ਉਹ ਵੈਲਿਊ ਤੁਸੀਂ ਆਪਣੇ ਆਪ ਹੁਣ ਲਿਖ ਰਹੇ ਹਾਂ। ਇਹ ਜਸਟ ਕੀ ਹੈ ਆਪਣੇ ਕੋਲ ਕੈਲਕੂਲੇਸ਼ਨ ਦਾ ਸਮ ਹੈ ਜਿਸ ਦੇ ਵਿੱਚ ਕੈਲਕੂਲੇਸ਼ਨ ਸਾਡੀ ਜਿਹੜੀ ਪਰਖੀ ਗਈ ਹੈ ਕਿਉਂਕਿ ਹਰ ਆਸਪੈਕਟ ਪਰਖਿਆ ਜਾਂਦਾ ਕਿ ਸਾਨੂੰ ਕੈਲਕੂਲੇਸ਼ਨ ਜਿਹੜੀ ਹੈ ਕਿਵੇਂ ਕਰਾਂਗੇ ਕਿਉਂਕਿ ਕੁਝ ਬੱਚੇ ਇੱਥੇ ਹੀ ਛੱਡ ਦੇਣਗੇ ਵੀ ਛੱਡੋ ਇਹ ਕੀ ਕਰਨਾ ਕੁਐਸਚਨ ਤਾਂ ਫਰੀ ਦੇ ਨੰਬਰ ਨੇ। ਤਾਂ ਐਕਸ ਦੀ 4 ਪਲੱਸ ਵਾਈ ਦੀ 4 ਪਲੱਸ 1 ਪਲੱਸ 2 ਐਕਸ ਸਕੇਅਰ ਵਾਈ ਸਕੇਅਰ ਪਲੱਸ 2 ਵਾਈ ਸਕੇਅਰ ਅਤੇ ਪਲੱਸ 2 ਐਕਸ ਸਕੇਅਰ ਹੈ ਨਾ ਜੀ। ਹੁਣ ਇੱਥੋਂ ਆਪਣੇ ਕੋਲ ਕੀ ਕੈਂਸਲ ਹੋ ਰਿਹਾ ਸਭ ਤੋਂ ਪਹਿਲਾਂ ਦੇਖੀਏ x4 y4 ਕੈਂਸਲ ਹੋ ਗਿਆ ਠੀਕ ਹੈ। ਉਸ ਤੋਂ ਬਾਅਦ ਗੱਲ ਕਰੀਏ 1 ਦੀ ਤਾਂ 1 ਕੈਂਸਲ ਆਊਟ ਹੋ ਗਿਆ 1 ਕੈਂਸਲ ਆਊਟ ਹੋ ਗਿਆ। ਫਿਰ ਸਾਡੇ ਕੋਲ ਕੀ ਬਚਿਆ ਮਾਈਨਸ 2 ਐਕਸ ਸਕੇਅਰ ਵਾਈ ਸਕੇਅਰ ਅਤੇ 4 ਐਕਸ ਸਕੇਅਰ ਵਾਈ ਸਕੇਅਰ। ਜਦੋਂ ਇਹਨਾਂ ਨੂੰ ਮਾਈਨਸ ਕੀਤਾ ਤਾਂ ਆਪਣੇ ਕੋਲ ਬਚ ਜੂਗਾ ਇੱਥੇ
प्लस 2x² y² क्योंकि 4 चों -2 किया तो +2 ही बचूगा। नैक्सट साढ़े को इधर की बचा रहे 2x² y² प्लस 2y² तो प्लस 2x²। हूँ 2x² y² तो कैंसल आउट हो गया, 2y² भी कैंसल आउट हो गया, तो -2x² बराबर है 2x² दे। इंप्लाइज दैट 4x² बराबर है 0 दे, x² बराबर है 0 दे, तो x बराबर आ गया 0 दे आ गया। x 0 के बराबर आ गया, इस गल का की मतलब निकलता इत्थे। x 0 का की मतलब आ गया, x 0 का मतलब आ गया अपने कोल y एक्सिस है, अपने कोल x एक्सिस है। y एक्सिस नूं असी की कह सकते हैं, असी कह सकते हैं x = 0 स्ट्रेट लाइन। तो x जो 0 है तो मतलब वो y एक्सिस नूं रिप्रजेंट कर रहा है, तो आर्कन प्लेन दे विच y एक्सिस अपने कोल की हुंदी है, इमैजिनरी एक्सिस। तो 10th का आंसर की आ गया, बी ऑप्शन आ गया। 11th क्वेश्चन जिहड़ा मैनूं उम्मीद है कि बहुत बच्चों ने गलत किया होना है। 11th क्वेश्चन कहते हैं विच ऑफ द फॉलोइंग इज़ रियल। रियल की है, पहला की है कहता रियल पार्ट ऑफ कंपलैक्स नंबर इज़ रियल, वाह जी वाह। सैकेंड कहता जी इमैजिनरी पार्ट ऑफ कंपलैक्स नंबर इज़ रियल। सानू पता है x + i साडे कोल की हुंदा कंपलैक्स नंबर, तो असी ये भी कहा सी भी x ते y दोने किनू बिलोंग करते हैं, रियल नू बिलोंग करते हैं। ठीक है जी, साडे कोल आ रियल पार्ट है, ये अपने कोल इमैजिनरी पार्ट है। इमैजिनरी पार्ट दे विच साडे कोल गल हो रही है y दी, क्योंकि असी जदों इस नूं कंपेयर भी करना होवे तो रियल पार्ट असी किस नूं लैंदे x नूं, इमैजिनरी पार्ट साडे कोल किन्ना हुंदा y नूं। असी इत्थे आयटा y नहीं लैंदे, गलती नाल भी इस चीज़ नूं जे आपदे दिमाग दे विच नहीं बिठा लेना। जदों असी किसी भी कंपलैक्स नंबर दे रियल ते इमैजिनरी पार्ट नूं लिखदे हैं ना, तो उस इमैजिनरी पार्ट नूं लिखण टाइम आयटा असी लिखदे नहीं। सपोज साडे कोल z = x + i कंपलैक्स नंबर है, तो x y दोने की ने रियल ने, तो असी जे करिए भी इस कंपलैक्स नंबर का रियल पार्ट कितना है तो असी कहांगे x, तो जे असी कि इमैजिनरी पार्ट कितना है तो असी कहांगे y, ना कि आयटा y। तो x भी रियल है तो y भी रियल है, तो अपने कोल दोने ही रियल ने, ए ते बी। तो 11th क्वेश्चन जो तुसी ये गलती नहीं करनी। कई बच्चे की करनगे ए नूं टिक करे आउणगे भी साडे कोल तां सिर्फ रियल पार्ट ही रियल है। नहीं जी नहीं, तुहाडे सामने है रियल पार्ट x है तो इमैजिनरी पार्ट y है, तो दोने की ने रियल ने। ठीक है जी, तो यही पूछा गया सी, तो आंसर आऊगा बोथ ए एंड बी। नैक्सट है साढ़े कोल 12th क्वेश्चन। 12th क्वेश्चन च क्या गया, कहते द नंबर ऑफ कंपलैक्स नंबर विद मॉडलस 0। बहुत कराते जी क्वेश्चन जिहदे विच मॉडलस 0 होवे, वो किन्ने कंपलैक्स नंबर ने, साढ़े कोल एक ही कंपलैक्स नंबर है जिहदे विच मॉडलस जिहड़ा अपने कोल 0 हो सकता है। नैक्सट है जी साढ़े कोल 13 क्वेश्चन, कहते द डिस्टेंस बिटवीन कंपलैक्स नंबर दिस एंड दिस। टैलीग्राम चैनल पर भी मैं क्वेश्चन पाया सी जिस मैं पूछा सी कि डिस्टेंस बिटवीन कंपलैक्स नंबर सपोज पी, पता नहीं क्यों मैं इदा का कुछ यूज़ किया सी वर्ड। तो जो मैं टैलीग्राम पर क्विज़ पाया सी तो बहुत सारे बच्चों ने जो गलत ऑप्शन भी टिक की हुई सी, जबकि मैं लैक्चर के साफ साफ दसिया सी कि द डिस्टेंस बिटवीन टू कंपलैक्स नंबर इज़ मॉड ऑफ Z1 माइनस मॉड ऑफ Z2। मॉड अगर फाइंड आउट कर लीए Z1 माइनस Z2 का, तो साढ़े को की आ जाता डिस्टेंस बिटवीन आ जाता 2 कंपलैक्स नंबर। इस केस के साढ़े को Z1 की वैल्यू 2 + 9 आयटा दे रखी है, तो Z2 की वैल्यू दे रखी है -2 + 6 आयटा। तो असी की करना है Z1 माइनस Z2 फाइंड आउट करना है। जो असी फाइंड आउट करांगे Z1 माइनस Z2, तो अपने को आज 2 + 9 आयटा प्लस 2 - 6 आयटा, तो आ गया जी अपने को 4, 2 + 2 4, 9 चो 6 कटे अपने को बचा 3 आयटा। जो असी डिस्टेंस फाइंड आउट करना है तो असी फाइंड आउट करांगे मॉडुलस Z1 माइनस Z2 का, तो बराबर आजू 4 + 3 आयटा के मॉडुलस दे, तो आंसर कितना आ गया 16 + 9 तो 5 जोड़ा अपने को आंसर आ गया डिस्टेंस इन्होंने दोनों विच। तो बड़े ईजी क्वेश्चन ने जे सूँ प्रॉपर्टीज़ याद ने। तो नैक्सट साढ़े को 14th क्वेश्चन, आर्गूमेंट ऑफ कंपलैक्स नंबर 1/2 - 2/आयटा। ये क्वेश्चन देखने दे विच बड़ा अतरंगी जिहा लगता है, लेकिन इस क्वेश्चन नूं रजे गलतियां भी काफ़ी कर जाने इनू करन दे विच, तां इनू ध्यान नाल जिहड़ा करना है। 14 क्वेश्चन दे विच सानू जिहड़ी कंपलैक्स नंबर दे रखिया वो दे रखिया आयटा/2 - 2/आयटा। 14 क्वेश्चन दे विच जे तुसीं कंपलैक्स नंबर की शक्ल नूं ध्यान नाल देखो तो रजे सूँ जिहड़ी ये शक्ल थोड़ी जी गड़बड़ाहट लग रही होगी। ਤੁਹਾਨੂੰ नज़र आ रहा है कि साढ़े को आयटा डिनोमीनेटर च लिखा होया, तो यही स्टैंडर्ड फॉर्म दे विच नहीं है। सब तो पहला स्टैंडर्ड फॉर्म च बनाना है। साढ़े को इत्थे आह टर्म लिख रखी है 2/आयटा
मतलब कि आयटा ਜਿਹੜਾ ਹੈ ਉਹ डिनोमिनेटर ਦੇ ਵਿੱਚ ਹੈ। ਅਤੇ ਮੈਂ ਬਹੁਤ ਵਾਰ ਇਹ ਕਰਾ ਦਿੱਤਾ ਫਾਰਮੂਲਾ ਕਿ 1 ਪॉइंट ਆਇਟਾ ਨੂੰ ਅਸੀਂ ਲਿਖ ਸਕਦੇ ਹਾਂ ਮਾਈਨਸ ਆਇਟਾ। ਰਾਜੇ ਕੁਝ ਕੁ ਚੀਜ਼ਾਂ ਦੇ ਵਿੱਚ ਨਾ ਤੁਹਾਨੂੰ ਸ਼ਾਰਟਕਟ ਜਿਹੜੇ ਯਾਦ ਰੱਖਣੇ ਪੈਣਗੇ, ਉਹ ਉਦੋਂ ਯਾਦ ਹੋਣਗੇ ਜਦੋਂ ਤੁਸੀਂ ਕੁਐਸਚਨਸ ਨੂੰ ਆਪਦੇ ਹੱਥ ਨਾਲ ਕਰੋਗੇ। ਤਾਂ 1 ਬਾਏ ਆਇਟਾ ਨੂੰ ਅਸੀਂ ਲਿਖ ਸਕਦੇ ਹਾਂ ਮਾਈਨਸ ਆਇਟਾ। ਆਇਟਾ ਕਿਊਬ ਨੂੰ ਅਸੀਂ ਕੀ ਲਿਖ ਸਕਦੇ ਹਾਂ, ਉਸ ਨੂੰ ਵੀ ਲਿਖ ਸਕਦੇ ਹਾਂ ਮਾਈਨਸ ਆਇਟਾ। ਤਾਂ ਇਹ ਜਿਹੜੀਆਂ ਟਰਮਸ ਨੇ ਇਹਨਾਂ ਨੂੰ ਯਾਦ ਰੱਖਣਾ। ਤਾਂ ਹੁਣ ਗੱਲ ਕਰੀਏ ਸੋਲਿਊਸ਼ਨ ਦੀ, ਤਾਂ ਸੋਲਿਊਸ਼ਨ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਦੇ ਰੱਖਿਆ ਆਇਟਾ ਅਪੋਨ 2 ਮਾਈਨਸ 2 ਅਪੋਨ ਆਇਟਾ। ਤਾਂ ਮੈਂ ਇੱਥੋਂ ਇਹਨੂੰ ਲਿਖੂੰਗਾ 2 ਅਪੋਨ ਆਇਟਾ ਨੂੰ ਮੈਂ ਲਿਖੂੰਗਾ ਮਾਈਨਸ 2 ਮਾਈਨਸ ਆਇਟਾ, ਕਿਉਂਕਿ 1 ਅਪੋਨ ਆਇਟਾ ਬਰਾਬਰ ਹੈ ਮਾਈਨਸ ਆਇਟਾ ਦੇ। ਨੈਕਸਟ ਸਾਡੇ ਕੋਲ ਆ ਗਿਆ ਆਇਟਾ ਅਪੋਨ 2 प्लस 2 आयटा। एलसीएम ले लाँगे तो अपने को आयटा प्लस 4 आयटा बाय 2 हो गया। तो आ गया जी 5 आयटा बाय 2। इनू असी सिंपलीफाई किया हजे, क्वेश्चन में तो देखा ही नहीं असी तो क्या जी असी पहला ना स्टैंडर्ड फॉर्म बना लीए रीजनल। हुण असी फाइंड की करना है आर्ग्यूमेंट। लो जी 1 सेकंड का काम है, जिन्हों नहीं पता लग्या हजे भी आर्ग्यूमेंट फाइंड हो चुकिया है और अजे जिहड़ा उन्होंने आर्ग्यूमेंट का जिहड़ा लैक्चर है दोबारा सुनना पैना, क्योंकि सानू पता है जदों आर्ग्यूमेंट फाइंड आउट करते हैं तो एक्स एक्सिस की गल करिए, जे अगर साडा पॉइंट इत्थे लाई कर रहा सपोज 3 है तो आर्ग्यूमेंट ऑफ जिहड़ा 3 है वो बराबर हुंदा है साडे कोल 0 डिग्री दे। जे अगर गल करिए आर्ग्यूमेंट ऑफ 3 आयटा की जिहड़ा वाई एक्सिस ते लाई करता है तो वह आर्ग्यूमेंट साडे कोल हुंदा है 3 आयटा का हुंदा है 90 डिग्री दे। तो जे असी गल करिए माइनस एक्स एक्सिस की आर्ग्यूमेंट फाइंड आउट करना, सपोज माइनस एक्स एक्सिस है तो माइनस 3 का आर्ग्यूमेंट जे फाइंड आउट करना है तो साडे कोल उहदी वैल्यू हुंदी है 180 डिग्री। ये सारियां टर्म्स जिहड़ियां ने मैं डिस्कस करियां ने पूरियां डिटेल दे विच। तां तुसीं इत्थे जदों सानूं आर्ग्यूमेंट ऑफ 5 आयटा बाय 2 कढण लई कहा गया सी तो उत्थे सानूं समझ आना चाहिए सी कि इमैजिनरी एक्सिस ते आर्ग्यूमेंट कढ़न की गल की गई है। हुण 5 बाय 2 लिख रखिया, कई बच्चे कहेंगे जी इत्थे तो 5 बाय 2 है, तो तुसीं की कर सकते हो 5 आयटा बाय 2 नूं जिहड़ा रीज दे नाल आर्ग्यूमेंट का फार्मूला लगा के आर्ग्यूमेंट ऑफ 5 आयटा बाय 2 का फार्मूला की होगा, वो होगा tan इनवर्स वाई अपॉन एक्स आ गया। ठीक है, इत्थे वाई की वैल्यू कितनी है, वाई की वैल्यू अपने को हैगी 5 अपॉन 2, एक्स कितना 0 कितना आ गया जी tan इनवर्स तो 1.0 कितना आ गया इनफिनिटी कितना आ गया 90 डिग्री। तर जे तुसी इन्ना मत्था मारन की बजाय थोनू पता है कि जदों साडे कोल टर्म जिहड़ी आ वो इमैजिनरी एक्सिस ते आ गई तो सानू उहदा आर्ग्यूमेंट कढ़न लई कह दिता जाए तो आर्ग्यूमेंट इमैजिनरी एक्सिस ते बराबर हुंदा है 90 डिग्री दे। 5 आयटा बाय 2 वाई एक्सिस ते इमैजिनरी एक्सिस ते लाई करदा है, तो आर्ग्यूमेंट कितना आ गया 5 आयटा बाय 2 का। मैं नैक्सट लाइन च लिखदा तो आर्ग्यूमेंट ऑफ 5 आयटा बाय 2 या फिर आर्ग्यूमेंट ऑफ आयटा बाय 2 माइनस 2 बाय आयटा साढ़े को आ गया पाई बाय 2 दे इक्वल। तो डी ऑप्शन करैक्ट है। नैक्सट साढ़े कोल की है, नैक्सट क्वेश्चन रजे साढ़े कोल दे रखा है प्रॉपर्टी। प्रॉपर्टियां पढ़ाइयां सी मैं सूँ कि किस तरह तुसी आर्ग्यूमेंट ऑफ ई दी पावर जैड लिखना है, किस तरह तुसी रियल पार्ट ऑफ ई दी जैड लिखना है डायरैक्ट, किस तरह तुसी इमैजिनरी पार्ट ऑफ ई दी जैड लिखना है, फिर उस तो बाद ई दी जैड का मॉडुलस किस दे बराबर है। ये सारियां टर्म्स तुहानूं मैं डायरैक्ट याद करवाइयां सी ते डिटेल दे विच भी करवाइयां सी। किस दे विच कीतियां सी आपां, ये जदों आपां फाइंड आउट कीता सीगा ट्रांसडेंटल फंक्शन, उसदों आपां सारे डिटेल दे विच कीते सीगे। तो सब तो पहले जिहड़ियां साडे कोल चारे वैल्यूज़ ने इन्हां नूं एक बार देख लैंदे आं, एक्सप्लेन कर दिंदा मैं। उस तो बाद तुसीं इन्हां दी डायरैक्ट जिहड़ी है फॉर्म याद रखनी है, डायरैक्ट असीं इन्हां दे शॉर्टकट याद रखने हैं। अगर इन्हां नूं इहो ਜਿਹੇ क्वेश्चनस नूं अगर तुसीं सॉल्व करन बैठ गए उत्थे एग्जाम दे विच तां रजे तुहाडा टाइम जिहड़ा फालतू दा वेस्ट हो रहा, तुसीं उत्थे दा मतलब टाइम अपना दे रहे हो भी हाँ जी खत्म मैं तो खत्म करवा रहा। इदां दे क्वेश्चनों च टाइम वेस्ट नहीं करना। जदों चाहे तुहानूं आर्ग्यूमेंट पता करने लई कह सकते हैं ई दी पावर समथिंग दा, ई दी पावर जैड कह लो 4+3 आयट अपने को कंपलैक्स नंबर ही है। तुहानूं आर्ग्यूमेंट पता करने लई कह सकते हैं, तुहानूं रियल पार्ट पता करने लई कह सकते हैं, तुहानूं कह सकते इमैजिनरी पार्ट पता करो, तुहानूं कह सकते हैं इहदा मॉडुलस पता करो, एवें भी कह सकते सी कि इहदा मॉडुलस पता करो। तो उन्हां सारे ही केस दे विच जिहड़ा साडे कोल शॉर्टकट पता होना जरूरी है। शॉर्टकट भी असीं इस तरह नहीं बनाया कि तुहानूं दस्सिया नहीं, शॉर्टकट भी तुहानूं ड्राइव करा के बनाया सी। मैनूं तुहानूं पता ई दी पावर जैड नूं असीं लिख सकते हैं ई दी पावर एक्स इंटू ई दी पावर आयटा वाई
ਇਹ ਡਾਇਰੈਕਟ ਲਿਖ ਰਿਹਾ ਰਾਜੇ, ਹੁਣ ਆਲਰੇਡੀ ਬਾਰ-ਬਾਰ ਡਿਸਕਸ ਜਿਹੜਾ ਕਰ ਨਹੀਂ ਸਕਦੇ, ਤਾਂ ਸਾਡੇ ਕੋਲ ਆਜੂ e ਦੀ ਪਾਵਰ x cos y ਪਲੱਸ ਆਇਟਾ e ਦੀ ਪਾਵਰ x sin y। ਇਹ ਸਾਡੇ ਕੋਲ e ਦੀ z ਜਿਹੜੀ ਆ ਗਿਆ ਸੀ। ਹੁਣ ਇੱਥੋਂ ਸਭ ਤੋਂ ਪਹਿਲਾਂ ਸਾਨੂੰ ਕਹਿੰਦੇ ਆਰਗੂਮੈਂਟ ਕੱਢੋ, ਤਾਂ ਆਰਗੂਮੈਂਟ ਆਫ e ਦੀ ਪਾਵਰ z ਕਾਹਦੇ ਬਰਾਬਰ ਹੁੰਦਾ ਹੈ? ਉਹ ਹੁੰਦਾ ਹੈ tan ਇਨਵਰਸ y ਅਪੋਨ x ਦੇ ਮੋਡੂਲਸ 'ਤੇ। ਜੇ ਤੁਸੀਂ ਇੱਥੇ tan ਇਨਵਰਸ y ਅਪੋਨ x ਫਾਈਂਡ ਆਊਟ ਕਰੋਗੇ ਤਾਂ ਇਹ ਆਜੂ tan ਇਨਵਰਸ y ਕਿੰਨਾ ਹੈ? sin y, ਤੇ x ਕਿੰਨਾ ਹੈ? cos y। e ਦੀ ਪਾਵਰ x e ਦੀ ਪਾਵਰ x ਕੈਂਸਲ ਆਊਟ ਹੋ ਗਈ। ਕਿੰਨਾ ਆ ਗਿਆ ਸਾਡੇ ਕੋਲ? tan ਬਣ ਗਿਆ। cos sin ਅਪੋਨ cos ਕਿੰਨਾ ਆ ਗਿਆ ਆਪਣੇ ਕੋਲ? tan y, ਤੇ ਆਨਸਰ ਕਿੰਨਾ ਆ ਗਿਆ? y। ਤਾਂ ਜਦੋਂ ਵੀ ਸਾਨੂੰ ਕਹਿ ਦੇਣ ਕਿ ਆਰਗੂਮੈਂਟ ਆਫ e ਦੀ ਪਾਵਰ z ਪਤਾ ਕਰੋ, ਤਾਂ ਤੁਸੀਂ ਜੋ y ਦੀ ਵੈਲਿਊ ਹੈ ਇਸ ਕੰਪਲੈਕਸ ਨੰਬਰ ਦੇ ਵਿੱਚ ਜੋ y ਦੀ ਵੈਲਿਊ ਹੈ ਉਹੀ ਆਪਣਾ ਆਨਸਰ ਹੈ। ਤਾਂ ਹੁਣ ਇਸ ਸ਼ਾਰਟਕਟ ਦੇ ਅਕੋਰਡਿੰਗ ਸਾਡਾ ਆਨਸਰ ਕਿੰਨਾ ਆਊਗਾ ਇਸ ਜਿਹੜੀ ਇਕੁਏਸ਼ਨ ਦਾ? ਉਹ ਆਊਗਾ b। ਤਾਂ ਕੀ ਕਾਹਦੇ ਇਕੁਅਲ ਹੈ? e ਦੀ ਪਾਵਰ 4 ਪਲੱਸ 3 ਆਇਟਾ ਕਿਹਦੇ ਇਕੁਅਲ ਹੈ? 3 ਦੇ ਇਕੁਅਲ ਹੈ। ਕਿਉਂਕਿ ਹੁਣ ਦੇਖੋ ਤੁਸੀਂ, ਜੇ ਸਾਨੂੰ ਆਹ ਸ਼ਾਰਟਕਟ ਪਤਾ ਸੀਗਾ ਤਾਂ ਕਿੰਨੇ ਸੈਕਿੰਡ ਲੱਗੇ ਸਾਨੂੰ ਕਰਨ 'ਚ? 1 ਸੈਕਿੰਡ ਵੀ ਨਹੀਂ ਲੱਗਿਆ, ਹੈ ਨਾ। ਅਸੀਂ ਫਰੈਕਸ਼ਨ ਆਫ ਸੈਕਿੰਡਸ ਦੇ ਵਿੱਚ ਦੱਸਤਾ ਕਿ ਹਾਂ ਵੀ ਇਹਦਾ ਆਨਸਰ ਤਾਂ 3 ਹੈ, ਅਤੇ ਸਾਨੂੰ ਨਾ ਤਾਂ ਪੈਨ ਚੱਕਣਾ ਪਿਆ ਨਾ ਸਾਨੂੰ ਸੋਲਵ ਕਰਨਾ ਪਿਆ। ਸਿੰਪਲ ਜੀ ਗੱਲ ਹੈ ਰਾਜੇ, ਸ਼ਾਰਟਕਟ ਯਾਦ ਰੱਖਣੇ ਤਾਂ ਈਜ਼ੀ ਹੈ ਜੇ ਤੁਸੀਂ ਉਹਨਾਂ ਨੂੰ ਪ੍ਰੈਕਟਿਸ ਕਰੋਗੇ। ਇਹ ਤਾਂ ਆਪਣੇ ਕੋਲ ਆਰਗੂਮੈਂਟ ਫਾਈਂਡ ਆਊਟ ਕਰ ਲਿਆ। ਹੁਣ ਨੈਕਸਟ ਆਪਾਂ ਕਿਹਦਾ ਸ਼ਾਰਟਕਟ ਫਾਈਂਡ ਆਊਟ ਕਰਨਾ ਹੈ? ਜਦ ਕਿ ਇਹ ਸਾਰਾ ਟਰਾਂਸਡੈਂਟਲ ਫੰਕਸ਼ਨਸ ਦੇ ਵਿੱਚ ਅਸੀਂ ਕੀਤਾ ਹੈ। ਰੀਅਲ ਪਾਰਟ ਪਤਾ ਕਰਨਾ ਹੈ e ਦੀ ਪਾਵਰ z ਦਾ, ਤਾਂ ਰੀਅਲ ਪਾਰਟ ਕੀ ਹੈ? e ਦੀ ਪਾਵਰ x cos y, ਅਤੇ ਇਮੈਜਨਰੀ ਪਾਰਟ ਸਾਡੇ ਕੋਲ e ਦੀ ਪਾਵਰ z ਦਾ ਕਿੰਨਾ ਹੈ? ਉਹ ਸਾਡੇ ਕੋਲ ਹੈਗਾ e ਦੀ ਪਾਵਰ x sin y। ਅਤੇ ਲਾਸਟ 'ਤੇ ਸਾਨੂੰ ਕਿਹਾ ਹੈ ਵੀ ਮੋਡੂਲਸ ਪਤਾ ਕਰੋ e ਦੀ ਪਾਵਰ z ਦਾ। ਮੋਡੂਲਸ ਬਰਾਬਰ ਹੁੰਦਾ ਸਕੁਏਅਰ ਰੂਟ ਆਫ ਰੀਅਲ ਪਾਰਟ ਦਾ ਸਕੁਏਅਰ e ਦੀ ਪਾਵਰ x ਇੰਟੂ cos y ਦਾ ਹੋਲ ਸਕੁਏਅਰ ਪਲੱਸ ਇਮੈਜਨਰੀ ਪਾਰਟ ਦਾ ਸਕੁਏਅਰ। ਇਮੈਜਨਰੀ ਪਾਰਟ ਕਿੰਨਾ? e ਦੀ ਪਾਵਰ x sin y ਦਾ ਹੋਲ ਸਕੁਏਅਰ। ਕਿੰਨਾ ਆ ਗਿਆ ਜੀ ਆਪਣੇ ਕੋਲ? e ਦੀ ਪਾਵਰ 2x cos ਸਕੁਏਅਰ y ਪਲੱਸ e ਦੀ ਪਾਵਰ 2x sin ਸਕੁਏਅਰ y। ਆਨਸਰ ਕਿੰਨਾ ਆ ਗਿਆ? e ਦੀ ਪਾਵਰ x। ਜਦੋਂ ਤੁਸੀਂ ਸਕੁਏਅਰ ਰੂਟ ਤੋਂ ਬਾਹਰ ਕੱਢੋਗੇ ਤਾਂ e ਦੀ ਪਾਵਰ x ਸਾਡੇ ਕੋਲ ਕੀ ਆ ਗਿਆ? ਮੋਡੂਲਸ ਆ ਗਿਆ e ਦੀ ਪਾਵਰ x ਮੋਡੂਲਸ ਆ ਗਿਆ ਕਿਸ ਦਾ? e ਦੀ ਪਾਵਰ z ਦਾ। ਹੁਣ ਜੇ ਤੁਹਾਨੂੰ ਇੱਥੇ ਕਹਿ ਦਿੰਦੇ ਕਿ ਮੋਡੂਲਸ ਪਤਾ ਕਰੋ e ਦੀ ਪਾਵਰ 4 ਪਲੱਸ 3 ਆਇਟਾ ਦਾ ਮੋਡੂਲਸ ਪਤਾ ਕਰੋ, ਤਾਂ ਅਸੀਂ ਇਹਨੂੰ ਸੋਲਵ ਕਰਨ ਦੀ ਬਜਾਏ ਸਾਰੇ ਦੇ ਸਾਰੇ ਕੁਐਸਚਨ ਨੂੰ ਕੀ ਲਿਖ ਦਿੰਦੇ? e ਦੀ ਪਾਵਰ 4 ਆਨਸਰ ਲਿਖ ਦਿੰਦੇ। ਤਾਂ ਇਸ ਤਰ੍ਹਾਂ ਜੀ ਤੁਸੀਂ ਜਿਹੜਾ ਹੈ ਇਹਨਾਂ ਸ਼ਾਰਟਕਟਸ ਨੂੰ ਧਿਆਨ ਰੱਖਣਾ ਹੈ। ਨੈਕਸਟ ਟਾਈਮ ਤੋਂ ਜਦੋਂ ਵੀ ਤੁਸੀਂ ਕੁਐਸਚਨ ਕਰੋ ਤਾਂ ਪਹਿਲਾਂ ਸਭ ਤੋਂ ਪਹਿਲਾਂ ਪ੍ਰੋਪਰਟੀਜ਼, ਸ਼ਾਰਟਕਟ, ਇਹ ਸਾਰੀਆਂ ਵੈਲਿਊਜ਼ ਨੂੰ ਜਿਹੜਾ ਯਾਦ ਕਰਕੇ ਵਾਰੀ ਲਿਖ ਕੇ ਪ੍ਰੈਕਟਿਸ ਕਰਕੇ ਫਿਰ ਕੁਐਸਚਨ ਅਟੈਂਪਟ ਕਰਨੇ ਨੇ। ਤਾਂ ਸਾਡਾ 15th ਕੁਐਸਚਨ ਦਾ ਆਨਸਰ ਕੀ ਆ ਗਿਆ? ਉਹ ਆ ਗਿਆ B3 ਆ ਗਿਆ। ਨੈਕਸਟ ਸਾਡੇ ਕੋਲ ਕਿਹੜਾ ਕੁਐਸਚਨ ਹੈ? ਨੈਕਸਟ ਸਾਡੇ ਕੋਲ ਕੁਐਸਚਨ ਹੈ ਜੀ 16th ਕੁਐਸਚਨ ਦੇ ਵਿੱਚ ਸਾਨੂੰ ਕਿਹਾ ਗਿਆ, ਕਹਿੰਦੇ ਵੈਲਿਊ ਪਤਾ ਕਰਨੀ ਹੈ e ਦੀ ਆਇਟਾ ਦੀ ਪਾਵਰ ਮਾਈਨਸ ਆਇਟਾ ਦੀ। ਇਸ ਕੁਐਸਚਨ ਦੇ ਵਿੱਚ ਨਾ ਐਕਚੁਅਲੀ ਮੈਨੂੰ ਲੱਗਦਾ ਹੈ ਕਿ ਜਿਹੜੀ ਆਪਸ਼ਨ ਆ ਉਹ ਗਲਤ ਪੈ ਗਈ ਸੀ। ਕਾਫੀ ਕੁਐਸਚਨ ਨੇ ਮੈਨੂੰ ਲੱਗਦਾ ਜਿਨ੍ਹਾਂ ਵਿੱਚ ਆਪਸ਼ਨਸ ਮੈਂ ਗਲਤ ਪਾ ਦਿੱਤੀਆਂ, ਹੜਬੜੀ ਦੇ ਵਿੱਚ ਮੈਨੂੰ ਲੱਗਦਾ ਇਹ ਗਲਤ ਟਾਈਪ ਹੋ ਗਿਆ ਮੇਰੇ ਤੋਂ। ਔਰ ਕੁਛ ਇਹੋ ਜਿਹੇ ਕੁਐਸਚਨ ਨੇ ਜੋ ਰਿਪੀਟ ਵੀ ਹੋਏ ਨੇ, ਤਾਂ ਉਹਨਾਂ ਨੂੰ ਵੀ ਅਸੀਂ ਦੇਖ ਲਾਂਗੇ। ਰਿਪੀਟ ਹੋਏ ਨੇ ਤਾਂ ਤੁਹਾਡੇ ਲਈ ਵਧੀਆ ਹੀ ਹੈ ਕਿ ਤੁਹਾਨੂੰ ਦੋ ਵਾਰ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ। ਇੱਦਾਂ ਨਹੀਂ ਹੈ ਕਿ ਕੁਐਸਚਨ ਹੋਰ ਨਹੀਂ ਹੈਗੇ ਰਾਜੇ, ਤਕਰੀਬਨ 60 ਤੋਂ ਲੈ ਕੇ 65 ਤੱਕ ਕੁਐਸਚਨ ਮੇਰੇ ਕੋਲ ਆਲਰੇਡੀ ਹੋਰ ਪਏ ਨੇ। ਲੇਕਿਨ ਦਿੱਕਤ ਕੀ ਹੈ, ਉਹਨਾਂ ਕੁਐਸਚਨਸ ਨੂੰ ਜਿਹੜੇ ਜੇ ਮੈਂ 150 ਕੁਐਸਚਨਸ ਨੂੰ ਅਗਰ ਮੈਂ ਟੈਸਟ ਦੇ ਵਿੱਚ ਪਾ ਦਿੰਦਾ ਤਾਂ 150 ਕੁਐਸਚਨ ਜਿਹੜਾ ਥੋੜ੍ਹਾ ਜ਼ਿਆਦਾ ਹੋ ਜਾਂਦੇ। ਇਸੇ ਕਰਕੇ ਮੈਂ ਕੁਐਸਚਨ ਦੀ ਕੁਆਂਟੀਟੀ ਨੂੰ ਘਟਾ ਕੇ 100 ਕੀਤਾ ਸੀਗਾ। ਪਰ ਪ੍ਰੋਬਲਮ ਕੀ ਆ ਗਈ ਕਿ ਮੈਂ ਜਦੋਂ ਇਸ ਨੂੰ ਟਾਈਪ ਕਰ ਰਿਹਾ ਸੀ ਜਾਂ ਤੁਹਾਡੇ ਅਸਾਈਨਮੈਂਟਸ ਦੇ ਵਿੱਚੋਂ ਕੁਐਸਚਨ ਨੂੰ ਚੂਜ਼ ਕਰ ਰਿਹਾ ਸੀ, ਤਾਂ ਉਹ ਦੋ ਵਾਰ ਕੁਐਸਚਨ ਜਿਹੜੇ ਨੇ ਮੇਰੇ ਤੋਂ ਪੈ ਗਏ ਨੇ। ਤਾਂ ਇਸ ਲਈ ਜੇ ਅਗਰ ਕੋਈ ਕੁਐਸਚਨ ਰਿਪੀਟ ਹੋਇਆ ਤਾਂ ਉਸ ਨੂੰ ਵੀ ਅਸੀਂ ਸੋਲਵ ਕਰ ਲਾਂਗੇ, ਇਟਸ ਓਕੇ। ਪਰ ਜੇ ਤੁਸੀਂ ਇਹ 100 ਕੁਐਸਚਨ ਕਹਿ ਲਈਏ ਜਾਂ ਫਿਰ 80 ਕੁਐਸਚਨ ਕਹਿ ਲਈਏ, ਅਗਰ 10 ਕੁਐਸਚਨ 20 ਕੁਐਸਚਨ ਵੀ ਰਿਪੀਟ ਹੋਏ ਨੇ, ਤਾਂ ਜੇ ਤੁਸੀਂ ਇਹ 80 ਕੁਐਸਚਨ ਵੀ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲਓਗੇ ਤਾਂ ਤੁਹਾਡੀ ਹਰ ਤਰ੍ਹਾਂ ਦੀ ਪ੍ਰੋਪਰਟੀ, ਹਰ ਤਰ੍ਹਾਂ ਦਾ ਤੁਹਾਡਾ ਸਟੈਪ ਜਿਹੜਾ ਉਹ ਰਿਵਾਈਜ਼ ਹੋ ਜਾਏਗਾ। ਨੈਕਸਟ ਆ ਸਾਡੇ ਕੋਲ 16th ਕੁਐਸਚਨ। 16th ਕੁਐਸਚਨ ਕੀ ਆ? ਆਲਰੇਡੀ ਅਸੀਂ ਕੀਤਾ ਸੀ ਆਇਟਾ ਦੀ ਪਾਵਰ ਆਇਟਾ ਵਾਲਾ ਕੁਐਸਚਨ, ਲੇਕਿਨ ਇਸ 'ਚ ਕੀ ਹੈ ਸਾਡੇ ਕੋਲ ਆਇਟਾ ਦੀ ਪਾਵਰ ਕਿੰਨੀ ਦੇ ਰੱਖੀ ਹੈ? ਮਾਈਨਸ ਆਇਟਾ ਦੇ ਰੱਖੀ ਹੈ। ਤਾਂ ਆਇਟਾ ਦੀ ਪਾਵਰ ਮਾਈਨਸ ਆਇਟਾ ਮਤਲਬ ਆਇਟਾ ਦੀ ਪਾਵਰ ਕੰਪਲੈਕਸ ਨੰਬਰ ਦੀ ਫਾਰਮ ਦੇ ਵਿੱਚ ਦੇ ਰੱਖਿਆ। ਤਾਂ ਸਭ ਤੋਂ ਪਹਿਲਾ ਸਟੈਪ ਅਸੀਂ ਉਸ ਕੁਐਸਚਨ 'ਚ ਕੀ ਕੀਤਾ ਸੀ? ਅਸੀਂ ਕਿਹਾ ਸੀ ਕਿ ਸਭ ਤੋਂ ਪਹਿਲਾਂ ਮੰਨ ਲੈਣਾ ਆਇਟਾ ਦੀ ਪਾਵਰ ਮਾਈਨਸ ਆਇਟਾ ਨੂੰ y ਦੇ ਇਕੁਅਲ, ਫਿਰ ਲੌਗ ਲੈ ਕੇ ਆਇਟਾ ਮਾਈਨਸ ਪਾਵਰ ਮੂਹਰੇ ਆ ਜਾਏਗੀ ਅਤੇ ਲੌਗ ਆਇਟਾ ਇਜ਼ ਇਕੁਅਲ ਟੂ ਬਰਾਬਰ ਆ ਜਾਏਗਾ ਲੌਗ y ਦੇ। ਉਸ ਤੋਂ ਲੌਗ ਆਇਟਾ ਦੀ ਵੈਲਿਊ ਜਿਹੜੀ ਫਾਈਂਡ ਆਊਟ ਕਰਨੀ ਹੈ ਉਹ ਮੈਂ ਤੁਹਾਨੂੰ ਕਿਹਾ ਸੀ ਯਾਦ ਰੱਖਿਓ। ਲੌਗ ਆਇਟਾ ਦੀ ਵੈਲਿਊ ਸਾਡੇ ਕੋਲ ਹੁੰਦੀ ਹੈ ਆਇਟਾ ਪਾਈ ਬਾਏ
2 ਦੇ ਇਕੁਅਲ। ਇਹ ਡਾਇਰੈਕਟ ਹੁਣ ਸਾਨੂੰ ਪਤਾ ਲੱਗ ਚੁੱਕਿਆ, ਤਾਂ ਡਾਇਰੈਕਟ ਜਿਹੜੀ ਵੈਲਿਊ ਅਸੀਂ ਲਿਖਣੀ ਸਟਾਰਟ ਕਰ ਦਿੱਤੀ। ਤਾਂ ਮਾਈਨਸ ਆਇਟਾ, ਇੱਥੇ ਆਇਟਾ ਦੀ ਪਾਵਰ ਪਾਈ ਬਾਏ 2 ਆ ਗਿਆ, ਕਿੰਨਾ ਆ ਗਿਆ ਲੌਗ y ਆ ਗਿਆ ਇਕੁਅਲ, ਹੈ ਨਾ। ਤਾਂ ਇੱਥੋਂ ਆਇਟਾ ਸਕੇਅਰ ਬਣ ਰਿਹਾ, ਉਹ ਕਿੰਨਾ ਹੁੰਦਾ -1, ਅਤੇ -1 ਨਾਲ ਜਿਹੜਾ ਮੂਹਰੇ ਮਾਈਨਸ ਆ ਉਹ ਕੈਂਸਲ ਆਊਟ ਹੋ ਜੂ, ਤਾਂ ਆਪਣੇ ਕੋਲ ਕੀ ਬਚਿਆ ਪਾਈ ਬਾਏ 2 = log y, ਅਤੇ y ਕਿੰਨਾ ਆ ਗਿਆ e ਦੀ ਪਾਵਰ ਪਾਈ ਬਾਏ 2। ਤਾਂ ਆਨਸਰ ਆਉਣਾ ਸੀ ਸਾਡਾ e ਦੀ ਪਾਵਰ ਪਾਈ ਬਾਏ 2 ਆਉਣਾ ਸੀ, ਲੇਕਿਨ ਡੀ ਆਪਸ਼ਨ ਦੇ ਵਿੱਚ ਮੈਂ ਇੱਥੇ ਗਲਤੀ ਦੇ ਨਾਲ ਜਿਹੜਾ ਹੈ ਉਹ ਮਾਈਨਸ ਲਿਖ ਦਿੱਤਾ। ਸ਼ਾਇਦ ਹੋ ਸਕਦਾ ਇੱਥੇ ਪਲੱਸ ਲਿਖਣਾ ਸੀਗਾ, ਲੇਕਿਨ ਗਲਤੀ ਨਾਲ ਲਿਖ ਦਿੱਤਾ, ਸ਼ਾਇਦ ਹੋ ਸਕਦਾ ਜਲਦਬਾਜ਼ੀ ਦੇ ਵਿੱਚ ਲਿਖਿਆ ਗਿਆ ਹੋਵੇ। ਤਾਂ ਤੁਹਾਡੀ ਡੀ ਆਪਸ਼ਨ ਜਿਹੜੀ ਹੈ ਕਰੈਕਟ ਹੈ ਰਾਜੇ 16ਵੇਂ ਕੁਐਸਚਨ ਦੀ। 17ਵਾਂ ਕੁਐਸਚਨ ਰਾਜੇ ਬਹੁਤ ਈਜ਼ੀ ਹੈ। ਅਸੀਂ ਪੜ੍ਹੀਆਂ ਸੀਗੀਆਂ ਕਿਊਬ ਰੂਟ ਆਫ ਯੂਨਿਟੀ ਦੀਆਂ ਰੂਟਸ ਦੀ ਵੈਲਿਊ ਫਾਈਂਡ ਆਊਟ ਕੀਤੀਆਂ ਸੀਗੀਆਂ, ਜੋ ਅਸੀਂ ਕਿਹਾ ਸੀ x² + x + 1 ਇਕੁਏਸ਼ਨ = 0। ਇਹ ਸਾਡੇ ਕੋਲ ਇਕੁਏਸ਼ਨ ਸੀਗੀ ਕੁਆਡਰੇਟਿਕ ਇਕੁਏਸ਼ਨ, ਜਿਸ ਦੇ ਰੂਟ ਫਾਈਂਡ ਆਊਟ ਕੀਤੇ ਸੀ ਅਸੀਂ ਓਮੇਗਾ ਅਤੇ ਓਮੇਗਾ ਸਕੇਅਰ। ਓਮੇਗਾ ਦੀ ਵੈਲਿਊ ਅਸੀਂ ਕਿਹਾ ਸੀਗਾ ਕਿ -1 + √3 ਆਇਟਾ ਬਾਏ 2 ਦੇ ਬਰਾਬਰ ਹੁੰਦੀ ਹੈ। ਓਮੇਗਾ ਸਕੇਅਰ ਦੀ ਵੈਲਿਊ ਬਰਾਬਰ ਹੁੰਦੀ ਹੈ -1 - √3 ਆਇਟਾ ਬਾਏ 2 ਦੇ ਇਕੁਅਲ ਹੁੰਦੀ ਹੈ। ਇਹ ਸਾਰੀਆਂ ਗੱਲਾਂ ਅਸੀਂ ਡਿਸਕਸ ਕੀਤੀਆਂ ਸੀਗੀਆਂ। ਹੁਣ ਇਸ ਕੁਐਸਚਨ ਦੇ ਵਿੱਚ ਤੁਹਾਨੂੰ ਡਾਇਰੈਕਟ ਓਮੇਗਾ ਲਿਖ ਰੱਖਿਆ, ਤਾਂ ਕਿਊਬ ਰੂਟ ਆਫ ਯੂਨਿਟੀ ਦੇ ਜਿਹੜੇ ਪ੍ਰੋਪਰਟੀਜ਼ ਨੇ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਇੱਕ ਪ੍ਰੋਪਰਟੀ ਸੀਗੀ ਕਿ ਸਮ ਆਫ ਕਿਊਬ ਰੂਟਸ ਆਫ ਯੂਨਿਟੀ ਬਰਾਬਰ ਹੈ 0 ਦੇ, ਜੋ ਕਿ ਬਹੁਤ ਸਾਰੇ ਬੱਚਿਆਂ ਨੇ ਜਿਹੜਾ ਗਲਤ ਵੀ ਕੀਤਾ ਸੀ ਜਦੋਂ ਮੈਂ ਟੈਲੀਗ੍ਰਾਮ ਦੇ ਕੁਇਜ਼ ਕੰਟੈਸਟ ਦੇ ਵਿੱਚ ਕੁਐਸਚਨ ਪੁੱਛਿਆ ਸੀ। ਅਤੇ ਮਲਟੀਪਲੀਕੇਸ਼ਨ ਆਫ ਆਲ ਕਿਊਬ ਰੂਟ ਆਫ ਯੂਨਿਟੀ ਬਰਾਬਰ ਹੈ 1 ਦੇ। ਅਤੇ ਇੱਥੋਂ ਅਸੀਂ ਇੱਕ ਹੋਰ ਗੱਲ ਕਹੀ ਸੀ ਕਿ ਕਿਊਬ ਰੂਟ ਆਫ ਯੂਨਿਟੀ ਇੱਕ ਦੂਸਰੇ ਦੇ ਕੀ ਨੇ ਰੈਸੀਪ੍ਰੋਕਲ ਨੇ। ਇਹ ਤਿੰਨੇ ਪ੍ਰੋਪਰਟੀਜ਼ ਅਸੀਂ ਪੜ੍ਹੀਆਂ ਸੀ। ਹੁਣ ਦੇਖਦੇ ਹਾਂ ਕਿ ਪ੍ਰੋਪਰਟੀਆਂ ਵਿੱਚੋਂ ਕਿਹੜੀ ਪ੍ਰੋਪਰਟੀ ਇੱਥੇ ਯੂਜ਼ ਹੁੰਦੀ ਹੈ। ਤਾਂ 3 + ਓਮੇਗਾ + 3 ਓਮੇਗਾ ਸਕੇਅਰ ਦੀ ਪਾਵਰ 4 ਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਦੇਖੀਏ, ਧਿਆਨ ਦਈਏ ਤਾਂ ਇਹਨਾਂ ਪ੍ਰੋਪਰਟੀਆਂ ਦਾ ਯੂਜ਼ ਕਿਸ ਤਰ੍ਹਾਂ ਕਰ ਸਕਦੇ ਹਾਂ। ਮਲਟੀਪਲੀਕੇਸ਼ਨ ਵਾਲੀ ਪ੍ਰੋਪਰਟੀ ਤਾਂ ਯੂਜ਼ ਹੋਣੀ ਨਹੀਂ, ਕਿਉਂਕਿ ਇਹਨਾਂ ਵਿੱਚ ਤਾਂ ਪਲੱਸ ਹੈ, ਜੋ ਸਾਡਾ ਗਿਵਨ ਸਟੇਟਮੈਂਟ ਹੈ ਉਸ ਦੇ ਵਿੱਚ ਤਾਂ ਪਲੱਸ ਦੇ ਰੱਖਿਆ। ਤਾਂ ਸਾਡਾ ਧਿਆਨ ਜਿਹੜਾ ਪਹਿਲੀ ਪ੍ਰੋਪਰਟੀ ਵੱਲ ਜਾਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਅਸੀਂ ਪਹਿਲੀ ਪ੍ਰੋਪਰਟੀ ਵਰਗੀ ਸ਼ਕਲ ਬਣਾ ਸਕੀਏ ਇਸ ਕੁਐਸਚਨ ਦੀ। ਤਾਂ ਤੁਸੀਂ ਦੇਖੋਗੇ ਕਿ ਤੇ ਜੇ ਅਗਰ ਮੈਂ 3 ਨੂੰ 3 ਓਮੇਗਾ ਸਕੇਅਰ ਦੇ ਨੇੜੇ ਲਿਖ ਲਾਂ, 3 + 3 ਓਮੇਗਾ ਸਕੇਅਰ ਦੇ ਨੇੜੇ ਲਿਖ ਲਾਂ, ਅਤੇ ਓਮੇਗਾ ਨੂੰ ਬਾਅਦ 'ਚ ਲਿਖ ਲਾਂ, ਤਾਂ ਕਿਸੇ ਨੂੰ ਕੋਈ ਸਿਰਦਰਦੀ ਤਾਂ ਨਹੀਂ ਹੋਣੀ ਜੀ। ਉਸ ਤੋਂ ਬਾਅਦ ਸਾਡੇ ਕੋਲ ਕੀ ਆ ਗਿਆ 3 ਕੀ ਆ ਗਿਆ, ਇੱਥੋਂ ਕਾਮਨ ਆ ਗਿਆ, ਅੰਦਰ ਕੀ ਬਚਿਆ 1 + ਓਮੇਗਾ ਸਕੇਅਰ, ਹੈ ਨਾ। ਅਤੇ ਨਾਲ ਕੀ ਆ ਜੂ ਓਮੇਗਾ ਐਜ਼ ਇਟ ਇਜ਼, ਅਤੇ ਪਾਵਰ ਕਿੰਨੀ ਆ ਗਈ 4। ਹੁਣ 1 + ਓਮੇਗਾ ਸਕੇਅਰ ਕਿੰਨਾ ਹੁੰਦਾ ਸਾਡੇ ਕੋਲ, ਸਾਨੂੰ ਪਤਾ 1 + ਓਮੇਗਾ ਸਕੇਅਰ 0 ਦੇ ਬਰਾਬਰ ਹੈ। ਇਹਨੂੰ ਰੀਅਰੇਂਜ ਕਰਾਂਗੇ ਤਾਂ ਸਾਡੇ ਕੋਲ 1 + ਓਮੇਗਾ ਸਕੇਅਰ ਬਰਾਬਰ ਆ ਜੂ -ਓਮੇਗਾ ਦੇ। ਤਾਂ ਇੱਥੋਂ 3 - ਓਮੇਗਾ + ਓਮੇਗਾ ਦੀ ਪਾਵਰ ਕਿੰਨੀ ਆ ਗਈ 4। ਤਾਂ ਮਾਈਨਸ ਦਾ 3 ਓਮੇਗਾ ਪਲੱਸ ਦਾ ਓਮੇਗਾ ਦੀ ਪਾਵਰ ਕਿੰਨੀ ਆ ਗਈ 4। ਸਾਡੇ ਕੋਲ -2 ਓਮੇਗਾ ਦੀ ਪਾਵਰ ਕਿੰਨੀ ਆ ਗਈ 4 ਆ ਗਈ। ਇੱਥੋਂ ਆਪਣੇ ਕੋਲ ਕੀ ਆ ਗਿਆ ਜੇ 2 ਦੀ ਪਾਵਰ 4 ਅਤੇ ਓਮੇਗਾ ਦੀ ਪਾਵਰ 4 ਆ ਗਿਆ। ਹੁਣ 2 ਦੀ ਪਾਵਰ 4 ਸਾਡੇ ਕੋਲ ਕਿੰਨਾ ਹੁੰਦਾ 2 × 2 × 2 × 2 2 ਦੂਣੀ 4 4 ਦੂਣੀ 8 ਦੂਣੀ 16 ਅਤੇ 16 ਆ ਗਿਆ। ਲੇਕਿਨ ਇੱਥੇ ਓਮੇਗਾ 4 ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ 16 ਓਮੇਗਾ 4 ਆਨਸਰ ਹੁਣ ਅਗਰ ਆਪਾਂ ਇਹਦੀ MCQs ਦੀ ਜਿਹੜੀ ਇਹਨੂੰ ਦੇਖੀਏ ਆਪਸ਼ਨਸ ਨੂੰ, ਤਾਂ ਇਹਦੇ ਵਿੱਚ ਸਾਡੇ ਕੋਲ 16 ਓਮੇਗਾ 4 ਨਹੀਂ ਆਇਆ। ਤਾਂ ਇੱਥੇ ਰਾਜੇ ਸਾਡੇ ਕੋਲ ਪ੍ਰੋਪਰਟੀ ਯੂਜ਼ ਹੁੰਦੀ ਹੈ ਕਿ ਓਮੇਗਾ 4 ਜਿਹੜਾ ਹੈ ਉਹ ਬਰਾਬਰ ਕਿਹਦੇ ਹੁੰਦਾ ਓਮੇਗਾ 1 ਦੇ। ਕਿਉਂ? ਕਿਉਂਕਿ ਅਸੀਂ ਕਿਹਾ ਸੀ ਓਮੇਗਾ ਦੀ ਪਾਵਰ n = ਓਮੇਗਾ ਦੀ ਪਾਵਰ r ਦੇ ਹੁੰਦੀ ਹੈ। r ਆਪਣੇ ਕੋਲ ਰਿਮਾਈਂਡਰ ਹੁੰਦਾ ਜਦੋਂ n ਨੂੰ ਡਿਵਾਈਡ ਕਰਦੇ ਹਾਂ 3 ਦੇ ਨਾਲ, ਤਾਂ ਤੁਸੀਂ ਓਮੇਗਾ ਦੀ ਪਾਵਰ 4 ਜਿਹੜਾ ਹੈ ਉਹਨੂੰ ਡਿਵਾਈਡ ਕਰੋਗੇ ਜਦੋਂ 3 ਦੇ ਨਾਲ, ਤਾਂ ਰਿਮਾਈਂਡਰ ਕਿੰਨਾ ਬਚੇਗਾ 1 ਬਚੇਗਾ ਸਾਡੇ ਕੋਲ। ਤਾਂ ਇਸ ਲਈ ਓਮੇਗਾ 4 ਬਰਾਬਰ ਹੈ ਓਮੇਗਾ 1 ਦੇ। ਤਾਂ ਆਨਸਰ ਕਿੰਨਾ ਆ ਗਿਆ 16 ਓਮੇਗਾ। ਕਿਹੜੀ ਆਪਸ਼ਨ ਆਪਣੇ ਕੋਲ ਕਰੈਕਟ ਹੈ? ਰਿਹਾ ਗਲਤੀ ਨਾ ਕਿਵੇਂ ਲੱਗ ਗਈ? ਕਰੈਕਟ ਆਪਸ਼ਨ ਕੀ ਹੈ ਆਪਣੇ ਕੋਲ B। ਤਾਂ ਇਸ ਤਰ੍ਹਾਂ ਰਾਜੇ ਤੁਸੀਂ ਆਪਸ਼ਨਸ ਦਾ ਧਿਆਨ ਰੱਖਣਾ ਹੈ। ਇੱਥੇ 16 ਓਮੇਗਾ 4 ਬਣ ਰਿਹਾ, ਤਾਂ ਇੱਥੇ ਨਨ ਆਫ ਦੀਸ ਨਹੀਂ ਟਿਕ ਕਰਿਆ ਹੋਣਾ ਕਿਸੇ ਨੇ ਜਾ ਕੇ ਵੀ ਇਹ ਤਾਂ ਬਣ ਹੀ ਨਹੀਂ ਰਿਹਾ। ਤਾਂ 16 ਓਮੇਗਾ 4 ਨੂੰ ਜੇਕਰ ਤੁਸੀਂ ਗਾਂ ਜਿਹੜਾ ਐਲੀਮੀਨੇਟ ਕਰੋਗੇ ਤਾਂ 16 ਓਮੇਗਾ ਬਣੇਗਾ। ਅਤੇ ਇਹ ਵੀ ਚੈੱਕ ਕਰਦੇ ਨੇ, ਉਹ ਵੀ ਤੁਹਾਨੂੰ ਪ੍ਰੋਪਰਟੀਆਂ ਪੜ੍ਹੀਆਂ ਨੇ ਇਹ ਸਾਰੀਆਂ ਕਿ ਨਹੀਂ, ਤਾਂ ਇਹਨਾਂ ਚੀਜ਼ਾਂ ਦਾ ਵੀ ਜਿਹੜਾ ਧਿਆਨ ਰੱਖਣਾ ਹੈ। ਨੈਕਸਟ ਆ ਸਾਡੇ ਕੋਲ ਕਹਿੰਦੇ ਦਾ ਕਿਊਬ ਰੂਟ ਆਫ ਯੂਨਿਟੀ ਲਾਈਜ਼ ਔਨ ਦਾ ਸਰਕਲ ਇਜ਼। ਇਹ ਵੀ ਰਾਜੇ ਪ੍ਰੋਪਰਟੀ ਆ, ਆਪਣੇ ਕੋਲ ਪ੍ਰੋਪਰਟੀ ਪੜ੍ਹੀ ਸੀਗੀ। ਪ੍ਰੋਪਰਟੀ ਅਸੀਂ ਕੀ ਪੜ੍ਹੀ ਸੀ ਕਿਊਬ ਰੂਟ ਆਫ ਯੂਨਿਟੀ ਦੀ? ਸਾਨੂੰ ਪਤਾ ਜਿਹੜਾ ਕਿਊਬ ਰੂਟ ਆਫ ਯੂਨਿਟੀ ਨੇ ਓਮੇਗਾ ਸਕੇਅਰ ਅਤੇ 1, ਇਹ ਸਾਡੇ ਕੋਲ ਕਿਊਬ ਰੂਟ ਆਫ ਯੂਨਿਟੀ ਨੇ। ਅਤੇ ਅਸੀਂ ਕਿਹਾ ਸੀ ਜਦੋਂ ਇਹਨਾਂ ਦਾ ਮੋਡੂਲਸ ਫਾਈਂਡ ਆਊਟ ਕੀਤਾ ਸੀ
ਤਾਂ ਇਹਨਾਂ ਤਿੰਨਾਂ ਦੀ ਵੈਲਿਊ ਜਿਹੜੀ ਹੈ ਸਾਡੇ ਕੋਲ ਬਰਾਬਰ ਆਈ ਸੀਗੀ 1 ਦੇ। ਅਤੇ ਅਸੀਂ ਕਿਹਾ ਸੀ ਕਿ ਜਦੋਂ ਕਿਸੇ ਵੀ ਮੋਡਲ ਕੰਪਲੈਕਸ ਨੰਬਰ ਦਾ ਮੋਡ ਬਰਾਬਰ 1 ਦੇ ਹੁੰਦਾ ਹੈ ਤਾਂ ਇਹ ਰਿਪਰਜੈਂਟ ਕਰਦਾ ਹੈ ਸਟੈਂਡਰਡ ਇਕੁਏਸ਼ਨ ਆਫ ਸਰਕਲ ਨੂੰ, ਸਟੈਂਡਰਡ ਇਕੁਏਸ਼ਨ ਆਫ ਸਰਕਲ ਨੂੰ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸਟੈਂਡਰਡ ਇਕੁਏਸ਼ਨ ਆਫ ਯੂਨਿਟ ਸਰਕਲ ਨੂੰ। ਯੂਨਿਟ ਸਰਕਲ ਦਾ ਮਤਲਬ ਜਿਹਦਾ ਰੇਡੀਅਸ ਕਿੰਨਾ ਹੁੰਦਾ ਹੈ 1 ਦੇ ਇਕੁਅਲ ਹੁੰਦਾ ਹੈ। ਤੇ ਇਸੇ ਤਰ੍ਹਾਂ ਇਸ ਜਿਹੜੀ ਆਪਣੇ ਕੋਲ ਰਿਪਰਜੈਂਟੇਸ਼ਨ ਹੈ ਓਮੇਗਾ ਵੀ ਆਪਣੇ ਕੋਲ ਕੰਪਲੈਕਸ ਨੰਬਰ ਹੀ ਹੈ, ਕਿਉਂਕਿ ਓਮੇਗਾ ਦੀ ਵੈਲਿਊ ਵੀ -1/2 ਪਲੱਸ ਸਕੇਅਰ ਰੂਟ ਆਫ 3 ਆਇਟਾ ਹੀ ਹੈ, ਤਾਂ ਇਹ ਵੀ ਕੰਪਲੈਕਸ ਨੰਬਰ ਹੀ ਓਮੇਗਾ ਵੀ ਸਾਡੇ ਕੋਲ। ਤਾਂ ਓਮੇਗਾ ਵੀ ਆਪਣੇ ਕੋਲ ਜਦੋਂ ਮੋਡੂਲਸ 1 ਆ ਗਿਆ, ਇਹ ਵੀ ਰਿਪਰਜੈਂਟ ਕਰਦਾ ਹੈ ਸਟੈਂਡਰਡ ਇਕੁਏਸ਼ਨ ਆਫ ਸਰਕਲ ਨੂੰ ਵਿਦ ਰੇਡੀਅਸ 1। ਓਮੇਗਾ ਸਕੇਅਰ ਦੀ ਵੈਲਿਊ ਵੀ ਮੋਡੂਲਸ ਦੀ ਵੈਲਿਊ ਵੀ 1 ਹੈ, ਅਤੇ ਇਹ ਵੀ ਆਪਣੇ ਕੋਲ ਸਟੈਂਡਰਡ ਇਕੁਏਸ਼ਨ ਆਫ ਸਰਕਲ ਨੂੰ ਰਿਪਰਜੈਂਟ ਕਰਦਾ ਹੈ ਰੇਡੀਅਸ 1 ਦੇ ਨਾਲ। ਤਾਂ ਰਾਜੇ ਇੱਥੋਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕਿਊਬ ਰੂਟਸ ਆਫ ਯੂਨਿਟੀ ਨੇ ਉਹ ਜਦੋਂ ਸਰਕਲ 'ਤੇ ਲਾਈ ਕਰਦੇ ਨੇ ਤਾਂ ਉਹ ਰਿਪਰਜੈਂਟ ਕਰਦੇ ਆ ਸਟੈਂਡਰਡ ਇਕੁਏਸ਼ਨ ਆਫ ਸਰਕਲ ਨੂੰ, ਜੋ ਸਾਡੇ ਕੋਲ ਹੈ Z ਮੋਡੂਲਸ ਇਜ਼ ਇਕੁਅਲ ਟੂ 1 ਦੇ। ਤਾਂ ਇਸ ਤਰ੍ਹਾਂ ਤੁਸੀਂ ਦੇਖੋ ਕਿ ਪ੍ਰੋਪਰਟੀਜ਼ ਕਿੱਥੋਂ ਯੂਜ਼ ਕਰਕੇ ਕਿੱਥੇ ਜਿਹੜਾ ਉਹ ਆਪਾਂ ਉਹਨੂੰ ਵਰਤਦੇ ਹਾਂ, ਕਿਸ ਤਰ੍ਹਾਂ ਦੀ ਆਪਸ਼ਨਸ ਬਣਾਈਆਂ ਜਾ ਸਕਦੀਆਂ। ਤਾਂ ਕਦੇ ਅਸੀਂ ਉਲਝ ਜਾਂਦੇ ਹਾਂ, ਲੇਕਿਨ ਇਸ ਤਰ੍ਹਾਂ ਦੇ ਕੁਐਸਚਨ ਦੇ ਵਿੱਚ ਫ੍ਰੀ ਦੇ ਨੰਬਰ ਹੁੰਦੇ ਨੇ। ਦੇਖੋ ਅਸੀਂ ਕੁਛ ਵੀ ਨਹੀਂ ਕੀਤਾ ਇਸ ਕੁਐਸਚਨ ਦੇ ਵਿੱਚ। ਨੈਕਸਟ ਹੈ ਸਾਡੇ ਕੋਲ 19th ਕੁਐਸਚਨ। 19th ਕੁਐਸਚਨ ਦੇ ਵਿੱਚ ਸਾਨੂੰ ਕਿਹਾ ਗਿਆ, ਕਹਿੰਦੇ ਜੀ ਉਹ ਠਹਿਰ ਜਾ, 19th ਕੁਐਸਚਨ 'ਚ ਕਿਹਾ ਗਿਆ, ਕਹਿੰਦੇ ਦਾ ਕੰਪਲੈਕਸ ਨੰਬਰ ਦਿਸ 1 ਇਜ਼ ਇਕੁਅਲ ਟੂ ਦਿਸ 1 ਦੇ ਰੱਖਿਆ। ਇਹ ਕੀ ਰਿਪਰਜੈਂਟ ਕਰ ਰਿਹਾ ਸਾਨੂੰ। 19th ਕੁਐਸਚਨ ਨੂੰ ਪੜ੍ਹਾਉਣ ਤੋਂ ਪਹਿਲਾਂ ਰਾਜੇ ਮੈਂ ਪ੍ਰੋਪਰਟੀਜ਼ ਨਾ ਤੁਹਾਨੂੰ ਨਾਲ ਕਿਉਂ ਦੱਸਦਾ। ਵੈਸੇ ਤਾਂ ਮੈਂ ਕੋਸ਼ਿਸ਼ ਇਹੀ ਕਰ ਰਿਹਾ ਕਿ ਮੈਂ ਪ੍ਰੋਪਰਟੀਜ਼ ਨਾ ਦੱਸਾਂ, ਤੁਹਾਨੂੰ ਜਲਦੀ ਕੁਐਸਚਨਸ ਕਰਵਾ ਦਾਂ, ਲੇਕਿਨ ਅਗਰ ਮੈਂ ਪ੍ਰੋਪਰਟੀਜ਼ ਨਾ ਦੱਸਾਂ ਤਾਂ ਕੁਝ ਬੱਚੇ ਇਹੋ ਜਿਹੇ ਨੇ ਜਿਹੜੇ ਦੱਸੀ ਜਾ ਰਿਹਾ, ਵਾਰੀ ਰਿਪੀਟ ਕਰ ਰਿਹਾ ਗੱਲ ਨੂੰ, ਕਿ ਜਿਹੜੇ ਕੁਝ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ ਜ਼ਿਆਦਾ ਰਿਵੀਜ਼ਨ ਨਹੀਂ ਕੀਤੀ, ਜ਼ਿਆਦਾ ਚੰਗੀ ਤਰ੍ਹਾਂ ਥਿਊਰੀ ਨਹੀਂ ਪੜ੍ਹੀ ਹਜੇ ਤੱਕ। ਤਾਂ ਮੈਂ ਅਗਰ ਇੱਥੇ ਕੁਐਸਚਨ ਕਰਵਾ ਦੇਵਾਂ ਤਾਂ ਉਹ ਬੱਚੇ ਕੀ ਕਰਨਗੇ, ਉਹ ਇੱਥੋਂ ਕੱਟ ਹੋ ਜਾਣਗੇ ਆਪਣੇ ਨਾਲੋਂ, ਕਿਉਂਕਿ ਉਹਨਾਂ ਨੂੰ ਹੁਣ ਸ਼ਾਇਦ ਸਮਝ ਨਾ ਆ ਰਿਹਾ ਹੋਵੇ ਜਾਂ ਯਾਦ ਨਾ ਆ ਰਿਹਾ ਹੋਵੇ। ਤਾਂ ਇਸ ਲਈ ਮੇਰਾ ਪ੍ਰੋਪਰਟੀਜ਼ ਨੂੰ ਰਿਪੀਟ ਕਰਨਾ ਜ਼ਰੂਰੀ ਹੋ ਜਾਂਦਾ। ਹੁਣ ਗੱਲ ਕਰੀਏ 19th ਕੁਐਸਚਨ ਦੀ, ਤਾਂ 19th ਕੁਐਸਚਨ ਦੇ ਵਿੱਚ ਅਸੀਂ ਕਰਨ ਤੋਂ ਪਹਿਲਾਂ ਇੱਕ ਪ੍ਰੋਪਰਟੀ ਪੜ੍ਹੀ ਸੀ ਕਿ Z-Z1 ਦਾ ਮੋਡੂਲਸ ਬਰਾਬਰ ਹੈ KZ-Z2 ਦੇ ਮੋਡੂਲਸ ਦੇ। ਅਤੇ ਇੱਥੋਂ K ਦੀ ਵੈਲਿਊ ਜਾਂ ਤਾਂ 1 ਹੋ ਸਕਦੀ ਹੈ ਅਤੇ K ਦੀ ਵੈਲਿਊ ਜਾਂ ਤਾਂ 1 ਨਹੀਂ ਹੋ ਸਕਦੀ। ਜੇ 1 ਆ ਤਾਂ ਸਟ੍ਰੇਟ ਲਾਈਨ ਬਣ ਗਈ ਇਕੁਏਸ਼ਨ, ਨਹੀਂ ਤਾਂ ਫਿਰ ਆਪਣੇ ਕੋਲ ਇਕੁਏਸ਼ਨ ਕੀ ਬਣ ਗਈ, ਸਰਕਲ ਬਣ ਗਈ। ਹੁਣ ਜਿਹੜਾ 19th ਕੁਐਸਚਨ ਹੈ ਇਹਦੇ ਵਿੱਚ ਕੁਛ ਨਹੀਂ ਕੀਤਾ ਹੋਇਆ, ਇਸ 'ਚ ਸਿਰਫ ਰੀਅਰੇਂਜਮੈਂਟ ਕਰਨ ਦੀ ਜ਼ਰੂਰਤ ਸੀਗੀ ਕਿ Z ਪਲੱਸ ਆਇਟਾ -1 ਦਾ ਮੋਡ ਬਰਾਬਰ ਹੈ 1 ਦੇ। ਤਾਂ ਆਪਣੇ ਕੋਲ ਇੱਥੇ K ਦੀ ਵੈਲਿਊ ਕਿੰਨੀ ਆ ਗਈ, 1 ਆ ਗਈ। ਲੇਕਿਨ ਇੱਥੇ ਅਸੀਂ ਇਹ ਗੱਲ ਵੀ ਕਹੀ ਸੀ ਕਿ ਭਾਈ ਕੁਐਸਚਨ ਤਾਂ ਤੁਸੀਂ ਕਰ ਲਿਆ ਸੋਲਵ, ਲੇਕਿਨ ਸ਼ਰਤ ਇਹ ਹੈ ਵੀ Z ਦਾ ਜਿਹੜਾ ਕੋਫੀਸ਼ੀਐਂਟ ਹੈ Z ਨਾਲ ਜਿਹੜਾ 1 ਲੱਗਿਆ ਹੋਣਾ ਚਾਹੀਦਾ, ਉਹ 1 ਹੋਣਾ ਚਾਹੀਦਾ Z ਦਾ ਕੋਫੀਸ਼ੀਐਂਟ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ, ਜੇ ਨਹੀਂ ਲੱਗਿਆ Z ਦਾ ਕੋਫੀਸ਼ੀਐਂਟ 1 ਤਾਂ ਉਹਨੂੰ ਬਣਾ ਲਓ, ਅਤੇ ਜੇ ਨਹੀਂ ਬਣਦਾ ਫਿਰ ਤੁਸੀਂ ਕੀ ਕਰਨਾ, ਫਿਰ ਤੁਸੀਂ Z ਦੀ ਜਗ੍ਹਾ 'ਤੇ x ਪਲੱਸ ਆਇਟਾ y ਲਿਖ ਕੇ ਪੂਰਾ ਦਾ ਪੂਰਾ ਸੋਲਵ ਕਰਨਾ। ਲੇਕਿਨ ਸਾਡੀ ਕੇਸ ਦੇ ਵਿੱਚ ਇੱਥੇ Z ਦਾ ਕੋਫੀਸ਼ੀਐਂਟ 1 ਸੀ, ਅਤੇ ਅਸੀਂ ਜੋ ਥੋੜ੍ਹਾ ਜਿਹਾ ਰੀਅਰੇਂਜ ਕੀਤਾ ਇਸ ਇਕੁਏਸ਼ਨ ਨੂੰ, ਤਾਂ ਸਾਡੇ ਕੋਲ K ਦੀ ਵੈਲਿਊ ਕਿੰਨੀ ਆ ਗਈ, 1 ਆ ਗਈ। ਤਾਂ ਸਾਨੂੰ ਪਤਾ ਹੁਣੇ ਕੀ ਬਣ ਗਈ, ਇਕੁਏਸ਼ਨ ਆਫ ਸਟ੍ਰੇਟ ਲਾਈਨ। ਤਾਂ ਆਪਸ਼ਨ A ਕਰੈਕਟ ਹੈ। 20ਵਾਂ ਕੁਐਸਚਨ ਕੀ ਹੈ ਸਾਡੇ ਕੋਲ ਜੀ, ਪੈਨ ਨੂੰ ਕੀ ਹੋ ਜਾਂਦਾ। 20ਵਾਂ ਕੁਐਸਚਨ ਕੀ ਹੈ ਸਾਡੇ ਕੋਲ, 20ਵਾਂ ਕੁਐਸਚਨ ਹੈ ਦਾ ਵੈਲਿਊ ਆਫ ਲੌਗ ਆਇਟਾ। ਲਓ ਜੀ ਇਹ ਤਾਂ ਲੁੱਟ ਲਓ ਹੋਈ ਪਈ ਆ ਵੀ, ਲੁੱਟ ਲਓ ਜੀ ਆਨਸਰ ਫ੍ਰੀ ਦੇ ਮਾਰਕਸ। ਲੌਗ ਆਇਟਾ ਇੰਨੀ ਵਾਰ ਪੜ੍ਹ ਲਿਆ ਸੀ, ਬਰਾਬਰ ਹੁੰਦਾ ਆਇਟਾ π/2 ਦੇ। ਤਾਂ ਇਸ ਤਰ੍ਹਾਂ ਤੁਹਾਡੇ ਕੁਐਸਚਨ ਦੀ ਜਿਹੜੀ ਰਿਵੀਜ਼ਨ ਹੋ ਜਾਂਦੀ ਹੈ। ਕੁਐਸਚਨ ਜਿਹੜੇ ਨੇ ਉਹ ਤੁਸੀਂ ਕਰਦੇ ਜਾਓਗੇ, ਉਹਦੇ ਨਾਲ ਤੁਹਾਡੀ ਹੋਰ ਪੱਕੇ ਹੁੰਦੇ ਜਾਣਗੇ। 21ਵਾਂ ਕੁਐਸਚਨ ਦੇਖ ਲੈਂਦੇ ਹਾਂ। ਸਾਨੂੰ ਕਹਿੰਦੇ ਆ ਕਿ ਤੁਹਾਡੇ ਕੋਲ ਸਮੀਸ਼ਨ n ਇਜ਼ ਇਕੁਅਲ ਟੂ 0 ਤੋਂ ਲੈ ਕੇ ਇਨਫਿਨਿਟੀ ਤੱਕ n ਦੀ ਵੈਲਿਊਜ਼ ਦੇ ਰੱਖੀਆਂ ਨੇ, ਅਤੇ ਨਾਲ ਤੁਹਾਡੇ ਕੋਲ ਕਹਿ ਰੱਖਿਆ ਵੀ ਸਮੀਸ਼ਨ ਫਾਈਂਡ ਆਊਟ ਕਰੋ 3 ਆਇਟਾ/2 ਦੀ ਪਾਵਰ n ਦਾ। ਅਸੀਂ ਕੀ ਕਰਾਂਗੇ, ਸਾਨੂੰ ਕੁਛ ਨਹੀਂ ਸਮਝ ਆ ਰਹੀ ਇੱਥੇ। ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ n ਦੀ ਵੈਲਿਊਜ਼ ਨੂੰ ਭਰਨਾ ਸ਼ੁਰੂ ਕਰ ਦਾਂਗੇ। ਸਭ ਤੋਂ ਪਹਿਲਾਂ n ਭਰਾਂਗੇ 0, ਤਾਂ ਆਪਣੇ ਕੋਲ ਆ ਜੂ 3 ਆਇਟਾ/2 ਦੀ ਪਾਵਰ 0, ਜਿਸ ਨੂੰ ਮੈਂ 1 ਲਿਖ ਲਿਆ। ਨੈਕਸਟ ਹੈ ਸਾਡੇ ਕੋਲ 3 ਆਇਟਾ/2 ਦੀ ਪਾਵਰ 1। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ 3 ਆਇਟਾ/2 ਦੀ ਪਾਵਰ 2। ਫਿਰ ਆ ਗਿਆ ਆਪਣੇ ਕੋਲ 3 ਆਇਟਾ/2 ਦੀ ਪਾਵਰ 3, ਅਤੇ ਇੱਦਾਂ ਹੀ ਅਤੇ ਵਿਚਾਲੇ ਆਉਣਾ ਸੀ ਸਾਡੇ ਕੋਲ ਪਲੱਸ, ਕਿਉਂਕਿ ਸਮੀਸ਼ਨ ਹੈ। ਸਮੀਸ਼ਨ ਕਹਿੰਦਾ ਜੋੜੀ ਚੱਲੋ, n ਦੀ ਵੈਲਿਊ ਭਰੀ ਚੱਲੋ, ਅਤੇ ਪਹੁੰਚ ਜੋ ਕਿਤੋਂ ਤੱਕ ਇਨਫਾਈਨਾਈਟ ਟਰਮਸ ਤੱਕ, ਕਿਉਂਕਿ n ਦੀ ਵੈਲਿਊ ਇਨਫਿਨਿਟੀ ਹੈ। ਹੁਣ ਇੱਥੇ ਸਾਡੇ ਕੋਲ ਸਭ ਤੋਂ ਪਹਿਲਾਂ ਦੇਖੀਏ ਤਾਂ ਫਸਟ ਟਰਮ a ਹੈ, ਉਹ ਜੋ ਕਿ ਬਰਾਬਰ ਹੈ 1 ਦੇ। ਅਤੇ ਅਸੀਂ ਗੱਲ ਕਰੀਏ ਕਾਮਨ ਰੇਸ਼ੋ ਦੀ, ਤਾਂ ਉਹ ਰਜੇ ਸਾਡੇ ਕੋਲ ਕਿੰਨੀ ਹੈ 3 ਆਇਟਾ/2
2 ਦੇ ਰੱਖੀ ਹੈ ਤੇ ਸਾਨੂੰ ਪਤਾ ਸਮ ਆਫ ਇਨਫਾਈਨਾਈਟ ਸੀਰੀਜ਼ ਦਾ ਕੀ ਹੁੰਦਾ a/1 ਮਾਈਨਸ r ਦੇ ਇਕੁਅਲ। ਤਾਂ a ਦੀ ਵੈਲਿਊ ਕਿੰਨੀ ਹੈ 1 ਮਾਈਨਸ 3 ਆਈਟਾ ਬਾਈ 2 ਇਜ਼ ਇਕੁਅਲ ਟੂ ਕਿਹਦੇ ਆ ਗਿਆ ਆਪਣੇ ਕੋਲ 2/2 ਮਾਈਨਸ 3 ਆਈਟਾ। ਹੁਣ ਅਸੀਂ ਕੀ ਕਰਾਂਗੇ ਰੈਸ਼ਨਲਾਈਜ਼ ਕਰਾਂਗੇ ਜਾਂ ਫਿਰ ਮਲਟੀਪਲਾਈ ਅਤੇ ਡਿਵਾਈਡ ਕਰਾਂਗੇ ਡਿਨੋਮੀਨੇਟਰ ਦੇ ਕੰਜੂਗੇਟ ਦੇ ਨਾਲ। ਤਾਂ ਸਾਡੇ ਕੋਲ ਕਿੰਨਾ ਆ ਗਿਆ, ਇਹ ਆ ਗਿਆ ਜੀ ਆਪਣੇ ਕੋਲ, ਮੈਂ ਇੱਧਰ ਲਿਖ ਰਿਹਾ ਹਾਂ, ਇਹ ਆ ਗਿਆ ਆਪਣੇ ਕੋਲ 4 + 6 ਆਈਟਾ ਡਿਵਾਈਡਡ ਬਾਏ 4 + 9। ਆਨਸਰ ਕਿੰਨਾ ਆ ਗਿਆ 4 + 6 ਆਈਟਾ 4 + 6 ਆਈਟਾ ਸਾਡੇ ਕੋਲ 4 + 6 ਆਈਟਾ ਬਣੇਗਾ 2 - 3 ਆਈਟਾ, हाँ 4 + 6 ਆਈਟਾ ਡਿਵਾਈਡਡ ਬਾय ਆਪਣੇ ਕੋਲ ਕਿੰਨਾ ਆ ਗਿਆ 13 ਆ ਗਿਆ ਨਾ। ਮੈਂ ਇੱਧਰ ਐਕਚੁਅਲ ਦੇ ਵਿੱਚ ਕਨਫਿਊਜ਼ ਹੋ ਗਿਆ ਸੀਗਾ, ਆਪ ਜਿਹੜੀ ਮੈਨੂੰ ਆ ਪਈ ਆਪਣੀ ਇਕੁਏਸ਼ਨ 4 + 6 ਆਈਟਾ ਬਾਈ 13 ਕਨਫਿਊਜ਼ ਇਸ ਕਰਕੇ ਹੋ ਗਿਆ ਸੀ ਕਿਉਂਕਿ ਜਿਹੜਾ ਆਪਣੇ ਕੋਲ ਇਹ 2 ਲਿਖ ਰੱਖਿਆ ਉੱਪਰ 2 ਦੇ ਨਾਲ ਕੁਝ ਵੀ ਨਹੀਂ ਹੈ ਤਾਂ 2 ਨੂੰ ਸਭ ਤੋਂ ਪਹਿਲਾਂ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ 4 ਬਣ ਜੂ, ਫਿਰ ਬਣ ਜੂ 6 ਆਈਟਾ। ਨੀਚੇ ਜਦੋਂ ਜਿਹੜਾ ਰਜੇ ਆਪਣੇ ਕੋਲ x - ਆਈਟਾ ਵਾਈ ਅਤੇ x + ਆਈਟਾ ਵਾਈ ਦਾ ਕੰਸੈਪਟ ਲੱਗ ਗਿਆ ਜਿਹੜਾ ਬਰਾਬਰ ਹੁੰਦਾ x² + y² ਤੇ ਆਪਣੇ ਕੋਲ ਕਿੰਨਾ ਆਨਸਰ ਆ ਗਿਆ 4 + 6 ਆਈਟਾ ਡਿਵਾਈਡਡ ਬਾਈ ਕਿੰਨਾ ਆ ਗਿਆ 13। ਤਾਂ 21 ਦਾ ਆਪਸ਼ਨ ਕੀ ਹੈ ਡੀ ਆਪਸ਼ਨ। ਨੈਕਸਟ ਆ ਸਾਡੇ ਕੋਲ ਰਜੇ 22 ਕੁਐਸਚਨ ਨੰਬਰ। 22 ਕੁਐਸਚਨ ਨੰਬਰ ਜਿਹੜਾ ਬੜਾ ਹੀ ਆਸਾਨ ਹੈ, ਇਸ 'ਚ ਪ੍ਰੋਪਰਟੀ ਯੂਜ਼ ਕੀਤੀ ਗਈ ਹੈ ਕਿ ਸਮ ਆਫ 4 ਕੰਸੀਕਿਊਟਿਵ ਪਾਵਰਸ ਆਫ ਆਈਟਾ ਜਿਹੜਾ ਸਾਡੇ ਕੋਲ ਕਿਹਦੇ ਬਰਾਬਰ ਹੈ 0 ਦੇ ਬਰਾਬਰ ਹੈ। ਤਾਂ ਆਪਸ਼ਨ ਏ ਕਰੈਕਟ ਹੈ। 23rd ਕੁਐਸਚਨ ਦੇ ਵਿੱਚ ਸਾਨੂੰ ਕੰਜੂਗੇਟ ਫਾਈਂਡ ਆਊਟ ਕਰਨ ਲਈ ਕਿਹਾ ਗਿਆ। ਤਾਂ ਕੰਜੂਗੇਟ ਜਦੋਂ ਫਾਈਂਡ ਆਊਟ ਕਰਨਾ ਮੈਂ ਸਿਖਾਇਆ ਸੀ ਲੈਕਚਰ ਦੇ ਵਿੱਚ, ਤਾਂ ਮੈਂ ਕਿਹਾ ਸੀ ਪਹਿਲੇ ਸਟੈਪ ਦੇ ਵਿੱਚ ਅਸੀਂ ਸਿੰਪਲੀ ਕੰਜੂਗੇਟ ਫਾਈਂਡ ਆਊਟ ਕਰ ਦੇਣਾ। ਸਭ ਤੋਂ ਪਹਿਲਾਂ ਕੰਜੂਗੇਟ ਫਾਈਂਡ ਆਊਟ ਕਰਕੇ ਸਾਡੇ ਕੋਲ ਆ ਗਿਆ 1/3 - 4 ਆਈਟਾ। ਅਗਰ ਤੁਸੀਂ ਆਪਸ਼ਨਸ ਧਿਆਨ ਨਾਲ ਦੇਖੋਗੇ ਤਾਂ ਸਾਡੇ ਕੋਲ ਬੀ ਆਪਸ਼ਨ ਕਰੈਕਟ ਹੈ। ਇਹਦੇ ਨਾਲ ਸਾਡਾ ਜਿਹੜਾ 1 ਨੰਬਰ ਵੀ ਜਿਹੜਾ ਕੱਟਿਆ ਗਿਆ। ਕਿਉਂ ਕੱਟਿਆ ਗਿਆ? ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਕਿ ਉਦੋਂ ਤੱਕ ਤੁਸੀਂ ਕਨਫਰਮ ਨਹੀਂ ਹੋ ਜਾਣਾ ਇਹੋ ਜਿਹੇ ਕੁਐਸਚਨਸ ਦੇ ਵਿੱਚ ਜਦੋਂ ਤੱਕ ਤੁਹਾਨੂੰ ਇਹ ਨਾ ਪਤਾ ਲੱਗ ਜੇ ਵੀ ਤੁਹਾਡੇ ਕੋਲ ਸਟੈਂਡਰਡ ਫਾਰਮ ਲਈ ਦੇ ਆਪਸ਼ਨਸ ਜਿਹੜੀਆਂ ਨੇ ਦੇ ਰੱਖੀਆਂ ਕਿ ਨਹੀਂ ਦੇ ਰੱਖੀਆਂ। ਮੇਰੇ ਕਹਿਣ ਦਾ ਮਤਲਬ ਹੈ ਕਿ ਜੋ ਸਾਡਾ ਕੰਜੂਗੇਟ ਕਰਕੇ ਆਨਸਰ ਆਇਆ ਕਿ ਉਹ ਆਪਸ਼ਨ ਉਹਦਾ ਸਟੈਂਡਰਡ ਫਾਰਮ ਫਾਈਂਡ ਆਊਟ ਕਰਕੇ ਸਾਡੇ ਕੋਲ ਕੋਈ ਹੋਰ ਆਪਸ਼ਨ ਤਾਂ ਨਹੀਂ ਆ ਰਹੀ ਜਿਵੇਂ ਏ ਸੀ ਅਤੇ ਡੀ। ਜੇ ਆ ਰਹੀ ਹੈ ਤਾਂ ਜੇ ਤਾਂ ਫਿਰ ਆਪਾਂ ਨੂੰ ਸਟੈਂਡਰਡ ਫਾਰਮ ਦੇ ਵਿੱਚ ਇਹਨੂੰ ਬਣਾਉਣਾ ਪੈਣਾ ਹੈ। ਹੁਣ ਤੁਸੀਂ ਦੇਖੋਗੇ ਨਿਊਮੀਨੇਟਰ ਜਿਹੜਾ ਹੈ ਉਹਦੇ ਵਿੱਚ ਆਇਟਾ ਹੈ ਏ ਆਪਸ਼ਨ ਦੇ ਵਿੱਚ, ਸੀ ਆਪਸ਼ਨ ਦੇ ਵਿੱਚ ਵੀ ਨਿਊਮੀਨੇਟਰ 'ਚ ਆਇਟਾ ਹੈ ਅਤੇ ਡੀ ਆਪਸ਼ਨ ਦੇ ਵਿੱਚ ਵੀ ਨਿਊਮੀਨੇਟਰ ਦੇ ਵਿੱਚ ਆਇਟਾ ਸਾਨੂੰ ਦੇ ਰੱਖਿਆ। ਤਾਂ ਇਹਦਾ ਮਤਲਬ ਇਹਦੀ ਸਟੈਂਡਰਡ ਫਾਰਮ ਬਣਾਉਣ ਤੋਂ ਬਾਅਦ ਹੋ ਸਕਦਾ ਹੈ ਸਾਡਾ ਆਨਸਰ ਜਿਹੜਾ ਉਹ ਬੀ ਆਪਸ਼ਨ ਤੋਂ ਚੇਂਜ ਹੋ ਕੇ ਕੋਈ ਏ ਜਾਂ ਸੀ ਫਿਰ ਡੀ ਆਪਸ਼ਨ ਵੀ ਹੋ ਸਕਦਾ ਹੈ। ਤਾਂ ਅਸੀਂ ਕੀ ਕਰਾਂਗੇ ਰੈਸ਼ਨਲਾਈਜੇਸ਼ਨ ਕਰਾਂਗੇ 3 + 4 ਆਇਟਾ ਦੇ ਨਾਲ ਆਨਸਰ ਕਿੰਨਾ ਆ ਗਿਆ 3 + 4 ਆਇਟਾ ਡਿਵਾਈਡਡ ਬਾਈ 9 + 16 ਤਾਂ ਆ ਗਿਆ ਆਪਣੇ ਕੋਲ 3/25 4/25 ਆਇਟਾ। ਤਾਂ ਤੁਸੀਂ ਦੇਖੋਗੇ ਸਾਡੀ ਆਪਸ਼ਨ ਏ ਜਿਹੜੀ ਹੈ ਮੈਚ ਹੋ ਰਹੀ ਹੈ। ਤਾਂ ਇੱਥੇ ਤੁਸੀਂ ਜਿਹੜਾ ਬੀ ਆਪਸ਼ਨ ਸਿਲੈਕਟ ਕਰਕੇ ਇੱਕ ਕੁਐਸਚਨ ਗਲਤ ਕਰ ਦੇਣਾ ਸੀ, 1 ਨੰਬਰ ਕਟਵਾ ਲੈਣਾ ਸੀ। ਨੈਕਸਟ ਆ ਸਾਡੇ ਕੋਲ 24th ਕੁਐਸਚਨ। 24th ਕੁਐਸਚਨ ਦੇ ਵਿੱਚ ਸਾਨੂੰ ਪਤਾ ਹੈ ਕਿ ਅਸੀਂ ਕੰਸੈਪਟ ਯੂਜ਼ ਕਰਾਂਗੇ ਸਮ ਆਫ 4 ਕੰਸੀਕਿਊਟਿਵ ਪਾਵਰ ਆਫ ਆਇਟਾ ਇਜ਼ ਇਕੁਅਲ ਟੂ 0 ਵਾਲਾ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਇਹਨੂੰ ਚੈੱਕ ਕਰਾਂਗੇ ਕਿ ਸਾਡੇ ਕੋਲ ਨੰਬਰ ਆਫ ਟਰਮਸ ਕਿੰਨੀਆਂ ਨੇ। ਨੰਬਰ ਆਫ ਟਰਮਸ ਦੀ ਗੱਲ ਕਰੀਏ ਤਾਂ ਸਾਡੇ ਕੋਲ n ਜਿਹੜਾ ਹੈ ਪਹਿਲੀ ਜਮਾਤ ਤੋਂ ਸ਼ੁਰੂ ਹੋ ਕੇ 13ਵੀਂ ਜਮਾਤ ਤੱਕ ਪੜ੍ਹਿਆ ਹੈ। ਤਾਂ ਟੋਟਲ ਉਹਨੇ ਕਿੰਨੀਆਂ ਜਮਾਤਾਂ ਪੜ੍ਹੀਆਂ 13। ਤਾਂ ਨੰਬਰ ਆਫ ਟਰਮਸ ਕਿੰਨੀਆਂ ਨੇ 13। ਇਸੇ ਤਰੀਕੇ ਨਾਲ ਮੈਂ ਤੁਹਾਨੂੰ ਕਰਵਾਇਆ ਸੀਗਾ ਜਦੋਂ ਅਸੀਂ ਲੈਕਚਰ ਪੜ੍ਹਿਆ ਸੀਗਾ ਇਸ ਕੰਸੈਪਟ ਦਾ। ਤਾਂ ਨੈਕਸਟ ਸਾਡੇ ਕੋਲ ਕੀ ਆ ਗਿਆ ਜੇ ਨੰਬਰ ਆਫ ਟਰਮਸ 13 ਆ ਚੁੱਕੀਆਂ ਨੇ। ਹੁਣ ਸਾਨੂੰ ਪਤਾ ਹੈ ਕਿ 4 ਕੰਸੀਕਿਊਟਿਵ ਸਮ ਦਾ ਜਿਹੜਾ ਪਾਵਰ ਜਿਹੜੀ ਆਪਣੇ ਕੋਲ ਆਇਟਾ ਦੀ 4 ਕੰਸੀਕਿਊਟਿਵ ਪਾਵਰ ਦਾ ਜਿਹੜਾ ਸਮ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ 0 ਦੇ। ਸਾਨੂੰ ਪਤਾ ਆਇਟਾ + ਆਇਟਾ ਸਕੁਅਰ + ਆਇਟਾ ਕਿਊਬ + ਆਇਟਾ 4 ਕਿਹਦੇ ਬਰਾਬਰ ਹੈ 0 ਦੇ। ਅਤੇ ਆਪਣੇ ਕੋਲ ਨੰਬਰ ਆਫ ਟਰਮਸ ਕਿੰਨੀਆਂ ਨੇ 13। ਇਹਦਾ ਮਤਲਬ ਅਸੀਂ 4 ਜਿਹੜੀਆਂ ਟਰਮਸ ਆ ਉਹਨਾਂ ਦਾ ਜੋੜਾ ਬਣਾਉਣਾ ਹੈ। 4 ਟਰਮ ਫਿਰ 4 ਟਰਮ ਫਿਰ 4 ਟਰਮ। ਇਸੇ ਤਰ੍ਹਾਂ 13 ਟਰਮ ਦਾ ਜਿਹੜਾ ਅਸੀਂ 4 ਦੇ ਜੋੜੇ ਬਣਾਈਏ ਤਾਂ ਸਾਡੇ ਕੋਲ ਕਿੰਨੇ ਜੋੜੇ ਬਣਨਗੇ? ਸਾਡੇ ਕੋਲ ਬਣਨਗੇ ਰਜੇ 3 ਜੋੜੇ। 3 ਜੋੜੇ ਬਣਨਗੇ ਜਿਨ੍ਹਾਂ ਦੇ ਵਿੱਚ 4 ਟਰਮ ਸਾਡੇ ਕੋਲ ਮੌਜੂਦ ਹੋਣਗੀਆਂ। ਅਤੇ ਇੱਕ ਰਿਮਾਈਂਡਰ ਬਚਿਆ ਮਤਲਬ ਇੱਕ ਟਰਮ ਜਿਹੜੀ ਹੈ ਸਾਡੀ ਉਹ ਇਕੱਲੀ ਰਹਿ ਜਾਵੇਗੀ। ਤਾਂ ਉਹ ਟਰਮ ਜਿਹੜੀ ਇਕੱਲੀ ਰਹਿ ਜਾਵੇਗੀ ਉਹ ਹੋ ਸਕਦੀ ਹੈ ਪਹਿਲੀ ਟਰਮ ਹੋਵੇ, ਹੋ ਸਕਦਾ ਉਹ ਲਾਸਟ ਟਰਮ ਹੋਵੇ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਕਰਕੇ ਲਿਖ ਲਾਂਗੇ। ਆਇਟਾ ਦੀ ਪਾਵਰ n
प्लस समीशन n इज इक्वल टू 1 to 13 आयटा दी पावर n प्लस 1। इत्थे 13 आएगा, 3 है ये। उस तो बाद रजे सानू पता है कि 13 टर्म ने तो पहली टर्म बच जाएगी, पहली टर्म बच गई तो बाकी सारियां की हो जाएगियां, 0 हो जाएगियां। तो पहली टर्म की है आयटा दी पावर 1। इस टर्म की गल करिए तो इत्थे थोड़ा जिहा ध्यान देने वाली गल है। इत्थे जिहड़ी फर्स्ट टर्म है साडे कोल वो हैगी आ आयटा दी पावर 1 प्लस 1 जो कि है आयटा दी पावर 2। गलती नाल भी इत्थे आयटा दी पावर 1 नहीं लिख देना, क्योंकि सानू कहा गया कि आयटा दी पावर n प्लस 1 का समीशन करो जदों n 1 तो लैके 13 तक है। तो पहली टर्म इत्थे आयटा स्केयर है, ना कि आयटा दी पावर 1। तो इत्थे आयटा स्केयर लेना है, क्योंकि जदों n नूं 1 लवांगे तो अपने कोल की बन जूगा, आयटा स्केयर बन जू। तो पहली टर्म आयटा स्केयर है ना, बाकी टर्म तो की हो गई 0 हो गई। ये केस भी बाकी टर्म की हो गई 0 हो गई। तो दोनों दियाँ जिहड़ियां फस्ट टर्म जिहड़ियां बचियां, क्योंकि साडे कोल नंबर ऑफ टर्म्स 13 सीगियां, तो कितना आ गया आयटा माइनस 1 आंसर आ गया। तो बी ऑप्शन 24 मई दी साडे कोल करैक्ट है। नैक्सट है साडे कोल 25th क्वेश्चन। 25th क्वेश्चन दे विच सानू क्या कहंदे आ भी ए ते बी जिहड़े ने साडे कोल रीयल नंबर नूं बिलोंग करदे दो टर्म्स ने, तो कहता भी जदों ए ते बी नूं मल्टीप्लाई करते हैं तो उन्हां दा जिहड़ा मल्टीप्लीकेशन है वो 0 तो ग्रेटर आउंदी है। इस दे दो मतलब ने, कहंदे जां तां दोने ही नैगेटिव ने ते जां तां फिर दोने ही की ने अपने कोल पॉजिटिव ने। जदों दोने ही नैगेटिव ने रजे, जदों दोने ही नैगेटिव ने तो उदों असीं स्केयर रूट ऑफ ए मल्टीप्लाई बाय स्केयर रूट ऑफ बी फाइंड आउट करना है। जदों दोने नैगेटिव ने तो उदों स्केयर रूट ऑफ माइनस ए स्केयर रूट ऑफ माइनस बी से सानू पता है स्केयर रूट ऑफ -1 की बराबर होंदा है आयटा दे। तो इत्थों अपने कोल स्केयर रूट ऑफ ए इंटू स्केयर रूट ऑफ बी। इस केस भी अपने कोल आयटा बाहर आ जू, क्योंकि -1 का स्केयर रूट आयटा होंदा, इस केस भी आयटा बाहर आ जू। तो अपने कोल की बन जू आयटा इंटू आयटा, आयटा स्केयर बन जूगा। तो आयटा स्केयर साडे कोल किहदे बराबर होंदा माइनस दे। ये ऑलरेडी मैं प्रॉपर्टी भी पढ़ा चुकिया। तो अपने कोल जदों ए भी नैगेटिव है बी भी नैगेटिव है तो आंसर की आऊगा, तो उन्हों की मल्टीप्लीकेशन स्केयर रूट की वो आऊगा माइनस ऑफ स्केयर रूट ऑफ ए इंटू बी दे। हुण दूसरा एस्पैक्ट के दूसरा केस भी देख लेने, जदों ए भी पॉजिटिव है तो बी भी पॉजिटिव है तो स्केयर रूट ऑफ ए इंटू स्केयर रूट ऑफ बी किहदे बराबर आ जू, वो बराबर आ जू जी स्केयर रूट ऑफ ए बी दे, क्योंकि असीं ये प्रॉपर्टी पढ़ी है। हुण तुसीं ऑप्शनस चैक करोगे तो ऑप्शनस दे विच साडे कोल ये दोने आंसर दिते होने जरूरी ने, क्योंकि दोने ही पॉसिबिलिटीज़ ने, दोने ही आंसर आउणगे साडे कोल। क्योंकि जदों सानू कहा गया कि ए बी ग्रेटर दैन 0 है तो उहदे दो केस बनते ही बनते हैं। तो साडे कोल कोई भी ऑप्शन जिहड़ी है सैटिस्फाई नहीं कर रही, इस करके नॉन ऑफ दीज ऑप्शन आएगी 25th का। नैक्सट है साडे कोल 26th क्वेश्चन। 26th क्वेश्चन कहते भी स्केयर रूट ऑफ 3 प्लस आयटा की वैल्यू दे रखी है, फाइंड करना है ए सी माइनस बी डी तो ए डी प्लस बी सी। क्वेश्चन को सॉल्व करने सब तो पहला असी बेसिक इनू जोड़ा है स्टैंडर्ड फॉर्म के बनाना शुरू करांगे। राइट हैंड साइड में स्टैंडर्ड फॉर्म के बनाने लिए आप ब्रैकेट ओपन कर देंगे ए सी प्लस आयटा ए डी प्लस आयटा बी इंटू सी प्लस आयटा स्केयर बी डी, जिसनों असी माइनस बी डी भी लिख सकते हैं, क्योंकि आयटा स्केयर साढ़े कोल -1 के इक्वल होंदा है। रीअरेंज करांगे रियल ते इमेजिनरी टर्म्स नूं, तो ए सी माइनस बी डी प्लस आयटा ए डी प्लस बी सी आ जाएगा। इधर अपने कोल स्केयर रूट ऑफ 3 प्लस आयटा चलता आ रहा। इत्थों रजे असी अगर रियल ते इमेजिनरी, रियल एंड इमेजिनरी ਜਿਹੜੇ ਸਾਡੇ ਦੋਨਾਂ ਟਰਮਸ ਨੇ ਰਾਈਟ ਹੈਂਡ ਸਾਈਡ ਤੇ ਲੈਫਟ ਹੈਂਡ ਸਾਈਡ ਤੇ ਉਹਨਾਂ ਨੂੰ ਕੰਪੇਅਰ ਕਰਾਂਗੇ ਤਾਂ ਸਕੁਅਰ ਰੂਟ ਆਫ 3 ਬਰਾਬਰ ਆਵੇਗਾ AC ਮਾਈਨਸ BD ਦੇ, ਤੇ ਸਾਡੇ ਕੋਲ 1 ਜਿਹੜਾ ਹੈ ਉਹ ਬਰਾਬਰ ਆਵੇਗਾ AD ਪਲੱਸ BC ਦੇ। ਤਾਂ ਸਾਡਾ ਆਨਸਰ ਕਿੰਨਾ ਆ ਗਿਆ ਸਕੁਅਰ ਰੂਟ ਆਫ 3, 1। ਤਾਂ ਆਪਣੀ ਆਪਸ਼ਨ C ਜਿਹੜੀ ਹੈ ਕਰੈਕਟ ਆ ਗਈ। ਨੈਕਸਟ ਆ ਸਾਡੇ ਕੋਲ 27th ਕੁਐਸਚਨ। 27th ਕੁਐਸਚਨ 'ਚ ਕਹਿੰਦੇ ਆ इफ z इज इक्वल टू 1 प्लस आयटा तो मल्टीप्लीकेटिव इनवर्स ऑफ z स्केयर असी पता करना है। सब तो पहला असी z का स्केयर करांगे तो साढ़े कोल 1 प्लस आयटा का की आ जाएगा स्केयर आ जाएगा, जिस दी वैल्यू आ गई 1 स्केयर प्लस आयटा स्केयर प्लस 2 आयटा। 1 स्केयर तो आयटा स्केयर कैंसल हो गए क्योंकि आयटा स्केयर बराबर होंदा है -1 दे। तो आंसर कितना आ गया 2 आयटा। z स्केयर की वैल्यू कितनी आ गई 2 आयटा, तो मल्टीप्लीकेटिव इनवर्स ऑफ z स्केयर मतलब मल्टीप्लीकेटिव इनवर्स ऑफ 2 आयटा वो कितना आजू 1/2
2 आयटा आ गया। लेकिन हुण इत्थे एक होर प्रॉब्लम है, इत्थे प्रॉब्लम ये है राजे कि हो सकदा सानू ऑप्शनस दे विच जिहड़ा है ਉਹ ਦੇ ਰੱਖਿਆ ਹੋਵੇ ਕਿ ਤੁਸੀਂ ਇਸ ਨੂੰ ਸਟੈਂਡਰਡ ਫਾਰਮ ਦੇ ਵਿੱਚ ਲਿਖੋ। ਤੇ ਜੇ ਅਸੀਂ ਗੱਲ ਕਰੀਏ ਸਟੈਂਡਰਡ ਫਾਰਮ ਦੀ, ਸਾਨੂੰ ਪਤਾ ਹੈ 1 ਅਪੋਨ ਆਇਟਾ ਜਿਹੜਾ ਬਰਾਬਰ ਹੁੰਦਾ ਹੈ ਮਾਈਨਸ ਆਇਟਾ ਦੇ। ਤਾਂ ਇੱਥੇ 1 ਅਪੋਨ 2 ਆਇਟਾ ਸਾਡੇ ਕੋਲ ਕਿਸ ਦੇ ਬਰਾਬਰ ਆ ਗਿਆ, ਮਾਈਨਸ ਆਇਟਾ ਅਪੋਨ 2 ਦੇ। ਤਾਂ ਆਪਣੇ ਕੋਲ ਆਪਸ਼ਨ ਡੀ ਕੀ ਹੈ 27th ਦਾ ਕਰੈਕਟ ਆਨਸਰ ਹੈ। ਨੈਕਸਟ ਆ ਸਾਡੇ ਕੋਲ 28th ਕੁਐਸਚਨ। 28th ਕੁਐਸਚਨ ਦੇ ਵਿੱਚ ਸਾਨੂੰ ਕਹਿੰਦੇ ਆ ਵੀ z ਬਰਾਬਰ ਹੈ 1 ਪਲਸ ਆਇਟਾ ਟੈਨ ਥੀਟਾ ਦੇ। ਅਤੇ ਆਹ ਕੰਡੀਸ਼ਨ ਦੇ ਰੱਖੀ ਹੈ ਥੀਟਾ ਵਾਸਤੇ। ਕਹਿੰਦੇ ਥੀਟਾ ਜਿਹੜਾ ਹੈ ਉਹ ਲਾਈ ਕਰਦਾ ਹੈ ਆਪਣੇ ਕੋਲ 180 ਡਿਗਰੀ ਤੋਂ ਲੈ ਕੇ 270 ਡਿਗਰੀ ਦੇ ਵਿੱਚ। ਇਹ ਆਪਾਂ ਨੂੰ ਕੰਡੀਸ਼ਨ ਦੇ ਰੱਖੀ ਹੈ। ਅਸੀਂ ਮੋਡੂਲਸ ਫਾਈਂਡ ਆਊਟ ਕਰਨਾ ਹੈ 1 ਪਲਸ ਆਇਟਾ ਟੈਨ ਥੀਟਾ ਦਾ। 1 ਪਲਸ ਆਇਟਾ ਟੈਨ ਥੀਟਾ ਦਾ ਜਿਹੜਾ ਮੋਡੂਲਸ ਹੈ ਉਹ ਬਰਾਬਰ ਹੁੰਦਾ ਹੈ ਸਕੇਅਰ ਰੂਟ ਆਫ ਰੀਅਲ ਪਾਰਟ ਦੇ ਸਕੇਅਰ ਦੇ ਪਲਸ ਇਮੈਜਨਰੀ ਪਾਰਟ ਦੇ ਸਕੇਅਰ ਦੇ। ਤਾਂ ਸਾਡੇ ਕੋਲ ਆਨਸਰ ਆ ਜਾਵੇਗਾ ਰਾਜੇ ਸਿਕੈਂਟ ਸਕੇਅਰ ਥੀਟਾ, ਕਿਉਂਕਿ 1 ਪਲਸ ਟੈਨ ਸਕੇਅਰ ਥੀਟਾ ਬਰਾਬਰ ਹੁੰਦਾ ਹੈ ਸਿਕੈਂਟ ਸਕੇਅਰ ਥੀਟਾ ਦੇ, ਅਤੇ ਬਰਾਬਰ ਹੋ ਜਾਊਗਾ ਸਿਕੈਂਟ ਥੀਟਾ ਦੇ। ਹੁਣ ਇੱਥੇ ਪਲੱਸ ਆਵੇਗਾ ਕਿ ਮਾਈਨਸ ਆਵੇਗਾ, ਪਲੱਸ ਆਵੇਗਾ ਕਿ ਮਾਈਨਸ ਆਵੇਗਾ ਇਹ ਡਿਪੈਂਡ ਕਰਦਾ ਹੈ ਥੀਟਾ 'ਤੇ। ਥੀਟਾ ਦੀ ਜਿਹੜੀ ਵੈਲਿਊ ਹੋਵੇਗੀ ਉਹ ਆਪਣੀ ਜਿਹੜੀ ਹੈ ਉਹ 180 ਤੋਂ ਲੈ ਕੇ 270 ਦੇ ਵਿੱਚ ਹੋਵੇਗੀ। ਅਤੇ 170 ਤੋਂ 270 ਦੇ ਵਿੱਚ ਜਿਹੜਾ ਸੀਕੈਂਟ ਥੀਟਾ ਹੁੰਦਾ ਉਹ ਰਾਜੇ ਆਪਣੇ ਕੋਲ ਕੀ ਹੁੰਦਾ ਹੈ, ਨੈਗੇਟਿਵ ਹੁੰਦਾ ਹੈ। ਇਸ ਕਰਕੇ ਬੀ ਆਪਸ਼ਨ ਜਿਹੜੀ ਹੈ ਸਾਡੀ 28th ਦਾ ਰਾਈਟ ਆਨਸਰ ਹੈ। ਨੈਕਸਟ ਆ ਸਾਡੇ ਕੋਲ ਕੁਐਸਚਨ ਨੰਬਰ 29। ਨੈਕਸਟ ਆ ਸਾਡੇ ਕੋਲ 29th ਕੁਐਸਚਨ। 29th ਕੁਐਸਚਨ ਨੂੰ ਕਰਨ ਦਾ ਇੱਕ ਸ਼ਾਰਟਕਟ ਕੀ ਹੈ ਕਿ z ਮਾਈਨਸ z ਨੋਟ ਬਰਾਬਰ ਹੈ ਸਾਡੇ ਕੋਲ r ਦੇ। ਤਾਂ ਰੇਡੀਅਸ ਦੀ ਵੈਲਿਊ ਆਪਣੇ ਕੋਲ 3 ਆ ਜਾਏਗੀ। ਲੇਕਿਨ ਅਗਰ ਅਸੀਂ ਇਹ ਪ੍ਰੋਪਰਟੀਜ਼ ਭੁੱਲ ਗਏ ਤਾਂ ਡਾਇਰੈਕਟ ਕੁਐਸਚਨ ਨਹੀਂ ਹੋ ਪਾਉਣਾ। ਤਾਂ ਉੱਥੇ ਅਸੀਂ ਕੀ ਕਰਾਂਗੇ, z ਨੂੰ ਪੁੱਟ ਕਰ ਸਕਦੇ ਹਾਂ x ਪਲਸ ਆਇਟਾ y ਦੇ, ਅਤੇ ਇਹਨੂੰ ਸੋਲਵ ਕਰਾਂਗੇ ਜੋ ਸਾਡੇ ਕੋਲ ਗਿਵਨ ਇਕੁਏਸ਼ਨ ਆਫ ਸਰਕਲ ਦੇ ਰੱਖੀ ਹੈ। ਜਦੋਂ z ਨੂੰ x ਪਲਸ ਆਇਟਾ y ਸਬਸਟੀਟਿਊਟ ਕੀਤਾ ਅਤੇ ਇਸ ਜਿਹੜੀ ਮੋਡੂਲਸ ਨੂੰ ਅਲੱਗ-ਅਲੱਗ ਕਰਕੇ ਮੈਂ ਦੂਸਰੀ ਸਾਈਡ ਲੈ ਕੇ ਗਿਆ, ਕਿਉਂਕਿ ਰਾਜੇ ਸਾਡੇ ਕੋਲ ਟਾਈਮ ਥੋੜ੍ਹਾ, ਤਾਂ ਅਸੀਂ ਕੀ ਕਰਾਂਗੇ ਜ਼ਿਆਦਾਤਰ ਜਿਹੜੇ ਸਟੈਪਸ ਨੇ ਮਾਈਂਡ ਦੇ ਵਿੱਚ ਹੀ ਕਰ ਲਵਾਂਗੇ। ਤਾਂ ਸਾਡੇ ਕੋਲ ਆਜੂ x ਪਲਸ ਆਇਟਾ y ਪਲਸ 1 ਦਾ ਮੋਡੂਲਸ ਬਰਾਬਰ ਹੈ ਸਕੇਅਰ ਰੂਟ ਆਫ 3 x ਪਲਸ ਆਇਟਾ y ਮਾਈਨਸ 1 ਦੇ। ਮੈਂ ਕੀ ਕੀਤਾ, ਇੱਥੋਂ ਉੱਪਰਲੀ ਟਰਮ 'ਚੋਂ x ਪਲਸ ਆਇਟਾ y ਜਦੋਂ z ਸਬਸਟੀਟਿਊਟ ਕੀਤਾ ਤਾਂ ਆਇਟਾ ਕਾਮਨ ਕੱਢ ਲਿਆ ਤਾਂ ਅੰਦਰ ਬਚਿਆ y ਪਲਸ 1। ਨੀਚੇ ਜਿਹੜੀ ਡਿਨੋਮੀਨੇਟਰ ਵਾਲੀ ਟਰਮ ਹੈ ਉੱਥੇ ਮੈਂ ਜਦੋਂ z ਦੀ ਜਗ੍ਹਾ 'ਤੇ x ਪਲਸ ਆਇਟਾ y ਸਬਸਟੀਟਿਊਟ ਕਰੂੰਗਾ, ਆਇਟਾ ਕਾਮਨ ਆ ਜਾਊਗਾ ਸਾਡੇ ਕੋਲ, ਤਾਂ ਬਚੂਗਾ y ਮਾਈਨਸ 1 ਬਚੂਗਾ। ਤਾਂ ਹੁਣ ਨੈਕਸਟ ਕੀ ਕਰਾਂਗੇ, ਅਸੀਂ ਸਕੇਅਰ ਕਰ ਦਾਂਗੇ ਦੋਨਾਂ ਸਾਈਡ 'ਤੇ। ਸਕੇਅਰ ਕਰਨ ਨਾਲ ਕੀ ਹੋ ਗਿਆ, ਜਦੋਂ ਮੋਡੂਲਸ ਸੋਲਵ ਕਰਾਂਗੇ ਤਾਂ ਸਕੇਅਰ ਰੂਟ ਬਣ ਜਾਂਦਾ ਹੈ। ਸਕੇਅਰ ਰੂਟ ਨੂੰ ਕੈਂਸਲ ਆਊਟ ਕਰਨ ਲਈ ਅਸੀਂ ਸਕੇਅਰ ਦਾ ਜਿਹੜਾ ਯੂਜ਼ ਕੀਤਾ ਹੈ। ਇੱਥੇ ਮੈਂ ਸਕੇਅਰ ਰੂਟ ਆਫ 3 ਦੀ ਜਗ੍ਹਾ ਕੀ ਲਿਖ ਸਕਦਾ, 3 ਲਿਖ ਸਕਦਾ। ਹੁਣ ਕੀ ਕਰਾਂਗੇ ਰਾਜੇ, ਮੋਡੂਲਸ ਓਪਨ ਕਰਾਂਗੇ ਅਤੇ ਸਕੇਅਰ ਰੂਟ ਨਹੀਂ ਲਿਖਾਂਗੇ, ਕਿਉਂਕਿ ਸਕੇਅਰ ਜਿਹੜਾ ਹੈ ਉਹ ਸਕੇਅਰ ਰੂਟ ਨੂੰ ਕੈਂਸਲ ਆਊਟ ਕਰ ਦੂਗਾ। ਆਪਣੇ ਕੋਲ ਆ ਗਿਆ ਰੀਅਲ ਪਾਰਟ ਦਾ ਸਕੇਅਰ ਪਲਸ ਇਮੈਜਨਰੀ ਪਾਰਟ ਦਾ ਸਕੇਅਰ, ਕਿਸ ਦੇ ਬਰਾਬਰ ਹੈ 3। ਰੀਅਲ ਪਾਰਟ ਦਾ ਸਕੇਅਰ ਪਲਸ ਇਮੈਜਨਰੀ ਪਾਰਟ ਦੇ ਸਕੇਅਰ ਦੇ ਬਰਾਬਰ ਹੈ। ਹੁਣ ਕੀ ਕਰਾਂਗੇ, a ਪਲਸ b ਦਾ ਫਾਰਮੂਲਾ ਓਪਨ ਕਰਾਂਗੇ। a ਪਲਸ b ਦੇ ਹੋਲ ਸਕੇਅਰ ਦਾ ਫਾਰਮੂਲਾ ਲਗਾਤਾ, ਆਪਣੇ ਕੋਲ ਆ ਗਿਆ ਇਸ ਸਾਈਡ 3x ਸਕੇਅਰ ਪਲਸ 3y ਸਕੇਅਰ ਪਲਸ 3 ਮਾਈਨਸ 6y ਦੇ। ਇਸ ਸਾਰੀ ਟਰਮ ਨੂੰ ਉਸ ਸਾਈਡ ਲੈ ਗਏ ਤਾਂ ਸਾਡੇ ਕੋਲ ਆ ਗਿਆ ਰਾਜੇ 2x ਸਕੇਅਰ ਪਲਸ 2y ਸਕੇਅਰ। ਫਿਰ ਆਪਣੇ ਕੋਲ ਕੀ ਆ ਗਿਆ ਪਲਸ 2 ਅਤੇ ਮਾਈਨਸ 8y ਇਜ਼ ਇਕੁਅਲ ਟੂ 0। ਇਹਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਮਾਈਨਸ 8y ਪਲਸ 2 ਇਜ਼ ਇਕੁਅਲ ਟੂ 0 ਦੇ। ਅਤੇ ਜੇ ਅਸੀਂ 2 ਕਾਮਨ ਕੱਢ ਲਈਏ ਸਾਰਿਆਂ ਦੇ ਵਿੱਚੋਂ ਤਾਂ ਸਾਡੇ ਕੋਲ ਬਚੂ x ਸਕੇਅਰ ਪਲਸ y ਸਕੇਅਰ ਮਾਈਨਸ 4y ਅਤੇ ਪਲਸ ਦਾ ਬਣ ਗਿਆ 1। ਇਹਨੂੰ ਅਸੀਂ ਇਕੁਏਸ਼ਨ 1 ਦਾ ਨਾਮ ਦੇ ਲਿਆ। ਅਸੀਂ ਰਾਜੇ ਚੈਪਟਰ ਪੜ੍ਹਾਂਗੇ ਸਰਕਲ ਚੈਪਟਰ ਦੇ ਵਿੱਚ ਅਸੀਂ ਪੜ੍ਹਾਂਗੇ ਇਕੁਏਸ਼ਨਸ ਆਫ ਸਰਕਲ ਨੂੰ, ਜਦੋਂ ਸੈਂਟਰ ਗਿਵਨ ਹੈ, ਜਦੋਂ ਸਾਡੇ ਕੋਲ ਜਰਨਲ ਜਿਹੜੀ ਇਕੁਏਸ਼ਨ ਆਫ ਸਰਕਲ ਦੀ ਗੱਲ ਕੀਤੀ ਜਾਂਦੀ ਹੈ। ਤਾਂ ਜਰਨਲ ਇਕੁਏਸ਼ਨ ਆਫ ਸਰਕਲ ਸਾਡੇ ਕੋਲ ਹੁੰਦੀ ਹੈ x ਸਕੇਅਰ ਪਲਸ y ਸਕੇਅਰ ਪਲਸ 2gx ਪਲਸ 2fy ਪਲਸ c ਇਜ਼ ਇਕੁਅਲ ਟੂ 0 ਦੇ। ਇਹ ਸਾਡੇ ਕੋਲ ਜਰਨਲ ਇਕੁਏਸ਼ਨ ਆਫ ਸਰਕਲ ਹੁੰਦੀ ਹੈ। ਅਗਰ ਅਸੀਂ ਇਕੁਏਸ਼ਨ 2 ਦੇ ਨਾਲ ਇਕੁਏਸ਼ਨ 1 ਨੂੰ ਕੰਪੇਅਰ ਕਰੀਏ ਤਾਂ ਸਾਡੇ ਕੋਲ ਜਿਹੜੀ g ਦੀ ਵੈਲਿਊ ਆ ਜਾਊਗੀ ਉਹ ਆ ਜਾਊਗੀ ਰਾਜੇ ਆਪਣੇ ਕੋਲ 0।
क्योंकि आ फस्ट इक्वेशन ਦੇ ਵਿੱਚ ਤਾਂ x ਸਾਡੇ ਕੋਲ ਹੈ ਹੀ ਨਹੀਂ, x ਵਾਲੀ ਟਰਮ ਤਾਂ ਹੈ ਹੀ ਨਹੀਂ, ਤਾਂ g ਕਿੰਨਾ ਆ ਗਿਆ 0। ਅਗਰ ਅਸੀਂ ਕੰਪੇਅਰ ਕਰਾਂਗੇ ਸੈਕਿੰਡ ਨੂੰ 1 ਦੇ ਨਾਲ ਤਾਂ ਸਾਡੇ ਕੋਲ f ਦੀ ਵੈਲਿਊ ਕਿੰਨੀ ਆ ਜਾਊਗੀ, ਉਹ ਆ ਜਾਊਗੀ -2 ਆ ਜਾਊਗੀ। ਤੇ c ਦੀ ਗੱਲ ਕਰੀਏ ਤਾਂ ਆ ਜਾਊਗੀ ਵੈਲਿਊ 1। ਤਾਂ ਇੱਥੋਂ ਅਸੀਂ f ਤੇ c ਤੇ g ਦੀ ਵੈਲਿਊ ਫਾਈਂਡ ਆਊਟ ਕਰ ਲਈਆਂ। ਕਿਉਂ ਕੀਤੀਆਂ ਮੈਂ ਦੱਸਦਾ, ਕਿਉਂਕਿ ਇਸ ਇਕੁਏਸ਼ਨ ਵਾਸਤੇ ਜਿਹੜਾ ਸਾਡਾ ਸੈਂਟਰ ਹੁੰਦਾ, ਸੈਂਟਰ ਦਾ ਇਸ ਜਿਹੜੀ ਜਨਰਲ ਇਕੁਏਸ਼ਨ ਹੈ ਇਹਦਾ ਸੈਂਟਰ ਹੁੰਦਾ ਸਾਡੇ ਕੋਲ, ਉਹ ਹੁੰਦਾ -g, -f। ਤੇ ਜੇ ਰੇਡੀਅਸ ਦੀ ਗੱਲ ਕਰੀਏ ਤਾਂ ਉਹ ਬਰਾਬਰ ਹੁੰਦਾ ਰਾਜੇ ਸਕੁਅਰ ਰੂਟ ਆਫ g² ਪਲੱਸ f² -c ਦੇ। ਹੁਣ ਸਾਨੂੰ ਕੀ ਫਾਈਂਡ ਆਊਟ ਕਰਨ ਲਈ ਕਿਹਾ ਗਿਆ, ਰੇਡੀਅਸ ਫਾਈਂਡ ਆਊਟ ਕਰਨ ਲਈ ਗਿਆ। ਤਾਂ ਰੇਡੀਅਸ ਕੀ ਹੋਊਗਾ, ਰੇਡੀਅਸ ਬਰਾਬਰ ਹੋਊਗਾ ਸਕੁਅਰ ਰੂਟ ਆਫ g², g ਸਾਡੇ ਕੋਲ ਕਿੰਨਾ 0, ਤਾਂ 0 ਪਲੱਸ f² ਮਤਲਬ 4 ਤੇ ਮਾਈਨਸ ਦਾ ਕੀ ਆਜੂ 1। ਤਾਂ ਆਨਸਰ ਕਿੰਨਾ ਆ ਗਿਆ, ਸਕੁਅਰ ਰੂਟ ਆਫ 3 ਆ ਗਿਆ। ਤਾਂ ਇਸ ਤਰ੍ਹਾਂ ਵੀ ਤੁਸੀਂ ਜਿਹੜਾ ਸੋਲਵ ਕਰ ਸਕਦੇ ਹੋ, ਲੇਕਿਨ ਤੁਹਾਨੂੰ ਜਰਨਲ ਟਰਮਸ ਜਿਹੜੀਆਂ ਨੇ ਸਾਰੀਆਂ ਕਲੀਅਰ ਹੋਣੀਆਂ ਚਾਹੀਦੀਆਂ। ਨੈਕਸਟ ਆ ਸਾਡੇ ਕੋਲ ਕੁਐਸਚਨ ਨੰਬਰ 30 ਕੁਐਸਚਨ ਕੀ ਹੈ ਸਾਡੇ ਕੋਲ, ਕਹਿੰਦੇ ਦ ਸਮਾਲੈਸਟ ਪੋਜ਼ੀਟਿਵ ਇੰਟੀਗਰਲ ਵੈਲਿਊ ਆਫ n ਦੀ ਸਮੋਲੈਸਟ ਪੋਜ਼ੀਟਿਵ ਇੰਟੀਗਰਲ ਵੈਲਿਊ ਜਿਹੜੀ ਆ ਪਤਾ ਕਰਨੀ ਹੈ, ਜਿਹਦੇ ਵਾਸਤੇ ਸਾਡਾ ਇਹ ਕੰਪਲੈਕਸ ਨੰਬਰ ਪਿਓਰਲੀ ਇਮੈਜਨਰੀ ਹੋਣਾ ਚਾਹੀਦਾ ਤੇ ਪੋਜ਼ਿਟਿਵ ਹੋਣਾ ਚਾਹੀਦਾ। ਦੋ ਕੰਡੀਸ਼ਨਸ ਲੱਗ ਗਈਆਂ, ਪਹਿਲੀ ਕੰਡੀਸ਼ਨ ਇਮੈਜਨਰੀ ਹੋਣਾ ਚਾਹੀਦਾ, ਦੂਸਰੀ ਕੰਡੀਸ਼ਨ ਪੋਜ਼ਿਟਿਵ ਵੀ ਹੋਣਾ ਚਾਹੀਦਾ। ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ 1 ਮਾਈਨਸ ਆਇਟਾ ਅਪੋਨ 1 ਪਲੱਸ ਆਇਟਾ ਨੂੰ ਅਸੀਂ ਲਿਖ ਸਕਦੇ ਹਾਂ ਮਾਈਨਸ ਆਇਟਾ ਦੇ ਇਕੁਅਲ। ਤਾਂ ਇਹਦੀ ਜੀ ਪਾਵਰ n ਕਰ ਦਈਏ ਤਾਂ ਮਾਈਨਸ ਆਇਟਾ ਦੀ ਪਾਵਰ ਵੀ n ਲਿਖ ਸਕਦੇ ਹਾਂ। ਹੁਣ ਅਸੀਂ ਫਾਈਂਡ ਆਊਟ ਕਰਨਾ ਮਾਈਨਸ ਆਇਟਾ ਦੀ ਪਾਵਰ n ਦੇ ਵਿੱਚ ਜੋ n ਦੇ ਰੱਖਿਆ ਉਹਦੀ ਵੈਲਿਊ ਨੂੰ, ਉਹ ਵੈਲਿਊ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਸਾਡੇ ਕੋਲ ਆਨਸਰ ਪਿਓਰਲੀ ਇਮੈਜਨਰੀ ਆਵੇ ਤੇ ਪੋਜ਼ਿਟਿਵ ਆਵੇ। ਹੁਣ ਜੇ ਅਸੀਂ n ਦੀ ਜਗ੍ਹਾ 'ਤੇ 2 ਪੁੱਟ ਕਰਾਂਗੇ, 4 ਪੁੱਟ ਕਰਾਂਗੇ, 6 ਪੁੱਟ ਕਰਾਂਗੇ ਤਾਂ ਉਹਦੇ ਨਾਲ ਵੈਲਿਊ ਜਿਹੜੀ ਆ ਉਹ ਆ ਜੂਗੀ ਆਇਟਾ ਸਕੁਅਰ, ਆਇਟਾ 4, ਆਇਟਾ 6। ਲੇਕਿਨ ਸਾਨੂੰ ਪਤਾ ਇਹ ਸਾਰੀਆਂ ਟਰਮਸ ਜਿਹੜੀਆਂ ਨੇ ਉਹ ਕੀ ਕਰਨਗੀਆਂ, ਆਇਟਾ ਨੂੰ ਐਲੀਮੀਨੇਟ ਕਰ ਦੇਣਗੀਆਂ, ਰੀਅਲ ਟਰਮ ਹੀ ਰਹਿ ਜੂਗੀ ਕਿਉਂਕਿ ਆਇਟਾ ਸਕੁਅਰ -1 ਦੇ ਇਕੁਅਲ ਹੁੰਦਾ। ਤੇ ਗੱਲ ਕਰੀਏ ਆਇਟਾ 4 ਦੀ, ਉਹ ਬਰਾਬਰ ਹੁੰਦਾ ਸਾਡੇ ਕੋਲ 1 ਦੇ। ਤਾਂ ਇਸੇ ਤਰ੍ਹਾਂ ਅਸੀਂ ਜਿਹੜਾ ਹੈ 2 ਹੋ ਗਿਆ, 4 ਹੋ ਗਿਆ, 6 ਹੋ ਗਿਆ, 8 ਹੋ ਗਿਆ, ਇਹ ਜਿਹੜੀਆਂ ਸਾਡੇ ਕੋਲ ਸਾਰੀਆਂ ਈਵਨ ਟਰਮਸ ਨੇ ਇਹਨਾਂ ਨੂੰ ਅਸੀਂ ਸਬਸਟੀਟਿਊਟ ਨਹੀਂ ਕਰਾਂਗੇ, ਅਸੀਂ ਕਰਾਂਗੇ ਔਡ ਟਰਮ ਨੂੰ। ਤੇ n ਦੀ ਵੈਲਿਊ ਹੋਣੀ ਚਾਹੀਦੀ ਹੈ ਸਾਡੇ ਕੋਲ ਪੋਜ਼ਿਟਿਵ ਇੰਟੈਗਰਲ ਤੇ ਸਮੋਲੈਸਟ। ਪੋਜ਼ਿਟਿਵ ਇੰਟੈਗਰਲ ਦਾ ਮਤਲਬ ਹੈ ਨੈਚੁਰਲ ਨੰਬਰ, ਮਤਲਬ 0 ਨਹੀਂ ਪੁੱਟ ਕਰ ਸਕਦੇ। ਤਾਂ n ਪੁੱਟ ਕਰਾਂਗੇ ਆਪਾਂ 1 ਸਭ ਤੋਂ ਪਹਿਲਾਂ। ਜਦੋਂ ਅਸੀਂ 1 ਸਬਸਟੀਟਿਊਟ ਕੀਤਾ ਤਾਂ ਸਾਡੇ ਕੋਲ ਆ ਗਿਆ ਮਾਈਨਸ ਆਇਟਾ ਦੀ ਪਾਵਰ 1 ਤਾਂ ਬਰਾਬਰ ਆ ਗਿਆ ਮਾਈਨਸ ਆਇਟਾ ਦੇ। ਪਹਿਲੀ ਕੰਡੀਸ਼ਨ ਸੈਟੀਸਫਾਈ ਹੋ ਗਈ, ਦੂਜੀ ਨਹੀਂ ਹੋਈ, ਤਾਂ n 1 ਨਹੀਂ ਹੈਗਾ। ਫਿਰ ਅਸੀਂ ਸਬਸਟੀਟਿਊਟ ਕਰਾਂਗੇ n ਨੂੰ 3। ਤਾਂ ਆਪਣੇ ਕੋਲ ਰਜੇ ਇੱਥੇ ਨਾ ਦੇਖੋ 1 ਤਾਂ ਹੈ ਨਹੀਂ, ਤਾਂ ਆਪਸ਼ਨ ਤਾਂ ਖਤਮ ਹੋ ਗਈ। ਹੁਣ ਅਸੀਂ ਕੀ ਕਰ ਸਕਦੇ ਹਾਂ, -3 ਦੇ ਵਿੱਚੋਂ ਇੱਕ ਸਬਸਟੀਟਿਊਟ ਕਰ ਸਕਦੇ ਹਾਂ ਅਗਰ ਆਪਸ਼ਨ A ਤੇ B ਨੂੰ ਐਲੀਮੀਨੇਟ ਕਰਨਾ ਹੋਵੇ ਪਹਿਲਾਂ। ਤੇ -3 ਤਾਂ ਕਰ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਆਪਾਂ ਨੂੰ ਕੀ ਕਿਹਾ, ਪੋਜ਼ਿਟਿਵ ਹੋਣਾ ਚਾਹੀਦੀ ਹੈ n ਦੀ ਵੈਲਿਊ। ਤਾਂ n ਦੀ ਵੈਲਿਊ -3 ਤਾਂ ਹੋ ਹੀ ਨਹੀਂ ਸਕਦੀ, ਤਾਂ ਆ ਵੀ ਜਿਹੜੀ ਐਲੀਮੀਨੇਟ ਹੋ ਗਈ। ਤਾਂ n ਦੀ ਵੈਲਿਊ ਸਿੱਧੀ ਡਾਇਰੈਕਟ ਪੁੱਟ ਕਰਾਂਗੇ ਅਸੀਂ 3। ਤਾਂ 3 ਪੁੱਟ ਕਰਨ 'ਤੇ ਸਾਡੇ ਕੋਲ ਕਿੰਨਾ ਆ ਗਿਆ, -1 ਦੀ ਪਾਵਰ 3 ਆਇਟਾ ਦੀ ਪਾਵਰ 3 -1 ਆਇਟਾ ਕਿਊਬ ਕਿੰਨਾ ਆਪਣੇ ਕੋਲ ਮਾਈਨਸ ਆਇਟਾ। ਆਨਸਰ ਕਿੰਨਾ ਆ ਗਿਆ, ਪਲੱਸ ਦਾ ਆਇਟਾ। ਤਾਂ ਹੁਣ ਆਪਣੇ ਕੋਲ ਦੋਨੇ ਕੰਡੀਸ਼ਨ ਸੈਟੀਸਫਾਈ ਹੋ ਗਈਆਂ। ਆਨਸਰ ਕੀ ਆ ਗਿਆ, B ਆਪਸ਼ਨ ਆ ਗਿਆ। ਤਾਂ ਇਸੇ ਤਰ੍ਹਾਂ ਜਿਹੜਾ ਹੈ ਤੁਸੀਂ 31st ਕੁਐਸਚਨ ਦੇਖੋਗੇ। 31st ਕੁਐਸਚਨ 'ਚ ਸਾਨੂੰ ਕਿਹਾ ਹੈ, ਕਹਿੰਦੇ ਦਾ ਲੀਸਟ ਪੋਜ਼ੀਟਿਵ ਇੰਟੀਗਰਲ n ਪਤਾ ਕਰਨਾ ਹੈ ਜੋ ਲੀਸਟ ਪੋਜ਼ੀਟਿਵ ਇੰਟੀਗਰਲ ਹੋਵੇ। ਪੋਜ਼ੀਟਿਵ ਇੰਟੀਗਰਲ ਦਾ ਮਤਲਬ ਨੈਚੁਰਲ ਨੰਬਰ, ਜਿਹਦੇ ਵਾਸਤੇ ਆ ਸਾਡੀ ਜਿਹੜੀ ਕੰਪਲੈਕਸ ਨੰਬਰ ਹੈ ਉਹ ਹੋਣੀ ਚਾਹੀਦੀ ਆ ਰੀਅਲ। ਸਾਨੂੰ ਪਤਾ 1 ਪਲੱਸ ਆਇਟਾ ਅਪੋਨ 1 ਮਾਈਨਸ ਆਇਟਾ ਉਹ ਬਰਾਬਰ ਹੁੰਦਾ ਹੈ ਆਇਟਾ ਦੇ। ਤੇ ਜੇ ਦੀ ਪਾਵਰ n ਲੈ ਲਾਂਗੇ ਤਾਂ ਆਇਟਾ ਦੀ ਪਾਵਰ ਵੀ n ਹੋ ਜਾਏਗੀ। ਹੁਣ ਅਸੀਂ ਆਇਟਾ ਦੀ ਪਾਵਰ ਜਿਹੜੀ n ਹੈ n ਉਹ ਇਸ ਤਰ੍ਹਾਂ ਚੂਜ਼ ਕਰਨੀ ਹੈ ਵੀ ਸਾਡਾ ਆਨਸਰ ਕੀ ਹੋਣਾ ਚਾਹੀਦਾ, ਰੀਅਲ ਹੋਣਾ ਚਾਹੀਦਾ। ਜਦੋਂ ਅਸੀਂ 3 ਭਰਾਂਗੇ n ਦੀ ਵੈਲਿਊ, 5 ਭਰਾਂਗੇ, 1 ਭਰਾਂਗੇ, 7 ਭਰਾਂਗੇ, ਮਤਲਬ ਕਿ ਔਡ ਵੈਲਿਊਜ਼ ਭਰਾਂਗੇ ਹੈ ਨਾ, ਉਦੋਂ ਤਾਂ ਜਿਹੜੀ ਆਇਟਾ ਦੀ ਪਾਵਰ n ਹੈ ਰਜੇ ਉਹ ਆਪਣੇ ਕੋਲ ਇਮੈਜਨਰੀ ਨੰਬਰ ਆਉਂਦੀ ਹੈ, ਇਮੈਜਨਰੀ ਆਊਗੀ। ਜਦੋਂ ਆਇਟਾ ਦੀ ਪਾਵਰ n ਨੂੰ ਅਸੀਂ n ਜਿਹਦਾ ਹੈ 2 ਭਰਾਂਗੇ, 4 ਭਰਾਂਗੇ, 6 ਭਰਾਂਗੇ, ਮਤਲਬ ਈਵਨ ਵੈਲਿਊਜ਼ ਭਰਾਂਗੇ, ਉਦੋਂ ਆਪਣੇ ਕੋਲ ਵੈਲਿਊ ਕੀ ਆਊਗੀ, ਰੀਅਲ ਆਊਗੀ। ਤਾਂ ਆਇਟਾ ਦੀ ਸਭ ਤੋਂ ਪਹਿਲਾਂ ਵੈਲਿਊ ਅਸੀਂ ਭਰਾਂਗੇ 2, ਤਾਂ ਸਾਡੇ ਕੋਲ ਕਿੰਨਾ ਆ ਗਿਆ -1 ਵਿਚ ਇਜ਼ ਰੀਅਲ। ਤਾਂ ਆਨਸਰ ਆ ਗਿਆ ਆਪਣੇ ਕੋਲ ਆਪਸ਼ਨ A। ਨੈਕਸਟ ਕੁਐਸਚਨ ਜਿਹੜਾ ਰਜੇ ਉਹ ਰਿਪੀਟ ਹੋ ਗਿਆ, ਅਸੀਂ ਕੀਤਾ ਸੀਗਾ 32, ਲੇਕਿਨ ਤੁਸੀਂ ਇੱਥੇ ਦੁਬਾਰਾ ਇਹਨੂੰ ਜਿਹੜਾ ਸੋਲਵ ਕਰਕੇ ਫਾਈਂਡ ਆਊਟ ਕਰਨਾ ਹੈਗਾ। ਤੇ 33 ਕੁਐਸਚਨ ਸਾਨੂੰ ਦੇ ਰੱਖਿਆ, ਕਹਿੰਦੇ ਇਫ z ਇਜ਼ ਇਕੁਅਲ ਟੂ 1 ਪਲੱਸ ਆਇਟਾ ਸੈਟਿਸਫਾਈਂਗ ਮੋਡੂਲਸ ਆਫ z ਪਲੱਸ 1 ਇਜ਼ ਇਕੁਅਲ ਟੂ 1। ਦੱਸਣਾ ਵੀ ਕਿੱਥੇ ਲਾਈ ਕਰੂਗਾ, ਸਰਕਲ 'ਤੇ, ਐਲਿਪਸ 'ਤੇ ਜਾਂ ਫਿਰ ਐਲਿਪਸੋਇਡ 'ਤੇ, ਸੌਰੀ y ਐਕਸਿਸ 'ਤੇ ਜਾਂ ਫਿਰ ਨਨ ਆਫ ਥੀਸ।
ਡਾਇਰੈਕਟ ਵੀ ਜਿਹੜਾ ਹੈ ਅਸੀਂ ਇਸ ਕੁਐਸਚਨ ਨੂੰ ਕਰ ਸਕਦੇ ਹਾਂ। ਸਾਨੂੰ ਪਤਾ ਹੈ ਜਿਹੜੀ ਸੈਂਟਰੋਇਡ ਫਾਰਮ ਹੁੰਦੀ ਹੈ ਸਾਡੇ ਕੋਲ ਕੰਪਲੈਕਸ ਨੰਬਰ ਦੇ ਵਿੱਚ ਇਕੁਏਸ਼ਨ ਆਫ ਸਰਕਲ ਦੀ, ਉਹ ਹੁੰਦੀ ਹੈ z ਮਾਈਨਸ z0 ਬਰਾਬਰ ਹੈ r ਦੇ। ਇਹ ਆਪਣੇ ਕੋਲ ਕੀ ਹੈ, ਇਕੁਏਸ਼ਨ ਦੀ ਸਰਕਲ ਦੀ ਇਕੁਏਸ਼ਨ ਹੈ ਨਾ। ਅਗਰ ਗੱਲ ਕਰੀਏ ਇਸ ਕੰਪਲੈਕਸ ਨੰਬਰ ਦੀ ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ z ਮਾਈਨਸ ਮਾਈਨਸ 1 ਦਾ ਮੋਡੂਲਸ ਬਰਾਬਰ ਹੈ 1 ਦੇ। ਤਾਂ ਇਹ ਆਪਣੇ ਕੋਲ ਕੀ ਆ ਗਈ, ਇਕੁਏਸ਼ਨ ਆਫ ਸਰਕਲ ਇਨ ਸੈਂਟਰੋਇਡ ਫਾਰਮ ਨਾ, ਸੈਂਟਰਲ ਫਾਰਮ ਦੀ ਗੱਲ ਕਰ ਰਹੇ ਹਾਂ। ਅਤੇ ਆਪਣੇ ਕੋਲ ਇੱਥੇ ਆਨਸਰ ਕੀ ਆ ਜਾਊਗਾ ਰਾਜੇ, ਡਾਇਰੈਕਟ ਆ ਜਾਊਗਾ ਆਪਸ਼ਨ ਏ। ਇੱਥੇ ਨਾ ਇੱਕ ਮਿਸਟੇਕ ਜਿਹੜੀ ਆ ਰਾਈਟਿੰਗ ਟਾਈਮ ਹੋ ਗਈ ਸੀ ਮੇਰੇ ਤੋਂ, ਉਹ ਇਹ ਹੈ ਕਿ z ਜਿਹੜਾ ਸਾਡੇ ਕੋਲ ਅਜੇ ਉਹ ਬਰਾਬਰ ਹੈ x ਪਲਸ ਆਈਟਾ ਵਾਈ ਦੇ। ਜਦੋਂ ਤੁਸੀਂ z ਨੂੰ x ਪਲਸ ਆਈਟਾ ਵਾਈ ਸਬਸਟੀਟਿਊਟ ਕਰਕੇ ਆਪਾਂ ਕੀ ਕਰ ਸਕਦੇ ਹਾਂ, ਇਹਨੂੰ ਸੋਲਵ ਕਰ ਸਕਦੇ ਹਾਂ ਇਸ ਇਕੁਏਸ਼ਨ ਨੂੰ। ਜਦੋਂ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਸਰਕਲ ਦੀ ਇਕੁਏਸ਼ਨ ਬਣ ਜਾਏਗੀ। ਤਾਂ ਡਾਇਰੈਕਟ ਵੀ ਕਰ ਸਕਦੇ ਹੋ ਅਤੇ ਬਾਏ ਉਹਨੂੰ ਸੋਲਵ ਕਰਕੇ ਵੀ ਜਿਹੜਾ ਕਰ ਸਕਦੇ ਹੋ ਫਾਈਂਡ। 34 ਦੇਖੀਏ ਤਾਂ ਸਾਨੂੰ ਕਹਿ ਰੱਖਿਆ ਦਾ ਪੁਆਇੰਟ ਰਿਪਰੈਜ਼ੈਂਟਿੰਗ ਕੰਪਲੈਕਸ ਨੰਬਰ z ਫਾਰ ਵਿਚ ਦਿਸ ਵਨ ਲਾਈ ਔਨ ਲੋਕਸ ਗਿਵਨ ਬਾਈ। ਤਾਂ ਦੱਸਣਾ ਸਰਕਲ 'ਤੇ ਲਾਈ ਕਰ ਰਿਹਾ, ਸਟ੍ਰੇਟ ਲਾਈਨ 'ਤੇ ਲਾਈ ਕਰ ਰਿਹਾ, ਐਲਿਪਸ 'ਤੇ ਜਾਂ ਫਿਰ ਨਨ ਆਫ ਦੀਸ। ਤਾਂ ਇਹਨੂੰ ਰੀਅਰੇਂਜ ਕਰਕੇ ਜਾਂ ਫਿਰ ਇਸ ਤਰ੍ਹਾਂ ਵੀ ਅਸੀਂ ਦੱਸ ਸਕਦੇ ਹਾਂ ਕਿ ਜਿਹੜੀ k ਦੀ ਵੈਲਿਊ ਹੈ ਸਾਡੇ ਕੋਲ ਉਹ ਕਿੰਨੀ ਦੇ ਰੱਖੀ ਹੈ, 1 ਦੇ ਰੱਖੀ ਹੈ। ਅਤੇ ਜਦੋਂ k 1 ਹੁੰਦਾ ਤਾਂ ਆਪਣੇ ਕੋਲ ਕੀ ਆਨਸਰ ਹੁੰਦਾ ਹੈ, ਸਟ੍ਰੇਟ ਲਾਈਨ ਆਨਸਰ ਹੁੰਦਾ, ਕਿਉਂਕਿ ਸਾਨੂੰ ਪਤਾ z ਮਾਈਨਸ z1 ਦਾ ਮੋਡੂਲਸ ਬਰਾਬਰ ਹੈ k z ਮਾਈਨਸ z2 ਦੇ ਮੋਡੂਲਸ ਦੇ ਇਕੁਅਲ। ਨੈਕਸਟ ਹੈ ਸਾਡੇ ਕੋਲ 35th ਕੁਐਸਚਨ। 35th ਕੁਐਸਚਨ ਜਿਹੜਾ ਰਾਜੇ ਉਸ 'ਚ ਸਾਨੂੰ ਕਿਹਾ ਗਿਆ, ਕਹਿੰਦੇ ਇਫ z1 ਐਂਡ z2 ਆਰ ਦਾ ਟੂ ਕੰਪਲੈਕਸ ਨੰਬਰਸ ਸੱਚ ਦੈਟ z1 plus z2 and z1 into z2 both are real then ਕਹਿੰਦੇ ਆਪਣੇ ਕੋਲ ਦੋ ਕੰਪਲੈਕਸ ਨੰਬਰ ਦੇ ਰੱਖੇ ਨੇ z1 ਤੇ z2, ਤੇ ਕਹਿੰਦੇ ਜੇ z1 ਤੇ z2 ਨੂੰ ਐਡ ਕਰ ਦਈਏ, ਜੇ z1 ਤੇ z2 ਨੂੰ ਐਡ ਕਰ ਦਈਏ ਤਾਂ ਸਾਡੇ ਕੋਲ ਰੀਅਲ ਆਉਂਦਾ ਨੰਬਰ, ਸਾਡੇ ਕੋਲ ਰੀਅਲ ਵੈਲਿਊ ਆ ਜਾਂਦੀ ਹੈ। ਅਤੇ ਜੇ ਅਗਰ z1 ਤੇ z2 ਨੂੰ ਮਲਟੀਪਲਾਈ ਕਰ ਦਈਏ ਤਾਂ ਵੀ ਸਾਡੇ ਕੋਲ ਵੈਲਿਊ ਰੀਅਲ ਆ ਜਾਂਦੀ ਹੈ। ਤਾਂ ਦੱਸਣਾ ਵੀ z1 ਤੇ z2 ਦੇ ਵਿੱਚ ਕੀ ਰਿਲੇਸ਼ਨ ਹੈ, ਉਹ ਆਪਸ਼ਨ ਦੇ ਥਰੂ ਦੱਸਣਾ ਹੈ। A ਆਪਸ਼ਨ, B ਆਪਸ਼ਨ, C ਤੇ D। ਦੱਸਣਾ ਵੀ z1 ਬਰਾਬਰ ਹੈ ਮਾਈਨਸ z2 ਦੇ। ਇਸੇ ਤਰ੍ਹਾਂ ਕਹਿਣ ਦੀ ਗੱਲ ਹੈ, ਆਪਸ਼ਨ ਅਗਰ ਧਿਆਨ 'ਚ ਦੇਖੋਗੇ ਤਾਂ ਰਿਲੇਸ਼ਨ ਦੱਸਿਆ z1 ਤੇ z2 ਦਾ। ਤਾਂ ਹੁਣ ਇਸ ਨੂੰ ਅਸੀਂ ਕੀ ਕਰਾਂਗੇ ਰਾਜੇ, ਬਾਏ ਆਪਸ਼ਨ ਕਰਾਂਗੇ ਇਸ ਕੁਐਸਚਨ ਨੂੰ। ਬਾਈ ਆਪਸ਼ਨ ਕਿਸ ਤਰ੍ਹਾਂ ਕਰਾਂਗੇ, ਕਹਿੰਦੇ ਵੀ ਸਭ ਤੋਂ ਪਹਿਲਾਂ ਸਾਨੂੰ ਦੇ ਰੱਖਿਆ A ਆਪਸ਼ਨ ਕਿ z1 ਬਰਾਬਰ ਹੈ ਮਾਈਨਸ ਆਫ z2 ਦੇ। ਇਹ ਆਪਾਂ ਨੂੰ ਗਿਵਨ ਹੈ ਕਿਉਂਕਿ ਅਸੀਂ ਆਪਸ਼ਨ ਲੈ ਕੇ ਚੱਲ ਰਹੇ ਹਾਂ, ਤਾਂ ਗਿਵਨ ਟਰਮ ਸਾਡੇ ਕੋਲ ਆਪਸ਼ਨ ਹੈ ਜੀ z1 ਇਜ਼ ਇਕੁਅਲ ਟੂ ਹੈ ਮਾਈਨਸ ਆਫ z2 ਦੇ। ਹੁਣ A ਆਪਸ਼ਨ ਦਾ ਯੂਜ਼ ਕਰਕੇ ਅਸੀਂ ਅਗਰ z1 ਤੇ z2 ਨੂੰ ਐਡ ਕਰੀਏ, A ਆਪਸ਼ਨ ਦਾ ਯੂਜ਼ ਕਰਕੇ ਅਸੀਂ z1 ਤੇ z2 ਨੂੰ ਜਦੋਂ ਐਡ ਕਰਾਂਗੇ, A ਆਪਸ਼ਨ ਦਾ ਯੂਜ਼ ਕਰਕੇ ਜਦੋਂ ਅਸੀਂ z1 ਤੇ z2 ਨੂੰ ਮਲਟੀਪਲਾਈ ਕਰਾਂਗੇ, ਤਾਂ ਜੇ ਸਾਡੇ ਕੋਲ ਵੈਲਿਊ ਰੀਅਲ ਆ ਗਈ ਤਾਂ ਆਪਾਂ ਕਹਾਂਗੇ A ਆਪਸ਼ਨ ਕਰੈਕਟ ਹੈ। ਸਹੀ ਗੱਲ ਹੈ ਨਾ ਕਿ A ਆਪਸ਼ਨ ਨੇ ਅਗਰ ਆ ਰੀਅਲ ਵਾਲੀ ਕੰਡੀਸ਼ਨ ਨੂੰ ਸੈਟਿਸਫਾਈ ਕਰਤਾ ਤਾਂ A ਆਪਸ਼ਨ ਕਰੈਕਟ ਹੈ, ਮਤਲਬ ਇਹ ਰਿਲੇਸ਼ਨ ਕਰੈਕਟ ਹੈ z1 ਤੇ z2 ਦੇ ਵਿੱਚ। ਤਾਂ ਇਹੀ ਅਸੀਂ ਕਰਾਂਗੇ, ਅਸੀਂ ਆਪਸ਼ਨ ਚੂਜ਼ ਕਰਾਂਗੇ A B C D 'ਚੋਂ ਅਤੇ ਅਸੀਂ ਦੇਖਾਂਗੇ ਵੀ ਕਿਹੜੀ ਆਪਸ਼ਨ ਜਿਹੜੀ ਹੈ ਆਹ ਰੀਅਲ ਵਾਲੀ ਕੰਡੀਸ਼ਨ ਨੂੰ ਸੈਟਿਸਫਾਈ ਕਰੀਏ। ਤਾਂ ਫਸਟ ਆਪਸ਼ਨ A ਲੈ ਲੈਂਦੇ ਹਾਂ। A ਆਪਸ਼ਨ 'ਚ ਕਿਹਾ ਗਿਆ, ਕਹਿੰਦੇ ਵੀ z1 ਦੀ ਜਗ੍ਹਾ 'ਤੇ ਤੁਸੀਂ ਮਾਈਨਸ z2 ਪੁੱਟ ਕਰ ਸਕਦੇ ਹੋ। ਤਾਂ ਜਦੋਂ ਅਸੀਂ z1 ਪਲੱਸ z2 ਕਰਾਂਗੇ, ਅਸੀਂ z1 ਦੀ ਜਗ੍ਹਾ 'ਤੇ ਮਾਈਨਸ z2 ਪੁੱਟ ਕਰ ਸਕਦੇ ਹਾਂ। ਤਾਂ ਮਾਈਨਸ z2 ਪਲੱਸ z1 ਆਨਸਰ ਆ ਗਿਆ 0 ਵਿਚ ਇਜ਼ ਰੀਅਲ। ਤਾਂ ਇਹ ਤਾਂ ਰੀਅਲ ਹੋ ਗਿਆ। ਹੁਣ ਮਲਟੀਪਲਾਈ ਕਰਾਂਗੇ ਜਦੋਂ z1 ਤੇ z2 ਨੂੰ, ਤਾਂ ਜਦੋਂ ਮਲਟੀਪਲਾਈ ਕਰਾਂਗੇ z1 ਨੂੰ z2 ਨਾਲ, ਤਾਂ z1 ਦੀ ਜਗ੍ਹਾ 'ਤੇ ਅਸੀਂ ਪੁੱਟ ਕਰ ਸਕਦੇ ਹਾਂ ਮਾਈਨਸ ਆਫ z2 ਅਕੋਰਡਿੰਗ ਟੂ ਫਸਟ ਇਕੁਏਸ਼ਨ। ਤਾਂ ਇੱਥੇ ਆ ਗਿਆ ਮਾਈਨਸ z2 ਇਨਟੂ z2, ਕੀ ਆ ਗਿਆ ਆਪਣੇ ਕੋਲ ਮਾਈਨਸ ਦਾ z2 ਦਾ ਸਕੇਅਰ। ਹੁਣ ਤੁਸੀਂ ਕਿਸੇ ਵੀ ਕੰਪਲੈਕਸ ਨੰਬਰ ਦਾ ਜਦੋਂ ਸਕੇਅਰ ਕਰੋਗੇ ਤਾਂ ਤੁਹਾਡੇ ਕੋਲ x ਸਕੇਅਰ ਮਾਈਨਸ y ਸਕੇਅਰ ਪਲੱਸ 2 ਆਇਟਾ XY ਬਣੂਗਾ। ਤਾਂ ਆਇਟਾ ਤਾਂ ਆਊਗਾ ਨਾ, ਤਾਂ ਕਿਸੇ ਵੀ ਕੰਪਲੈਕਸ ਨੰਬਰ ਦਾ ਅਗਰ ਆਪਾਂ ਸਕੇਅਰ ਕਰਾਂਗੇ ਤਾਂ ਆਪਣੇ ਕੋਲ ਆਇਟਾ ਆਊਗਾ ਹੀ ਆਊਗਾ। ਇਹਦਾ ਮਤਲਬ ਇਹ ਰੀਅਲ ਨਹੀਂ ਹੈਗੀ, ਲੇਕਿਨ ਪਲੱਸ ਰੀਅਲ ਹੋ ਗਈ ਸੀਗੀ। ਪਲੱਸ ਨੇ ਤਾਂ ਰੀਅਲ ਦੀ ਕੰਡੀਸ਼ਨ ਨੂੰ ਸੈਟਿਸਫਾਈ ਕਰਤਾ ਸੀਗਾ ਜਦੋਂ ਅਸੀਂ ਇਹ ਆਪਸ਼ਨ ਦਾ ਹੈਲਪ ਲਿੱਤੀ, ਲੇਕਿਨ ਮਲਟੀਪਲਾਈ ਨੇ ਨਹੀਂ ਕੀਤਾ। ਲੇਕਿਨ ਰਜੇ ਸਾਡੇ ਕੋਲ ਦੋਨੇ ਕੰਡੀਸ਼ਨ ਹੀ ਸੈਟਿਸਫਾਈ ਹੋਣੀ ਚਾਹੀਦੀਆਂ, z1 ਪਲੱਸ z2 ਇਜ਼ ਇਕੁਅਲ ਟੂ ਰੀਅਲ ਵਾਲੀ ਵੀ ਅਤੇ z1 ਇੰਟੂ z2 ਰੀਅਲ ਵਾਲੀ ਵੀ। ਤਾਂ ਇਹਦਾ ਮਤਲਬ ਫਸਟ ਆਪਸ਼ਨ ਤਾਂ ਹੋ ਗਈ ਡਿਸਕਰੈਕਟ। B ਆਪਸ਼ਨ 'ਤੇ ਆ ਗਈ, ਕਹਿੰਦੇ ਹੁਣ ਤੁਸੀਂ z1 ਦੀ ਜਗ੍ਹਾ 'ਤੇ z2 ਬਾਰ ਲਿਖ ਸਕਦੇ ਹੋ। ਜਦੋਂ ਅਸੀਂ ਦੋਨਾਂ ਨੂੰ ਪਲੱਸ ਕੀਤਾ z1 ਤੇ z2 ਨੂੰ, ਤਾਂ ਅਸੀਂ ਹੁਣ z1 ਦੀ ਜਗ੍ਹਾ 'ਤੇ z2 ਬਾਰ ਲਿਖ ਸਕਦੇ ਹਾਂ। ਤਾਂ ਮੈਂ ਇੱਥੇ ਲਿਖਤਾ z2 ਬਾਰ ਪਲੱਸ z2 ਇਜ਼ ਇਕੁਅਲ ਟੂ
ਇੱਥੇ ਹੁਣ ਸਾਡੇ ਕੋਲ ਜਿਹੜੇ ਬੱਚਿਆਂ ਨੇ ਫਾਰਮੂਲਾ ਪੜ੍ਹਿਆ ਉਹ ਤਾਂ ਹੁਣ ਇੱਥੇ ਅੱਗੇ ਸਟੈਪ ਕਰ ਲੈਣਗੇ, ਜਿਹਨੇ ਨਹੀਂ ਪੜ੍ਹਿਆ ਉਹ ਫਾਰਮੂਲਾ ਇੱਥੇ ਰਹਿ ਜਾਣਗੇ। Z ਪਲੱਸ Z ਬਾਰ ਉਹ ਸਾਡੇ ਕੋਲ ਬਰਾਬਰ ਹੁੰਦਾ ਡਬਲ ਆਫ ਰੀਅਲ ਪਾਰਟ ਆਫ Z ਦੇ, ਤਾਂ ਆਪਣੇ ਕੋਲ 2 ਇੰਟੂ ਰੀਅਲ ਪਾਰਟ ਆਫ Z ਆਨਸਰ ਆਊਗਾ ਇਹਦਾ। ਸੈਕਿੰਡ ਆਪਣੇ ਕੋਲ ਜਦੋਂ Z1 ਅਤੇ Z2 ਨੂੰ ਮਲਟੀਪਲਾਈ ਕੀਤਾ ਤਾਂ ਉਹ ਬਰਾਬਰ ਕਿਹਦੇ ਆਊਗਾ। ਹੁਣ ਅਸੀਂ ਕੀ ਕਰਾਂਗੇ, Z1 ਦੀ ਜਗ੍ਹਾ 'ਤੇ ਕੀ ਪੁੱਟ ਕਰਾਂਗੇ, Z2 ਬਾਰ, ਕਿਉਂਕਿ ਅਸੀਂ ਸੈਕਿੰਡ ਆਪਸ਼ਨ ਲੈ ਕੇ ਚੱਲ ਰਹੇ ਹਾਂ। ਤਾਂ Z2 ਬਾਰ ਇੰਟੂ Z2, ਜਾਂ ਫਿਰ ਇਹਨੂੰ ਲਿਖ ਸਕਦੇ ਹਾਂ Z2 ਇੰਟੂ Z2 ਬਾਰ। ਇਹ ਕਾਹਦੇ ਇਕੁਅਲ ਹੁੰਦਾ ਹੈ, ਅਸੀਂ ਪੜ੍ਹਿਆ ਸੀ ਕਿ Z ਇੰਟੂ Z ਬਾਰ ਕਾਹਦੇ ਬਰਾਬਰ ਹੁੰਦਾ, ਉਹ ਬਰਾਬਰ ਹੁੰਦਾ ਜੀ Z ਮੋਡੂਲਸ ਦੇ ਸਕੇਅਰ ਦੇ ਬਰਾਬਰ ਹੁੰਦਾ। ਇਹ ਪ੍ਰੋਪਰਟੀ ਪੜ੍ਹੀ ਸੀ। ਤਾਂ ਦੇਖੋ ਕਿੰਨੀਆਂ ਪ੍ਰੋਪਰਟੀਆਂ ਕੰਮ ਆਉਂਦੀਆਂ ਨੇ, ਸਿਰਫ ਅਸੀਂ ਜਿਹੜਾ ਹੈ 2-3 ਸਟੈਪ ਦੇ ਵਿੱਚ ਹੀ ਆਨਸਰ ਨੂੰ ਕੈਲਕੂਲੇਟ ਕਰ ਲਿਆ। ਤਾਂ Z2 ਇੰਟੂ Z2 ਬਾਰ ਬਰਾਬਰ ਹੋਊਗਾ Z2 ਮੋਡੂਲਸ ਦੇ ਹੋਲ ਸਕੇਅਰ ਦੇ। ਜਦੋਂ ਅਸੀਂ ਕਿਸੇ ਵੀ ਕੰਪਲੈਕਸ ਨੰਬਰ ਦਾ ਮੋਡੂਲਸ ਫਾਈਂਡ ਆਊਟ ਕਰਦੇ ਹਾਂ ਰਾਜੇ, ਤਾਂ ਸਾਡੇ ਕੋਲ ਉਸ ਵਿੱਚ ਆਇਟਾ ਆਉਂਦਾ ਹੀ ਨਹੀਂ, ਤਾਂ ਆ ਵੀ ਆਪਣੇ ਕੋਲ ਕੀ ਆਊਗਾ ਆਨਸਰ, ਰੀਅਲ ਹੀ ਆਊਗਾ। ਤਾਂ ਦੋਨੇ ਕੰਡੀਸ਼ਨ ਜਿਹੜੀ ਆ ਬੀ ਆਪਸ਼ਨ ਸੈਟੀਸਫਾਈ ਕਰ ਰਹੀ ਹੈ, ਇਸ ਕਰਕੇ ਬੀ ਇਜ਼ ਦਾ ਕਰੈਕਟ ਆਨਸਰ ਫਾਰ ਕੁਐਸਚਨ 35। ਨੈਕਸਟ ਆ ਸਾਡੇ ਕੋਲ ਕੁਐਸਚਨ ਨੰਬਰ 36 'ਚ ਸਾਨੂੰ ਕਿਹਾ ਗਿਆ, ਕਹਿੰਦੇ ਇਫ n ਇਜ਼ ਏ ਪੋਜ਼ੀਟਿਵ ਇੰਟੀਜਰ ਗ੍ਰੇਟਰ ਦੈਨ ਯੂਨਿਟੀ। ਹੁਣ ਇੱਥੇ ਆਪਣੇ ਕੋਲ ਕਹਿੰਦੇ n ਆਪਣੇ ਕੋਲ ਕੋਈ ਪੋਜ਼ੀਟਿਵ ਇੰਟੀਜਰ ਹੈ ਪਰ ਉਹ 1 ਤੋਂ ਵੱਡਾ ਹੋਣਾ ਚਾਹੀਦਾ, ਅਤੇ Z ਆਪਣੇ ਕੋਲ ਕੋਈ ਕੰਪਲੈਕਸ ਨੰਬਰ ਦੇ ਰੱਖਿਆ ਜਿਹੜਾ ਇਸ ਇਕੁਏਸ਼ਨ ਨੂੰ ਸੈਟਿਸਫਾਈ ਕਰ ਰਿਹਾ। ਦੈਨ ਦੱਸੋ ਵੀ ਆਪਾਂ ਦੱਸਣਾ ਵੀ ਰੀਅਲ ਪਾਰਟ ਆਫ Z ਜਿਹੜਾ ਉਹ ਲੈਸ ਦੈਨ 0 ਹੈ, ਰੀਅਲ ਪਾਰਟ ਆਫ Z ਗ੍ਰੇਟਰ ਦੈਨ 0 ਹੈ, ਜਾਂ ਇਕੁਅਲ ਟੂ 0 ਹੈ, ਜਾਂ ਫਿਰ ਨਨ ਆਫ ਦੀਜ਼ ਹੈ। 36 ਕੁਐਸਚਨ ਦੇ ਵਿੱਚ ਹੁਣ ਰਾਜੇ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਜਿਹੜੀ ਇਕੁਏਸ਼ਨ ਸਾਨੂੰ ਦੇ ਰੱਖੀ ਹੈ Z ਦੀ n ਇਜ਼ ਇਕੁਅਲ ਟੂ Z ਪਲੱਸ 1 ਦੀ ਪਾਵਰ n, ਇਹਦੇ ਵਿੱਚ Z ਦੀ ਜਗ੍ਹਾ 'ਤੇ ਪੁੱਟ ਕਰਾਂਗੇ x ਪਲੱਸ ਆਈਟਾ y। ਹੁਣ ਸਾਨੂੰ ਰਾਜੇ ਇਹਨਾਂ ਨੇ ਦੇ ਰੱਖਿਆ ਹੈ ਕਿ n ਜਿਹੜਾ ਹੈ ਉਹ ਬਿਲੋਂਗ ਕਰਦਾ ਹੈ ਨੈਚੁਰਲ ਨੰਬਰ ਨੂੰ, ਮਤਲਬ ਪੋਜ਼ੀਟਿਵ ਇੰਟੀਜਰ ਨੂੰ, ਅਤੇ n ਦੀ ਜਿਹੜੀ ਵੈਲਿਊ ਹੈ ਉਹ ਗ੍ਰੇਟਰ ਦੈਨ 1 ਹੈ। n ਦੀ ਵੈਲਿਊ 2 ਹੋ ਸਕਦੀ ਹੈ, n ਦੀ ਵੈਲਿਊ 3 ਹੋ ਸਕਦੀ ਹੈ, ਕੁਝ ਵੀ ਹੋ ਸਕਦੀ ਹੈ। ਜਦੋਂ ਕਹਿੰਦੇ ਅਗਰ n ਦੀ ਵੈਲਿਊ ਸਾਨੂੰ ਇਫ ਮਤਲਬ ਅਗਰ ਸਾਡੇ ਕੋਲ n ਦੀ ਵੈਲਿਊ ਗ੍ਰੇਟਰ ਦੈਨ 1 ਹੋਵੇ ਅਤੇ ਇਹ ਕੰਪਲੈਕਸ ਨੰਬਰ ਜਿਹੜਾ ਹੈ ਉਹ ਸੈਟਿਸਫਾਈ ਕਰੂਗਾ ਇਸ ਕੰਡੀਸ਼ਨ ਨੂੰ, ਤਾਂ ਦੱਸੋ ਵੀ ਰੀਅਲ ਪਾਰਟ ਕੀ ਹੋਵੇਗਾ। ਅਸੀਂ ਰੀਅਲ ਪਾਰਟ ਬਾਰੇ ਦੱਸਣਾ ਵੀ ਰੀਅਲ ਪਾਰਟ ਗ੍ਰੇਟਰ ਦੈਨ 1 ਹੋਵੇਗਾ, 0 ਹੋਵੇਗਾ, ਲੈਸ ਦੈਨ ਹੋਵੇਗਾ। ਤਾਂ ਸਭ ਤੋਂ ਪਹਿਲਾਂ ਰਾਜੇ ਅਸੀਂ ਕਰਾਂਗੇ Z ਦੀ ਜਗ੍ਹਾ 'ਤੇ ਪੁੱਟ ਕਰਾਂਗੇ x ਪਲੱਸ ਆਈਟਾ y, ਅਤੇ n ਦੀ ਜਗ੍ਹਾ 'ਤੇ ਅਸੀਂ ਹੁਣ ਸਪੋਜ਼ ਕਰ ਸਕਦੇ ਹਾਂ 2, ਕਿਉਂਕਿ ਉਹਨਾਂ ਨੇ ਸਾਨੂੰ 1 ਲੈਣ ਤੋਂ ਮਨਾ ਕੀਤਾ। ਉਹਨਾਂ ਨੇ ਕਿਹਾ n ਦੀ ਵੈਲਿਊ ਜਿਹੜੀ ਆ ਗ੍ਰੇਟਰ ਦੈਨ ਯੂਨਿਟੀ ਹੋਣਾ ਚਾਹੀਦਾ, 2 ਲੈ ਸਕਦੇ ਹਾਂ। ਤਾਂ ਅਸੀਂ ਕੀ ਕਰਾਂਗੇ x ਪਲੱਸ ਆਈਟਾ y ਭਰਾਂਗੇ Z ਦੀ ਜਗ੍ਹਾ 'ਤੇ, ਅਤੇ n ਦੀ ਜਗ੍ਹਾ 'ਤੇ ਕੀ ਸਬਸਟੀਟਿਊਟ ਕਰ ਦਾਂਗੇ, 2 ਸਬਸਟੀਟਿਊਟ ਕਰ ਦਾਂਗੇ, ਅਤੇ ਦੇਖਾਂਗੇ ਵੀ ਰੀਅਲ ਵੈਲਿਊ ਕਿੰਨੀ ਆ ਰਹੀ ਹੈ Z ਦੀ। ਇਹੀ ਉਹਨਾਂ ਨੇ ਪੁੱਛਿਆ ਆਪਣੇ ਤੋਂ, ਰੀਅਲ ਵੈਲਿਊ ਆਫ Z ਦੱਸੋ। ਇੱਧਰ ਆ ਜਾਊਗਾ ਆਪਣੇ ਕੋਲ ਰਾਜੇ x ਪਲੱਸ 1 ਪਲੱਸ ਆਈਟਾ y ਦਾ ਹੋਲ ਸਕੇਅਰ ਖੋਲਾਂਗੇ ਤਾਂ ਸਾਡੇ ਕੋਲ ਰਾਜੇ ਆ ਜਾਊਗਾ x ਸਕੇਅਰ ਮਾਈਨਸ y ਸਕੇਅਰ ਪਲੱਸ 2 ਆਈਟਾ xy ਬਰਾਬਰ ਹੈ। ਇੱਧਰ ਆ ਜਾਊਗਾ ਰਾਜੇ ਆਪਣੇ ਕੋਲ ਆ a ਹੈ ਅਤੇ ਇਹ b ਹੈ, ਨੇ ਆਪਣੇ ਕੋਲ x ਪਲੱਸ 1 ਦਾ ਹੋਲ ਸਕੇਅਰ ਪਲੱਸ ਇੱਥੇ ਆ ਜਾਊਗਾ ਆਈਟਾ y ਦਾ ਹੋਲ ਸਕੇਅਰ, ਤਾਂ ਉਹ ਬਣ ਜੂ ਮਾਈਨਸ y ਸਕੇਅਰ ਪਲੱਸ 2 ਇੰਟੂ a ਇੰਟੂ b, ਜੋ ਕਿ ਆਪਣੇ ਕੋਲ ਕਿੰਨਾ ਆਈਟਾ y ਦੇ ਇਕੁਅਲ ਦੇ ਰੱਖਿਆ। ਹੁਣ ਆਪਾਂ ਕੀ ਕਰਾਂਗੇ, ਇਹਨੂੰ ਥੋੜ੍ਹਾ ਬਹੁਤ ਜਿਹੜਾ ਓਪਨ ਅਪ ਕਰਾਂਗੇ x ਪਲੱਸ 1 ਦੇ ਹੋਲ ਸਕੇਅਰ ਨੂੰ, ਤਾਂ ਆਪਣੇ ਕੋਲ ਆ ਜੂ x ਸਕੇਅਰ ਪਲੱਸ 1 ਪਲੱਸ 2x ਆ ਗਿਆ, ਅਤੇ ਇਹ ਬਰੈਕਟ ਜਿਹੜੀ ਆਪਣੇ ਕੋਲ ਜੇ ਇਸ ਨੂੰ ਸੋਲਵ ਕਰਕੇ ਆ ਜੂ 2 ਆਈਟਾ xy ਪਲੱਸ 2 ਆਈਟਾ y ਦੇ ਇਕੁਅਲ। ਤਾਂ ਮੈਂ ਇਸ ਦੀ ਜਗ੍ਹਾ 'ਤੇ ਮੈਂ ਲਿਖ ਸਕਦਾ ਹਾਂ 2 ਆਈਟਾ xy ਪਲੱਸ 2 ਆਈਟਾ y। ਚਲੋ ਜੀ, ਹੁਣ ਅਸੀਂ ਸਿੰਪਲੀਫਾਈ ਕਰ ਲਿਆ ਇਸ ਇਕੁਏਸ਼ਨ ਨੂੰ। x ਸਕੇਅਰ ਨਾਲ x ਸਕੇਅਰ ਕੈਂਸਲ ਆਊਟ ਹੋ ਜੂ, ਮਾਈਨਸ y ਸਕੇਅਰ ਨਾਲ ਮਾਈਨਸ y ਸਕੇਅਰ ਕੈਂਸਲ ਆਊਟ ਹੋ ਜੂ, 2 ਆਈਟਾ xy ਨਾਲ 2 ਆਈਟਾ xy ਕੈਂਸਲ ਆਊਟ ਹੋ ਗਿਆ। ਤਾਂ ਸਾਰੀਆਂ ਟਰਮਾਂ ਕੀ ਹੋ ਗਈਆਂ, ਐਲੀਮੀਨੇਟ ਹੋ ਗਈਆਂ। ਇੱਧਰ ਬਚਿਆ 0 ਸਾਡੇ ਕੋਲ, ਅਤੇ ਇੱਧਰ ਕੀ ਬਚਿਆ ਆਪਣੇ ਕੋਲ, ਇਹ ਆਪਣੇ ਕੋਲ ਰਹਿ ਗਿਆ g, ਆ ਵੀ ਕੈਂਸਲ ਆਊਟ ਹੋ ਗਿਆ, ਨਾਲ ਇਹਦੇ ਲਿਖ ਲੈਂਦੇ ਹਾਂ 2 ਆਈਟਾ y ਇੱਧਰੋਂ ਕੱਟ ਕੇ। ਚਲੋ ਜੀ, ਹੁਣ ਸਾਡੇ ਕੋਲ ਆਹ ਟਰਮ ਬਚ ਗਿਆ 1 ਪਲੱਸ 2x ਪਲੱਸ 2 ਆਈਟਾ y। ਮੈਂ ਕੀ ਕੀਤਾ, 2 ਕਾਮਨ ਕੱਢ ਲਿਆ, ਇਹ 'ਚੋਂ 2 ਕਾਮਨ ਕੱਢਿਆ ਤਾਂ ਅੰਦਰ ਬਚਿਆ x ਪਲੱਸ ਆਈਟਾ y, ਅਤੇ ਅਸੀਂ x ਪਲੱਸ ਆਈਟਾ y ਨੂੰ ਕੀ ਮੰਨਿਆ ਸੀ, z, ਤਾਂ ਕੀ ਆ ਗਿਆ 0 ਇਜ਼ ਇਕੁਅਲ ਟੂ 1 ਪਲੱਸ 2z। ਚਲੋ ਜੀ, z ਦੀ ਜਗ੍ਹਾ 'ਤੇ ਕਿੰਨਾ ਆ ਗਿਆ, -1/2। ਹੁਣ z ਕਿੰਨਾ ਆ ਗਿਆ ਆਪਣੇ ਕੋਲ, ਕੰਪਲੈਕਸ ਨੰਬਰ ਕਾਹਦੇ ਬਰਾਬਰ ਆ ਗਿਆ, -1/2
2 ਦੇ ਬਰਾਬਰ ਆ ਗਿਆ। ਤਾਂ ਇਹਦਾ ਮਤਲਬ -1/2 ਮਤਲਬ ਇਹਦਾ ਜਿਹੜਾ ਰੀਅਲ ਪਾਰਟ ਹੈ, ਅਗਰ ਇੱਥੇ x ਪਲਸ ਆਈਟਾ ਵਾਈ ਇਜ਼ ਇਕੁਅਲ ਟੂ -1/2 ਲਿਖੀਏ, ਅਸੀਂ z ਦੀ ਜਗ੍ਹਾ 'ਤੇ ਫਿਰ ਤੋਂ x ਪਲਸ ਆਈਟਾ ਵਾਈ ਸਮਝਣ ਦੀ ਗੱਲ ਕਰ ਰਹੇ ਹਾਂ ਕਿ ਅਗਰ z ਦੀ ਜਗ੍ਹਾ 'ਤੇ ਇੱਥੋਂ ਅਸੀਂ ਫਾਈਂਡ ਆਊਟ ਕੀਤਾ ਰਾਜੇ z ਨਾ ਕਿ 0 ਇਜ਼ ਇਕੁਅਲ ਟੂ 1 + 2z ਸੀ, ਅਤੇ z ਕਿਹਦੇ ਬਰਾਬਰ ਆ ਗਿਆ -1/2 ਦੇ। ਹੁਣ z ਦੀ ਜਗ੍ਹਾ 'ਤੇ ਸਪੋਜ਼ ਅਸੀਂ x ਪਲਸ ਆਈਟਾ ਵਾਈ ਫਿਲ ਕਰਤਾ, ਤਾਂ ਆਪਣੇ ਕੋਲ ਇੱਥੇ ਜਿਹੜਾ ਰੀਅਲ ਪਾਰਟ ਹੈ ਉਹ ਕਿੰਨਾ ਆ ਗਿਆ -1/2 ਆ ਗਿਆ। y ਤਾਂ ਸਾਨੂੰ ਪਤਾ ਹੀ ਨਹੀਂ ਕਿੰਨਾ ਹੈ, y ਨਹੀਂ ਪਤਾ ਨਾ, ਸਿਰਫ ਆਪਾਂ ਨੂੰ ਰੀਅਲ ਪਾਰਟ ਪਤਾ ਲੱਗ ਗਿਆ, ਕਿੰਨਾ ਆ ਗਿਆ -1/2। ਇਹਦਾ ਮਤਲਬ ਜਿਹੜਾ ਰੀਅਲ ਪਾਰਟ ਹੈ z ਦਾ ਉਹ ਕੀ ਹੈ <0 ਹੈ। ਤਾਂ ਇਹ ਆਪਸ਼ਨ ਜਿਹੜੀ ਸਾਡੇ ਕੋਲ ਕਰੈਕਟ ਹੋ ਜਾਂਦੀ ਹੈ ਇੱਥੇ 36 ਦੇ ਲਈ। 37 ਹੈ, 37 ਸੇਮ ਕੁਐਸਚਨ ਹੈ ਨਹੀਂ ਜੀ, 37 ਦੀਆਂ ਜਿਹੜੀਆਂ ਆਪਸ਼ਨਸ ਨੇ ਉਹ ਆਪਣੇ ਕੋਲ ਕੀ ਨੇ ਡਿਫਰੈਂਟ ਨੇ। 37 ਦੇਖੋਗੇ ਤਾਂ ਤੁਹਾਡੇ ਕੋਲ 37 ਕੁਐਸਚਨ 'ਚ ਸੇਮ ਕੁਐਸਚਨ ਪੁੱਛਿਆ ਗਿਆ, ਲੇਕਿਨ ਇਮੈਜਨਰੀ ਪਾਰਟ ਦੀ ਆਪਸ਼ਨਸ ਦੇ ਰੱਖੀਆਂ ਨੇ। ਕਹਿੰਦੇ ਵੀ ਇਮੈਜਨਰੀ ਪਾਰਟ ਦੱਸੋ <0 ਆ, <0 ਆ ਕਿ =0 ਆ, ਜਾਂ ਫਿਰ ਕੀ ਆਪਣੇ ਕੋਲ ਨਨ ਆਫ ਦੀ ਦੀਜ਼। ਹੁਣ ਆਪਾਂ ਕੀ ਸੇਮ ਫਾਈਂਡ ਆਊਟ ਕਰਾਂਗੇ, ਸੇਮ ਪ੍ਰੋਸੈਸ ਲਗਾਵਾਂਗੇ, ਤਾਂ ਆਪਣੇ ਕੋਲ ਇੱਥੇ z ਇਜ਼ ਇਕੁਅਲ ਟੂ -1/2 ਆ ਜਾਊਗਾ, ਜਾਂ ਫਿਰ x ਪਲਸ ਆਈਟਾ ਵਾਈ ਕਿਹਦੇ ਕੋਲ ਆ ਜਾਊਗਾ -1/2 ਦੇ। ਅਸੀਂ ਕਿਹਾ ਸੀ x ਜਿਹੜਾ ਸਾਡੇ ਕੋਲ -1/2 ਆ ਗਿਆ, ਮਤਲਬ ਰੀਅਲ ਪਾਰਟ ਜਿਹੜਾ ਹੈ <0 ਆ ਗਿਆ। ਲੇਕਿਨ ਜੇ ਹੁਣ ਗੱਲ ਕਰੀਏ y ਦੀ, ਤਾਂ y ਤਾਂ ਆਪਾਂ ਨੂੰ ਇੱਥੇ ਪਤਾ ਹੀ ਨਹੀਂ ਕਿੰਨਾ ਹੈ। y ਤਾਂ ਕਿੰਨਾ ਹੋ ਸਕਦਾ, ਕਿੰਨਾ ਵੀ ਹੋ ਸਕਦਾ। ਅਸੀਂ ਫਾਈਂਡ ਆਊਟ ਕੀਤਾ ਸੀ ਜਦੋਂ, ਸਾਨੂੰ y ਬਾਰੇ ਤਾਂ ਇੱਥੇ ਕੁਝ ਵੀ ਨੌਲੇਜ ਨਹੀਂ ਮਿਲੀ। ਤਾਂ y ਜਿਹੜਾ ਆਪਣੇ ਕੋਲ ਨਾ ਹੀ ਤਾਂ 0 ਦੇ ਇਕੁਅਲ ਹੈ, ਨਾ ਹੀ 0 ਤੋਂ ਘੱਟ ਹੈ, ਨਾ ਹੀ 0 ਤੋਂ ਵੱਧ ਹੈ। ਸਾਨੂੰ ਜਿਹੜਾ ਪਤਾ ਹੀ ਨਹੀਂ ਵੀ y ਦੀ ਵੈਲਿਊ ਕਿੰਨੀ ਹੈ। 37 ਦੇ ਵਿੱਚ ਆਨਸਰ ਆ ਜਾਊਗਾ D। ਨੈਕਸਟ ਆ ਜੀ ਸਾਡੇ ਕੋਲ ਕੁਐਸਚਨ ਨੰਬਰ 38। ਨੈਕਸਟ ਹੈ ਜੀ ਸਾਡੇ ਕੋਲ 38 ਕੁਐਸਚਨ। 38 ਦੇ ਵਿੱਚ ਕਿਹਾ ਗਿਆ ਕਿ ਸਾਨੂੰ ਕੰਪਲੈਕਸ ਨੰਬਰ ਦੇ ਰੱਖਿਆ z ਜਿਹੜਾ ਸੈਟੀਸਫਾਈ ਕਰ ਰਿਹਾ ਇਸ ਇਕੁਏਸ਼ਨ ਨੂੰ, ਤਾਂ ਦੱਸੋ z ਜਿਹੜਾ ਕੀ ਹੋਵੇਗਾ। ਸੋਲਿਊਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਰਾਜੇ z ਦੀ ਜਗ੍ਹਾ 'ਤੇ x ਪਲਸ ਆਈਟਾ ਵਾਈ ਪੁੱਟ ਕਰ ਦਾਂਗੇ। ਜਦੋਂ x ਪਲਸ ਆਈਟਾ ਵਾਈ ਪੁੱਟ ਕਰ ਦਾਂਗੇ ਇਸ ਜਿਹੜੀ ਐਕਸਪ੍ਰੈਸ਼ਨ ਦੇ ਵਿੱਚ, ਤਾਂ ਸਾਡੇ ਕੋਲ ਆ ਜਾਵੇਗਾ, ਮੈਂ ਡਾਇਰੈਕਟ ਲਿਖਣ ਲੱਗਿਆ, ਆਪਣੇ ਕੋਲ ਆਵੇਗਾ x + 1 ਪਲਸ ਆਈਟਾ ਵਾਈ, ਕਿਉਂਕਿ ਮੈਨੂੰ ਰੀਅਲ ਅਤੇ ਇਮੈਜਨਰੀ ਪਾਰਟ ਅੱਖ ਕਰਨੇ ਪੈਂਦੇ ਆ, ਇੱਕ ਸਟੈਪ ਜਿਹੜਾ ਉਹ ਫਾਲਤੂ ਲਿਖ ਦਿੰਦੇ ਆ। x + 2 ਪਲਸ ਆਈਟਾ ਵਾਈ + 2, ਤੁਸੀਂ ਵੀ ਇਸ ਤਰ੍ਹਾਂ ਰਜੇ ਡਾਇਰੈਕਟ ਲਿਖਿਆ ਕਰੋ, ਕਿਉਂਕਿ ਸਾਡਾ ਸਟੈਪ ਜਿਹੜਾ ਬਚ ਜਾਂਦਾ ਗਾ। ਹੁਣ ਦੇਖੋ ਰਜੇ, ਅਗਰ ਗੱਲ ਕਰੀਏ ਲੈਫਟ ਹੈਂਡ ਸਾਈਡ ਦੀ, ਤਾਂ ਲੈਫਟ ਹੈਂਡ ਸਾਈਡ 'ਤੇ ਜਦੋਂ ਤੁਸੀਂ ਕਿਸੇ ਵੀ ਟਰਮ ਦਾ ਮੋਡੂਲਸ ਫਾਈਂਡ ਆਊਟ ਕਰਦੇ ਹੋ, ਲੈਫਟ ਹੈਂਡ ਸਾਈਡ 'ਤੇ ਜਦੋਂ ਤੁਸੀਂ ਕਿਸੇ ਵੀ ਟਰਮ ਦਾ ਮੋਡੂਲਸ ਫਾਈਂਡ ਆਊਟ ਕਰੋਗੇ, ਕਿਸੇ ਵੀ ਟਰਮ ਦਾ, ਤਾਂ ਉਹਦਾ ਮੋਡੂਲਸ ਫਾਈਂਡ ਆਊਟ ਕਰਕੇ ਹਮੇਸ਼ਾ ਆਪਣੇ ਕੋਲ ਰੀਅਲ ਹੀ ਆਉਂਦਾ ਆਨਸਰ। ਇਹ ਅਸੀਂ ਦੇਖਿਆ, ਜਿੰਨੇ ਵੀ ਤੁਸੀਂ ਮੰਨ ਲਓ x ਪਲਸ ਆਈਟਾ ਵਾਈ ਦਾ ਮੋਡੂਲਸ ਫਾਈਂਡ ਆਊਟ ਕਰੋ, ਤਾਂ ਆਪਣੇ ਕੋਲ ਆ ਜੂ √(x² + y²। ਇੱਥੇ ਇਮੈਜਨਰੀ ਕੁਛ ਵੀ ਹੈ ਨਹੀਂ। ਅਗਰ ਆਪਾਂ ਗੱਲ ਕਰੀਏ a ਪਲਸ ਆਈਟਾ b ਦੀ, ਉਹਦਾ ਮੋਡੂਲਸ ਫਾਈਂਡ ਆਊਟ ਕਰੋ, ਤਾਂ ਉਹ ਆਪਣੇ ਕੋਲ ਆ ਜੂ a² + b² ਦੇ, ਪਿਓਰਲੀ ਰੀਅਲ ਆਪਣੇ ਕੋਲ ਆਨਸਰ। ਤਾਂ ਕਹਿਣ ਦਾ ਮਤਲਬ ਜਿਹੜੀ ਆਪਣੇ ਕੋਲ ਲੈਫਟ ਹੈਂਡ ਸਾਈਡ ਹੈ ਇਸ ਇਕੁਏਸ਼ਨ ਦੀ, ਉਹ ਪਿਓਰਲੀ ਕੀ ਆਪਣੇ ਕੋਲ ਰੀਅਲ ਆ ਰਹੀ ਹੈ। ਤਾਂ ਇਹਦਾ ਮਤਲਬ ਜਿਹੜੀ ਰਾਈਟ ਹੈਂਡ ਸਾਈਡ ਆ ਉਹ ਵੀ ਆਪਣੇ ਕੋਲ ਰੀਅਲ ਹੋਣੀ ਚਾਹੀਦੀ ਹੈ, ਤਾਂ ਹੀ ਇਹ ਦੋਨੇ ਇਕੁਅਲ ਦਾ ਨਿਸ਼ਾਨ ਬਣਾਇਆ ਨਾ। ਜੇ ਆਪਣੇ ਕੋਲ ਲੈਫਟ ਹੈਂਡ ਸਾਈਡ ਪਿਓਰਲੀ ਰੀਅਲ ਆ ਰਹੀ ਹੈ, ਮੋਡੂਲਸ ਕਰਕੇ ਸਾਨੂੰ ਪਤਾ ਵੈਲਿਊ ਰੀਅਲ ਆ ਰਹੀ ਹੈ, ਤਾਂ ਉਹਦਾ ਜਿਹੜਾ ਹੈ ਮਤਲਬ ਹੈ ਵੀ ਰਾਈਟ ਹੈਂਡ ਸਾਈਡ ਵੀ ਰੀਅਲ ਹੋਊਗੀ, ਤਾਂ ਹੀ ਦੋਨੇ ਇਕੁਏਸ਼ਨ ਆਪਣੇ ਕੋਲ ਇਕੁਅਲ ਹੋਣਗੀਆਂ। ਜੇ ਰਾਈਟ ਹੈਂਡ ਸਾਈਡ ਸਾਡੀ ਜੇ ਪਿਓਰਲੀ ਰੀਅਲ ਆ ਗਈ, ਮਤਲਬ ਆਹ ਸਾਈਡ ਸਾਡੀ ਪਿਓਰਲੀ ਰੀਅਲ ਹੋਣੀ ਚਾਹੀਦੀ ਹੈ, ਕਿਉਂਕਿ ਸਾਡੀ ਲੈਫਟ ਹੈਂਡ ਸਾਈਡ ਪਿਓਰਲੀ ਰੀਅਲ ਹੈ। ਰਾਈਟ ਹੈਂਡ ਸਾਈਡ ਪਿਓਰਲੀ ਰੀਅਲ ਕਦੋਂ ਹੋਊਗੀ? ਜਦੋਂ ਜਿਹੜਾ ਹੈ ਆਪਣਾ ਇਮੈਜਨਰੀ ਪਾਰਟ ਬਰਾਬਰ ਹੋਵੇਗਾ 0 ਦੇ। ਧਿਆਨ ਨਾਲ ਸਮਝੋ, ਲੈਫਟ ਹੈਂਡ ਸਾਈਡ ਸਾਡੀ ਮੋਡੂਲਸ ਲੱਗਿਆ, ਕਹਿੰਦਾ ਜੀ ਮੈਂ ਤਾਂ ਪੂਰਾ ਰੀਅਲ ਬਣਾ ਕੇ ਰਹੂੰਗਾ ਸਾਰੀ ਟਰਮ ਨੂੰ। ਉਹ ਕਹਿੰਦੇ ਠੀਕ ਹੈ, ਕਹਿੰਦਾ ਪਰ ਮੈਂ ਬਰਾਬਰ ਹੈਗਾਗਾ ਰਾਈਟ ਹੈਂਡ ਸਾਈਡ ਦੇ। ਰਾਈਟ ਹੈਂਡ ਸਾਈਡ ਜਿਹੜੀ ਆ ਉਹਦੇ ਵਿੱਚ ਸਾਡੇ ਕੋਲ ਜਿਹੜੀ ਟਰਮ ਹੈ ਉਹ ਰੀਅਲ ਕਦੋਂ ਹੋਵੇਗੀ? ਜਦੋਂ ਇਮੈਜਨਰੀ ਪਾਰਟ ਬਰਾਬਰ ਹੋਵੇਗਾ 0 ਦੇ, ਤਾਂ ਆਪਾਂ ਕਹਾਂਗੇ ਵੀ ਜਿਹੜੀ ਰਾਈਟ ਹੈਂਡ ਸਾਈਡ ਆ ਉਹ ਲੈਫਟ ਹੈਂਡ ਸਾਈਡ ਦੇ ਬਰਾਬਰ ਹੈ, ਦੋਨੇ ਰੀਅਲ ਹੋ ਗਈਆਂ। ਜਦੋਂ ਇਮੈਜਨਰੀ ਪਾਰਟ ਕੀ ਆਪਣੇ ਕੋਲ y + 2 ਕਾਹਦੇ ਬਰਾਬਰ ਹੋਊਗਾ? 0 ਦੇ, ਅਤੇ y ਕਿੰਨਾ ਆ ਜਾਊਗਾ ਆਪਣੇ ਕੋਲ -2। ਇੱਥੋਂ ਆਪਣੇ ਕੋਲ y ਦੀ ਵੈਲਿਊ ਆ ਗਈ, ਕਿਉਂਕਿ ਸਾਨੂੰ ਪਤਾ z ਬਰਾਬਰ ਹੈ x ਪਲਸ ਆਈਟਾ y ਦੇ। ਇਹੀ ਸਬਸਟੀਟਿਊਟ ਕੀਤਾ ਨਾ ਇੱਥੇ, ਅਸੀਂ y ਦਾ ਕੈਲਕੂਲੇਟ ਕਰ ਲਿਆ, ਕੀ ਰਹਿ ਗਿਆ x। ਜੇ x ਪਤਾ ਲੱਗ ਗਿਆ ਤਾਂ ਆਪਣੇ ਕੋਲ z ਆ ਜੂ, ਆਨਸਰ ਆ ਜੂ। ਚਲੋ ਜੀ, y ਕਿੰਨਾ ਆ ਗਿਆ ਜੀ ਆਪਣੇ ਕੋਲ? y ਆ ਗਿਆ ਆਪਣੇ ਕੋਲ -2 ਆ ਗਿਆ। ਤਾਂ ਮੈਂ ਫਸਟ ਇਕੁਏਸ਼ਨ ਦੇ ਵਿੱਚ y ਪੁੱਟ ਕਰਤਾ, ਤਾਂ ਮੇਰੇ ਕੋਲ ਆ ਗਿਆ x + 1 ਦਾ x + 1 -2 ਆਈਟਾ ਦਾ ਮੋਡ ਕਾਹਦੇ ਬਰਾਬਰ ਆ ਗਿਆ ਆਪਣੇ ਕੋਲ? x + 2 ਦੇ, ਕਿਉਂਕਿ ਇਮੈਜਨਰੀ ਪਾਰਟ ਤਾਂ ਰਾਈਟ ਹੈਂਡ ਸਾਈਡ 'ਤੇ 0 ਹੀ ਕਰਤਾ ਸੀ। ਹੁਣ ਅਸੀਂ ਕੀ ਕਰਾਂਗੇ? ਸਕੇਅਰਿੰਗ ਕਰ ਦਾਂਗੇ ਦੋਨਾਂ ਸਾਈਡ 'ਤੇ। ਸਕੇਅਰਿੰਗ ਕਿਉਂ ਕੀਤਾ ਤੁਸੀਂ ਆਪ ਦੱਸੋ, ਸਕੇਅਰਿੰਗ ਕਿਉਂ ਕੀਤਾ ਕਮੈਂਟ ਬਾਕਸ ਦੇ ਵਿੱਚ।
38 ਕੁਐਸਚਨ ਦੇ ਵਿੱਚ ਸਕੇਅਰਿੰਗ ਕਿਉਂ ਕੀਤੀ, ਬਾਰ-ਬਾਰ ਮੈਂ ਨਹੀਂ ਦੱਸੂੰਗਾ। ਨੈਕਸਟ ਸਾਡੇ ਕੋਲ ਰਾਜੇ ਜਦੋਂ ਮੋਡੂਲਸ ਫਾਈਂਡ ਆਊਟ ਕਰ ਲਾਂਗੇ ਤਾਂ ਸਾਡੇ ਕੋਲ ਆ ਜੂ x+1 ਦਾ ਹੋਲ ਸਕੇਅਰ ਪਲੱਸ 4 ਬਰਾਬਰ ਹੈ ਰਾਜੇ x ਸਕੇਅਰ ਪਲੱਸ 4 ਪਲੱਸ 4x ਦੇ। ਕਿਉਂਕਿ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਰਿਪੀਟ ਹੁੰਦੀਆਂ ਨੇ ਰਾਜੇ, ਤੇ ਬਾਰ-ਬਾਰ ਸਕੇਅਰਿੰਗ ਕਿਉਂ ਕੀਤੀ, ਇਹ ਵਗੈਰਾ ਕਿਉਂ ਸਟੈਪ ਯੂਜ਼ ਕੀਤਾ, ਵਾਰ-ਵਾਰ ਜਿਹੜਾ ਦੱਸਣਾ ਜਿਹੜਾ ਦੱਸਦੇ ਆ ਤਾਂ ਉਹਦੇ ਨਾਲ ਕੀ ਹੈ, ਤੁਹਾਨੂੰ ਜਿਹੜਾ ਇੱਕ ਤਰ੍ਹਾਂ ਦਾ ਨਾ ਆਲਸ ਆ ਜਾਂਦਾ ਕਿ ਸਰ ਸਾਰਾ ਸੋਲਵ ਕਰ ਹੀ ਰਹੇ ਨੇ ਤੇ ਸਾਨੂੰ ਕੀ ਜ਼ਰੂਰਤ ਆ ਦਿਮਾਗ ਲਗਾਉਣ ਦੀ। ਦਿਮਾਗ ਲਗਾਉਣਾ ਤੁਸੀਂ ਵੀ। x ਸਕੇਅਰ ਪਲੱਸ 1 ਪਲੱਸ 2x ਪਲੱਸ 4 ਇਜ਼ ਇਕੁਅਲ ਟੂ x ਸਕੇਅਰ ਪਲੱਸ 4 ਪਲੱਸ 4x ਦੇ ਇਕੁਅਲ ਆ ਗਿਆ। x ਸਕੇਅਰ ਅਤੇ x ਸਕੇਅਰ ਕੈਂਸਲ ਆਊਟ ਹੋ ਗਏ ਜੀ ਸਾਡੇ ਕੋਲ। ਫਿਰ ਕੀ ਬਚਿਆ ਆਪਣੇ ਕੋਲ, ਇਹ ਬਚਿਆ ਆਪਣੇ ਕੋਲ 1 ਪਲੱਸ 2x ਪਲੱਸ 4 ਇਜ਼ ਇਕੁਅਲ ਟੂ 4 ਪਲੱਸ 4x ਦੇ। ਅਤੇ ਜਿਹੜਾ ਆਹ 4 ਹੈ ਇਹ ਵੀ ਕੈਂਸਲ ਆਊਟ ਹੀ ਹੋ ਗਿਆ। ਨਾਲ ਹੁਣ ਕੀ ਰਹਿ ਗਿਆ ਆਪਣੇ ਕੋਲ 1 ਇਜ਼ ਇਕੁਅਲ ਟੂ 2x ਦੇ, ਅਤੇ x ਕਿੰਨਾ ਆ ਗਿਆ 1/2 ਆ ਗਿਆ। ਲਓ ਜੀ y ਆਪਣੇ ਕੋਲ ਕਿੰਨਾ ਆ ਗਿਆ -2 ਅਤੇ x ਕਿੰਨਾ ਆ ਗਿਆ ਆਪਣੇ ਕੋਲ 1/2, ਅਤੇ z ਕਿੰਨਾ ਆ ਗਿਆ ਆਪਣੇ ਕੋਲ, ਉਹ ਆ ਗਿਆ 1/2 ਪਲੱਸ -2 ਆਇਟਾ। ਜਾਂ ਫਿਰ ਅਸੀਂ ਇਹਨੂੰ ਕਿਵੇਂ ਲਿਖ ਸਕਦੇ ਹਾਂ, z ਇਜ਼ ਇਕੁਅਲ ਟੂ 1/2 ਕਾਮਨ ਕੱਢ ਲਿਆ। ਕਿਉਂ ਕਾਮਨ ਕੱਢਿਆ, ਕਿਉਂਕਿ ਸਾਰੀਆਂ ਆਪਸ਼ਨ 'ਚ 1/2 ਬਾਹਰ ਹੈ। ਆਪਸ਼ਨ ਨਾਲ ਵੀ ਤਾਂ ਮੈਚ ਕਰਕੇ ਦੇਖਣਾ ਨਾ। 1/2 ਕਾਮਨ ਕੱਢ ਲਿਆ ਤਾਂ ਅੰਦਰ ਆਪਣੇ ਕੋਲ ਕੀ ਬਚਿਆ 1 - 4 ਆਇਟਾ। ਤਾਂ ਕਿਹੜੀ ਆਪਸ਼ਨ ਮੈਚ ਹੋ ਰਹੀ ਹੈ ਜੀ ਆਪਣੇ ਕੋਲ 1/2 1 - 4 ਆਇਟਾ, ਇਹ ਆਪਸ਼ਨ C ਮੈਚ ਹੋ ਰਹੀ ਹੈ। ਤਾਂ ਈਜ਼ੀ ਸੀਗਾ ਜੇ ਆਪਣੇ ਕੋਲ ਪ੍ਰੋਪਰਟੀਜ਼ ਯਾਦ ਨੇ, ਜੇ ਸਾਨੂੰ ਪਤਾ ਹੈ ਵੀ ਕੀ ਗੱਲ ਕੀ ਗਈ ਹੈ ਅਤੇ ਕੀ ਉਹਦਾ ਮੀਨਿੰਗ ਹੈ ਜੋ ਸਟੇਟਮੈਂਟ ਦੇ ਵਿੱਚ ਗਿਵਨ ਹੈ। ਨੈਕਸਟ ਹੈ ਸਾਡੇ ਕੋਲ 39th ਕੁਐਸਚਨ। 39th ਕੁਐਸਚਨ ਸਾਨੂੰ ਕਹਿੰਦੇ ਆ ਦਾ ਇਨਇਕੁਐਲਿਟੀ z-4 ਲੈਸ ਦੈਨ z-2 ਰਿਪਰਜੈਂਟਸ। ਇਹ ਇਨਇਕੁਐਲਿਟੀ ਕਿਹਨੂੰ ਰਿਪਰਜੈਂਟ ਕਰ ਰਹੀ ਹੈ, ਤਾਂ ਆਪਸ਼ਨ ਹੈ ਰੀਅਲ ਪਾਰਟ ਆਫ z ਲੈਸ ਦੈਨ 0, ਰੀਅਲ ਪਾਰਟ ਆਫ z ਗ੍ਰੇਟਰ ਦੈਨ 0, ਰੀਅਲ ਪਾਰਟ ਆਫ z greater than 2 ਜਾਂ ਫਿਰ ਰੀਅਲ ਪਾਰਟ ਆਫ z greater than 3 ਦੇ। ਤਾਂ ਇਹਨਾਂ 'ਚੋਂ ਦੱਸਣਾ ਕਿਹੜੀ ਇਨਇਕੁਐਲਿਟੀ ਰਿਪਰਜੈਂਟੇਸ਼ਨ ਕਰ ਰਹੀ ਹੈ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, z ਦੀ ਜਗ੍ਹਾ ਪੁੱਟ ਕਰਾਂਗੇ x ਪਲੱਸ ਆਇਟਾ y ਨੂੰ। ਜਦੋਂ x ਪਲੱਸ ਆਇਟਾ y ਪੁੱਟ ਕੀਤਾ ਅਤੇ ਨਾਲ ਦੀ ਨਾਲ ਅਸੀਂ ਕੀ ਕਰ ਦਾਂਗੇ, ਸਕੇਅਰਿੰਗ ਕਰ ਦਾਂਗੇ ਦੋਨਾਂ ਸਾਈਡ ਨੂੰ ਰੀਅਰੇਂਜ ਕਰਕੇ, ਸਕੇਅਰਿੰਗ ਕਰਕੇ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਰਾਜੇ, ਮੋਡੂਲਸ ਨੂੰ ਜਿਹੜਾ ਅਪਲਾਈ ਕਰਕੇ ਸਾਡੇ ਕੋਲ ਆ ਜੂ x - 4 ਦਾ ਹੋਲ ਸਕੇਅਰ ਪਲੱਸ y ਸਕੇਅਰ ਇਜ਼ ਲੈਸ ਦੈਨ x - 2 ਦਾ ਹੋਲ ਸਕੇਅਰ ਪਲੱਸ y ਸਕੇਅਰ ਦੇ। ਕਿਉਂਕਿ ਮੈਂ ਬਾਰ-ਬਾਰ ਜਿਹੜਾ ਇਹ ਟਰਮਸ ਨੂੰ ਨਹੀਂ ਕਰੂੰਗਾ ਅਪਲਾਈ, ਕਿਉਂਕਿ ਰਾਜੇ ਐਵੇਂ ਟਾਈਮ ਵੇਸਟ ਹੁੰਦਾ। ਤੁਸੀਂ ਜਿਹੜਾ ਪ੍ਰੈਕਟਿਸ ਖੁਦ ਕਰਨੀ ਆ ਉੱਥੇ ਤੁਸੀਂ ਸਵਾਲ ਸੋਲਵ ਕਰਨੇ ਨੇ। ਤਾਂ ਇਹ ਆ ਗਿਆ y ਸਕੇਅਰ ਲੈਸ ਦੈਨ x ਸਕੇਅਰ ਪਲੱਸ 4 - 4x ਪਲੱਸ y ਸਕੇਅਰ ਦੇ। ਇਹਨੂੰ ਸੋਲਵ ਕਰਕੇ ਜਿਹੜਾ ਆਪਣੇ ਕੋਲ ਆ ਗਿਆ ਉਹ ਮੈਂ ਇੱਥੇ ਲਿਖ ਦਿੰਦਾ 16 - 8x ਲੈਸ ਦੈਨ 4 - 4x। ਤਾਂ ਇੱਥੋਂ ਸਾਡੇ ਕੋਲ x ਜਿਹੜਾ ਗ੍ਰੇਟਰ ਦੈਨ 3 ਆ ਗਿਆ ਰਾਜੇ। 3 ਆਉਣ ਦਾ ਮਤਲਬ x ਕੀ ਆਪਣੇ ਕੋਲ ਰੀਅਲ ਪਾਰਟ ਆਫ z ਕੀ ਆ ਗਿਆ ਗ੍ਰੇਟਰ ਦੈਨ 3। ਤਾਂ ਆਪਸ਼ਨ ਕਿਹੜੀ ਕਰੈਕਟ ਆ ਆਪਣੇ ਕੋਲ, ਡੀ ਆਪਸ਼ਨ ਕਰੈਕਟ ਆ। ਤਾਂ ਤੁਸੀਂ ਦੇਖੋਗੇ ਕਿ ਅਗਰ ਅਸੀਂ ਡਾਇਰੈਕਟ ਕਰਾਂਗੇ ਕੁਐਸਚਨ ਨੂੰ, ਅਗਰ ਅਸੀਂ ਇੰਨੀ ਪ੍ਰੈਕਟਿਸ ਕਰ ਲਾਂਗੇ ਕਿ ਅਸੀਂ ਮੋਡੂਲਸ ਨੂੰ ਜਿਹੜਾ ਜਲਦੀ ਤੋਂ ਜਲਦੀ ਸੋਲਵ ਕਰ ਪਾਈਏ ਤਾਂ ਆਨਸਰ ਬਹੁਤ ਜਲਦੀ ਆ ਜਾਂਦਾ, ਇੰਨਾ ਟਾਈਮ ਨਹੀਂ ਲੱਗਦਾ। ਕੁਝ ਕੁਐਸਚਨ ਨੇ ਜਿਨ੍ਹਾਂ ਨੂੰ ਸੋਲਵ ਕਰਨਾ ਪੈਂਦਾ ਹੈ। ਨੈਕਸਟ ਸਾਡੇ ਕੋਲ 40 ਕੁਐਸਚਨ। 40th ਕੁਐਸਚਨ ਕਹਿੰਦੇ ਦੋ ਕੰਪਲੈਕਸ ਨੰਬਰ ਨੇ ਸਾਡੇ ਕੋਲ ਅਤੇ ਕਹਿੰਦੇ ਸੱਚ ਦੈਟ z1 - z2 ਦਾ ਮੋਡੂਲਸ ਡਿਵਾਈਡਡ ਬਾਈ z1 + z2 ਦਾ ਮੋਡੂਲਸ 1 ਦੇ ਇਕੁਅਲ ਦੇ ਰੱਖਿਆ ਅਤੇ ਕਹਿ ਰੱਖਿਆ ਵੀ k ਹੈ ਜਿਹੜਾ ਉਹ ਬਿਲੋਂਗ ਕਰਦਾ ਰੀਅਲ ਨੰਬਰ ਨੂੰ। ਤਾਂ ਦੱਸੋ z1 ਬਰਾਬਰ ਹੋਵੇਗਾ k z2 ਦੇ, z1 ਬਰਾਬਰ ਹੋਵੇਗਾ ਆਇਟਾ k z2 ਦੇ, ਜਾਂ z1 ਬਰਾਬਰ ਹੋਵੇਗਾ z2 ਦੇ, ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸਭ ਤੋਂ ਪਹਿਲਾਂ ਰਾਜੇ ਜਿਹੜੀ ਸਾਨੂੰ ਸਟੇਟਮੈਂਟ ਗਿਵਨ ਆ ਉਹ ਲਿਖ ਲੈਂਦੇ ਆ। ਸਟੇਟਮੈਂਟ ਹੈ z1 - z2 ਦਾ ਮੋਡ ਡਿਵਾਈਡਡ ਬਾਈ z1 + z2 ਦਾ ਮੋਡ ਬਰਾਬਰ ਦੇ ਰੱਖਿਆ 1 ਦੇ। ਅਸਲ ਦੇ ਵਿੱਚ ਸਾਨੂੰ A, B ਅਤੇ C ਜਿਹੜੀਆਂ ਆਪਸ਼ਨਸ ਦੇ ਰੱਖੀਆਂ ਨੇ, ਇਹਨਾਂ ਵਿੱਚ ਕਿਹਾ ਗਿਆ ਵੀ z1 ਅਤੇ z2 ਦੇ ਵਿੱਚ ਕੀ ਰਿਲੇਸ਼ਨ ਹੈ ਇਹ ਦੱਸਣਾ ਅਸੀਂ। ਜੇ ਅਗਰ ਸਾਡੇ ਕੋਲ ਆਹ ਸਟੇਟਮੈਂਟ ਜਿਹੜੀ ਹੈ ਟਰੂ ਹੁੰਦੀ ਹੋਵੇ ਵੀ ਆਹ ਇਹਨੂੰ ਸੋਲਵ ਕਰਕੇ ਮੋਡੂਲਸ ਨੂੰ ਸੋਲਵ ਕਰਕੇ ਆਪਣੇ ਕੋਲ 1 ਦੇ ਇਕੁਅਲ ਆ ਜੇ, ਤਾਂ ਦੱਸੋ ਵੀ z1 ਅਤੇ z2 'ਚ ਕੀ ਰਿਲੇਸ਼ਨ ਹੈ। ਰਾਜੇ ਇਹੀ ਕੁਐਸਚਨ ਆਪਾਂ ਥੋੜ੍ਹੇ ਚਿਰ ਪਹਿਲਾਂ ਇਹੋ ਜਿਹਾ ਕੁਐਸਚਨ ਕੀਤਾ ਸੀ ਜਿਹ 'ਚ ਅਸੀਂ ਆਪਸ਼ਨਸ ਦੀ ਹੈਲਪ ਦੇ ਨਾਲ ਰਿਲੇਸ਼ਨ ਫਾਈਂਡ ਆਊਟ ਕੀਤਾ ਸੀ z1 ਅਤੇ z2 ਦੇ ਵਿੱਚ। ਹੁਣ ਗੱਲ ਕਰੀਏ ਇੱਥੇ ਅਸੀਂ LHS = RHS ਦਾ ਕੰਸੈਪਟ ਚਾਹੇ ਕਹਿ ਲਓ ਵੀ ਜੇ ਅਗਰ ਅਸੀਂ LHS = RHS ਪ੍ਰੂਵ ਕਰਤੀ ਬਾਈ ਯੂਜ਼ਿੰਗ ਦਾ ਆਪਸ਼ਨ ਤਾਂ ਸਾਡਾ ਸਮ ਸਹੀ ਹੈ। ਅਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਹੜੀ ਆਪਣੇ ਕੋਲ ਆਹ ਟਰਮ ਹੈ ਇਹਨੂੰ ਸੋਲਵ ਕਰਕੇ ਅਗਰ 1 ਦੇ ਇਕੁਅਲ ਆਨਸਰ ਆ ਗਿਆ
ਜੋ ਆਪਸ਼ਨ ਨੂੰ ਯੂਜ਼ ਕਰਕੇ ਤਾਂ ਆਪਾਂ ਕਹਾਂਗੇ ਵੀ ਹਾਂ ਉਹ ਆਪਸ਼ਨ ਕਰੈਕਟ ਹੈ। ਸਭ ਤੋਂ ਪਹਿਲਾਂ ਇਹ ਆਪਸ਼ਨ ਸਾਨੂੰ ਕਹਿੰਦੀ ਵੀ Z1 ਦੀ ਜਗ੍ਹਾ ਤੇ ਤੁਸੀਂ KZ2 ਫਿਲ ਕਰ ਦਿਓ ਇਸ ਗਿਵਨ ਸਟੇਟਮੈਂਟ ਦੇ ਵਿੱਚ। ਤਾਂ ਅਸੀਂ Z1 ਦੀ ਜਗ੍ਹਾ ਤੇ KZ2 ਜਦੋਂ ਸਬਸਟੀਟਿਊਟ ਕੀਤਾ ਤਾਂ KZ2 ਮਾਈਨਸ Z2 ਦਾ ਮੋਡ ਡਿਵਾਈਡਡ ਬਾਈ KZ2 ਪਲੱਸ Z2 ਦਾ ਮੋਡ ਕਿੰਨਾ ਆ ਗਿਆ ਆਪਣੇ ਕੋਲ ਮੋਡੂਲਸ ਆਫ K-1 ਕਿਉਂਕਿ Z2 ਦੋਨਾਂ ਜਗ੍ਹਾ ਤੇ ਕੈਂਸਲ ਆਊਟ ਹੋ ਗਿਆ ਤੇ ਨੀਚੇ ਕਿੰਨਾ ਆ ਗਿਆ ਆਪਣੇ ਕੋਲ K+1 ਹੈ ਨਾ। ਤੇ ਕਿਹਦੇ ਬਰਾਬਰ ਆ ਗਿਆ ਰਾਜੇ ਹੁਣ K-1 ਹੈ ਇੱਥੇ K-1 ਜੋ ਕਿ ਰੀਅਲ ਪਾਰਟ ਹੈ, ਇਮੈਜਨਰੀ ਪਾਰਟ ਤਾਂ 0 ਹੈ। ਨੀਚੇ ਵੀ K+1 ਹੈ, ਇਮੈਜਨਰੀ ਪਾਰਟ 0 ਹੈ। ਤਾਂ ਕਿਹਦੇ ਬਰਾਬਰ ਆ ਜੂ ਮੋਡ ਆਫ K-1 ਦਾ ਹੋਲ ਸਕੁਅਰ ਪਲੱਸ 0 ਡਿਵਾਈਡਡ ਬਾਈ ਮੋਡ ਆਫ K+1 ਦਾ ਹੋਲ ਸਕੁਅਰ। K-1 ਦਾ ਹੋਲ ਸਕੁਅਰ ਜਦੋਂ ਤੁਸੀਂ ਖੋਲੋਗੇ ਉਹ ਆਜੂ K² ਪਲੱਸ 1 ਮਾਈਨਸ 2K ਦੇ, ਤੇ ਇਹਨੂੰ ਜਦੋਂ ਓਪਨ ਕਰੋਗੇ ਤਾਂ ਆਜੂ K² ਪਲੱਸ 1 ਪਲੱਸ 2K ਦੇ, ਜੋ ਕਿ ਨੋਟ ਇਕੁਅਲ ਟੂ ਹੈ 1 ਦੇ। ਇਹਨੂੰ 1 ਇਕੁਅਲ ਲਿਆ ਕੇ ਨਹੀਂ ਆ ਸਕਦੇ, ਇਸ ਕਰਕੇ ਇਹ ਆਪਸ਼ਨ ਗਲਤ ਹੋ ਗਈ। ਬੀ ਆਪਸ਼ਨ ਕਹਿੰਦੀ Z1 ਨੂੰ ਆਇਟਾ KZ2 ਦੇ ਇਕੁਅਲ ਪੁੱਟ ਕਰੋ। ਹੁਣ ਅਸੀਂ ਆਇਟਾ KZ2 ਦੇ ਇਕੁਅਲ ਪੁੱਟ ਕਰਤਾ ਤਾਂ ਉਹੀ ਚੀਜ਼ ਹੋਈ, ਇੱਥੇ ਸਿਰਫ ਕੀ ਆ ਗਿਆ ਆਇਟਾ, ਨੀਚੇ ਵੀ ਕੀ ਆ ਗਿਆ ਆਇਟਾ। ਹੁਣ ਅਸੀਂ ਕੀ ਕਰ ਰਹੇ ਹਾਂ ਬੀ ਆਪਸ਼ਨ ਦੀ ਵਰਤੋਂ ਕਰ ਰਹੇ ਹਾਂ, ਜਿਸ 'ਚ ਅਸੀਂ ਕੀ ਕੀਤਾ ਪੁੱਟ ਕੀਤਾ ਹੈਗਾ Z1 ਨੂੰ ਆਇਟਾ KZ2 ਦੇ ਇਕੁਅਲ। ਤਾਂ ਜੀ ਆਪਣੇ ਕੋਲ ਕੀ ਆ ਗਿਆ ਆਇਟਾ K-1 ਦਾ ਮੋਡੂਲਸ ਡਿਵਾਈਡਡ ਬਾਈ ਆਇਟਾ K+1 ਦਾ ਮੋਡੂਲਸ, ਇਹ ਆਪਣੇ ਕੋਲ ਇਕੁਏਸ਼ਨ ਬਣ ਗਈ। ਹੁਣ ਜਦੋਂ ਆਪਾਂ ਮੋਡੂਲਸ ਫਾਈਂਡ ਆਊਟ ਕਰਨਾ ਹੈ ਆਇਟਾ K ਦਾ ਆਪਣੇ ਕੋਲ ਇਹਦੇ ਵਿੱਚ K ਆਪਣੇ ਕੋਲ ਇਮੈਜਨਰੀ ਪਾਰਟ ਹੈ, -1 ਅਗਰ ਨਿਊਮੀਨੇਟਰ ਦੀ ਗੱਲ ਕਰੀਏ ਤਾਂ ਰੀਅਲ ਪਾਰਟ ਹੈ। ਤਾਂ ਹੁਣ ਫਾਈਂਡ ਆਊਟ ਕਰਾਂਗੇ ਅਸੀਂ ਮੋਡੂਲਸ ਕਿਹਦਾ ਆਇਟਾ K-1 ਦਾ। ਤਾਂ ਆਇਟਾ K-1 ਦਾ ਜਦੋਂ ਮੋਡੂਲਸ ਫਾਈਂਡ ਆਊਟ ਕਰਾਂਗੇ ਤਾਂ ਰੀਅਲ ਪਾਰਟ ਦਾ ਸਕੁਅਰ ਮਤਲਬ -1 ਦਾ ਸਕੁਅਰ ਪਲੱਸ ਇਮੈਜਨਰੀ ਪਾਰਟ ਦਾ ਸਕੁਅਰ ਮਤਲਬ K ਦਾ ਸਕੁਅਰ, ਡਿਨੋਮੀਨੇਟਰ 'ਚ ਰੀਅਲ ਪਾਰਟ ਦਾ ਸਕੁਅਰ ਪਲੱਸ ਇਮੈਜਨਰੀ ਪਾਰਟ ਦਾ ਸਕੁਅਰ। ਇਹ ਆਪਣੇ ਕੋਲ ਕਿੰਨਾ ਆ ਗਿਆ, ਇਹ ਆ ਗਿਆ K² ਪਲੱਸ 1, ਨੀਚੇ ਕਿੰਨਾ ਆ ਗਿਆ K² ਪਲੱਸ 1, ਕੈਂਸਲ ਆਊਟ ਹੋ ਕੇ ਕੀ ਬਚਿਆ 1। ਤਾਂ ਇਹਦਾ ਮਤਲਬ ਆਪਣੀ ਕੰਡੀਸ਼ਨ ਸੈਟਿਸਫਾਈ ਹੋ ਗਈ ਕਿਹਦੀ ਆਪਸ਼ਨ ਦੇ ਨਾਲ, ਬੀ ਆਪਸ਼ਨ ਦੀ ਹੈਲਪ ਦੇ ਨਾਲ। 41 ਕੁਐਸਚਨ, ਤਾਂ 40 ਕੁਐਸਚਨ ਦਾ ਜਿਹੜਾ ਆਨਸਰ ਹੈ ਬੀ ਆਪਸ਼ਨ। 41 ਕੁਐਸਚਨ ਸਾਨੂੰ ਕਹਿੰਦੇ ਦੋ ਕੰਪਲੈਕਸ ਨੰਬਰ ਦੇ ਰੱਖੇ ਨੇ, ਕਹਿੰਦੇ ਵੀ ਜੇ ਇਮੈਜਨਰੀ ਪਾਰਟ ਇਹਨਾਂ ਦੋਨਾਂ ਦੇ ਪਲੱਸ ਦਾ ਬਰਾਬਰ ਹੈ 0 ਦੇ, ਇਮੈਜਨਰੀ ਪਾਰਟ ਦੋਨਾਂ ਦੀ ਮਲਟੀਪਲਾਈ ਦਾ ਬਰਾਬਰ ਹੈ 0 ਦੇ, ਤਾਂ ਦੱਸੋ Z1 ਤੇ Z2 ਦੇ ਵਿੱਚ ਕੀ ਰਿਲੇਸ਼ਨ ਹੈ। ਬਹੁਤ ਜ਼ਿਆਦਾ ਕੁਐਸਚਨ ਇਹੋ ਜਿਹੇ ਆ ਰਹੇ ਨੇ ਜਿਹਦੇ ਵਿੱਚ ਸਾਨੂੰ Z1 ਤੇ Z2 ਦੇ ਵਿੱਚ ਰਿਲੇਸ਼ਨ ਦੱਸਣੀ ਪੈਂਦੀ ਹੈ। ਕੁਐਸਚਨ ਦੇ ਵਿੱਚ ਸਟੇਟਮੈਂਟ ਦੇ ਵਿੱਚ ਸਾਨੂੰ ਗਿਵਨ ਹੁੰਦੀ ਹੈ ਕੋਈ ਕੰਡੀਸ਼ਨਸ, ਅਤੇ ਕਿਹਾ ਜਾਂਦਾ ਵੀ ਤੁਸੀਂ ਆਪਸ਼ਨ ਦੇ ਥਰੂ ਦੱਸੋ ਵੀ Z1 ਤੇ Z2 ਦੇ ਵਿੱਚ ਆਪਸ 'ਚ ਕੀ ਰਿਲੇਸ਼ਨ ਹੈ। ਇਹੋ ਜਿਹੇ ਕੁਐਸਚਨ ਬਹੁਤ ਆਉਂਦੇ ਨੇ। 41ਵੇਂ ਕੁਐਸਚਨ ਨੂੰ ਅਸੀਂ ਦੋ ਮੈਥਡ ਦੇ ਨਾਲ ਸੋਲਵ ਕਰ ਸਕਦੇ ਹਾਂ। ਫਸਟ ਮੈਥਡ ਹੈ ਕਿ ਜੋ ਸਾਨੂੰ ਦਿੱਤਾ ਹੋਇਆ ਉਹਨੂੰ ਸਿੰਪਲੀਫਾਈ ਕਰਕੇ ABC ਤੇ D ਇਕੁਏਸ਼ਨ ਦੇ ਵਿੱਚੋਂ ਫਾਈਂਡ ਆਊਟ ਕਰ ਲੈਣਾ। ਫਸਟ 'ਚ ਸਾਨੂੰ ਕਹਿ ਰੱਖਿਆ ਕਿ ਇਮੈਜਨਰੀ ਪਾਰਟ ਜਿਹੜਾ Z1 ਪਲੱਸ Z2 ਦਾ ਉਹ 0 ਦੇ ਬਰਾਬਰ ਦੇ ਰੱਖਿਆ, ਅਤੇ ਜੇ Z1 ਪਲੱਸ Z2 ਅਸੀਂ ਫਾਈਂਡ ਆਊਟ ਕਰੀਏ ਤਾਂ ਉਹ ਕਿਹਦੇ ਇਕੁਅਲ ਹੋਵੇਗਾ। ਲੈਟ ਸਪੋਜ਼ Z1 ਹੈ ਆਪਣੇ ਕੋਲ X1 ਪਲੱਸ ਆਇਟਾ Y1 ਦੇ ਇਕੁਅਲ, ਅਤੇ Z2 ਬਰਾਬਰ ਹੈ ਆਪਣੇ ਕੋਲ X2 ਪਲੱਸ ਆਇਟਾ Y2 ਦੇ ਇਕੁਅਲ। ਜਦੋਂ Z1 ਪਲੱਸ Z2 ਫਾਈਂਡ ਆਊਟ ਕਰਾਂਗੇ ਤਾਂ X1 ਪਲੱਸ X2 ਪਲੱਸ ਆਇਟਾ Y1 ਪਲੱਸ Y2 ਆ ਜਾਏਗਾ। ਹੁਣ ਸਾਨੂੰ ਇਸ 'ਚੋਂ ਸਿਰਫ ਕਿਸ ਦੀ ਜ਼ਰੂਰਤ ਹੈ, ਇਮੈਜਨਰੀ ਪਾਰਟ ਦੀ। ਇਮੈਜਨਰੀ ਪਾਰਟ ਆਫ Z1 ਪਲੱਸ Z2 ਬਰਾਬਰ ਕਿਹਦੇ ਆ ਗਿਆ Y1 ਪਲੱਸ Y2 ਦੇ, ਅਤੇ ਉਹ ਬਰਾਬਰ ਕਿਹਦੇ ਦੇ ਰੱਖਿਆ 0 ਦੇ। ਆਹ ਦੇਖੋ ਤਾਂ ਆਪਣੇ ਕੋਲ Y1 ਕਿਹਦੇ ਇਕੁਅਲ ਆ ਗਿਆ -Y2 ਦੇ ਇਕੁਅਲ ਆ ਗਿਆ। ਇਹਨੂੰ ਇਕੁਏਸ਼ਨ ਲਿਖ ਲਓ 1। ਨੈਕਸਟ ਸਾਨੂੰ ਕਹਿੰਦੇ ਆ ਵੀ ਇਮੈਜਨਰੀ ਪਾਰਟ ਆਫ Z1 ਇੰਟੂ Z2 ਬਰਾਬਰ ਹੈ 0 ਦੇ, ਤਾਂ ਸਭ ਤੋਂ ਪਹਿਲਾਂ Z1 ਇੰਟੂ Z2 ਫਾਈਂਡ ਆਊਟ ਕਰਾਂਗੇ ਤਾਂ ਉਹ ਆਜੂ X1 X2 ਪਲੱਸ ਆਇਟਾ X1 Y2 ਪਲੱਸ ਆਇਟਾ Y1 X2 ਮਾਈਨਸ Y1 Y2 ਦੇ, ਅਤੇ ਇਹਨੂੰ ਰੀਅਰੇਂਜ ਕਰਾਂਗੇ X1 X2 ਮਾਈਨਸ Y1 Y2 ਪਲੱਸ ਆਇਟਾ X1 Y2 ਪਲੱਸ Y1 X2 ਦੇ ਇਕੁਅਲ ਆ ਗਿਆ। ਇਹ ਆ ਗਿਆ ਆਪਣੇ ਕੋਲ Z1 Z2 ਦੀ ਵੈਲਿਊ ਆ ਗਈ। ਹੁਣ ਅਸੀਂ ਫਾਈਂਡ ਆਊਟ ਕੀ ਕਰਨਾ, ਇਮੈਜਨਰੀ ਪਾਰਟ ਫਾਈਂਡ ਆਊਟ ਕਰਨਾ Z1 ਇੰਟੂ Z2 ਦਾ, ਜੋ ਸਾਡੇ ਕੋਲ ਆ ਗਿਆ X1 Y2 ਪਲੱਸ Y1 X2 ਦੇ ਇਕੁਅਲ, ਅਤੇ ਇਹਦੀ ਵੈਲਿਊ ਸਾਨੂੰ ਦੇ ਰੱਖੀ ਹੈ 0 ਦੇ ਇਕੁਅਲ। ਤਾਂ ਇੱਥੋਂ ਸਾਡੇ ਕੋਲ X1 Y2 ਇਜ਼ ਇਕੁਅਲ ਟੂ ਆ ਗਿਆ ਮਾਈਨਸ Y1 X2 ਦੇ ਇਕੁਅਲ ਆ ਗਿਆ।
ਹੁਣ ਇੱਥੋਂ ਰੀਅਰੇਂਜ ਕਰਕੇ ਰਾਜੇ x1 ਅਪੋਨ x2 ਇਜ਼ ਇਕੁਅਲ ਟੂ ਮਾਈਨਸ y1 ਅਪੋਨ y2 ਦੇ ਇਕੁਅਲ ਵੀ ਲਿਖ ਸਕਦੇ ਹਾਂ। ਲੇਕਿਨ ਫਸਟ ਇਕੁਏਸ਼ਨ ਤੋਂ ਅਗਰ ਅਸੀਂ y1 ਦੀ ਵੈਲਿਊ ਕੀ ਪੁੱਟ ਕਰ ਦਈਏ y2 ਤਾਂ ਸਾਡੇ ਕੋਲ ਆ ਜਾਊਗਾ y2 ਅਪੋਨ y2 ਕੈਂਸਲ ਆਊਟ ਹੋ ਕੇ ਕੀ ਆ ਗਿਆ 1। ਤਾਂ ਇੱਥੋਂ ਸਾਡੇ ਕੋਲ x1 ਅਪੋਨ x2 ਬਰਾਬਰ ਆ ਗਿਆ 1 ਦੇ, ਜਾਂ ਫਿਰ ਕਹਿ ਸਕਦੇ ਹਾਂ x1 ਬਰਾਬਰ ਆ ਗਿਆ x2 ਦੇ ਬਰਾਬਰ ਆ ਗਿਆ। तो फस्ट इक्वेशन साढ़े कोल कह रही है भी y1 बराबर है माइनस y2 दे ते x1 बराबर है x2 दे। हुण तुसी कंडीशन पढ़ी है कंजुगेट दी। कंजुगेट कहता है कि जे तुसी z x प्लस वन x प्लस आइटा y है ਜਦੋਂ ਉਹਦਾ ਕੰਜੂਗੇਟ ਕਰੋਗੇ ਤਾਂ ਉਹਦੇ ਵਿੱਚ ਆਇਟਾ ਦਾ ਜਿਹੜਾ ਸਾਈਨ ਹੈ ਚੇਂਜ ਹੋ ਜਾਏਗਾ, ਮਤਲਬ ਇਮੈਜਨਰੀ ਪਾਰਟ ਦਾ ਜਿਹੜਾ ਸਾਈਨ ਆ ਉਹ ਚੇਂਜ ਹੋ ਜਾਏਗਾ, ਰੀਅਲ ਪਾਰਟ ਨੂੰ ਕੋਈ ਫਰਕ ਨਹੀਂ ਪੈਂਦਾ ਕੰਜੂਗੇਟ ਦੇ ਨਾਲ। ਜਿਹੜੀ ਫਸਟ ਤੇ ਸੈਕਿੰਡ ਕੰਡੀਸ਼ਨ ਹੈ, ਇਸ ਕੰਡੀਸ਼ਨ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਵੀ ਰੀਅਲ ਪਾਰਟ ਤਾਂ ਸੇਮ ਹੈ, x1 ਬਰਾਬਰ ਹੈ x2 ਦਾ। ਅਗਰ ਅਸੀਂ ਰਿਲੇਸ਼ਨ ਫਾਈਂਡ ਆਊਟ ਕਰ ਰਹੇ ਹਾਂ z1 ਤੇ z2 ਦੀ, ਜੋ ਸਾਨੂੰ ਆਪਸ਼ਨਸ 'ਚ ਕਿਹਾ ਗਿਆ, ਤਾਂ ਸੈਕਿੰਡ ਇਕੁਏਸ਼ਨ ਤੋਂ ਸਾਨੂੰ ਪਤਾ ਲੱਗਦਾ ਕਿ ਰੀਅਲ ਪਾਰਟ ਤਾਂ ਸੇਮ ਹੈ, ਫਰਕ ਕਿਸ 'ਤੇ ਪੈ ਰਿਹਾ ਇਮੈਜਨਰੀ ਪਾਰਟ 'ਤੇ, ਜੋ ਫਸਟ ਇਕੁਏਸ਼ਨ ਸਾਡੀ ਹੈ। ਇਮੈਜਨਰੀ ਪਾਰਟ 'ਤੇ ਫਰਕ ਕਿਵੇਂ ਪੈ ਰਿਹਾ, ਮਾਈਨਸ ਦਾ ਫਰਕ ਪੈ ਰਿਹਾ। ਅਤੇ ਇਹੀ ਸਾਡੀ ਕੰਡੀਸ਼ਨ ਕਿਹੜੀ ਹੈ, ਕੰਜੂਗੇਟ ਦੀ। ਇਹਦਾ ਮਤਲਬ z1 ਤੇ z2 ਦੇ ਵਿੱਚ ਸਿਰਫ ਕੰਜੂਗੇਟ ਦਾ ਫਰਕ ਹੈ। ਤਾਂ ਇਕੁਏਸ਼ਨ 6C ਹੈ ਜਿਹੜੀ, ਉਹ ਆਪਣਾ ਕਰੈਕਟ ਆਨਸਰ ਹੈ। ਜਿਹੜਾ ਦੂਸਰਾ ਮੈਥਡ ਮੈਂ ਕਹਿ ਰਿਹਾ, ਤੁਸੀਂ ਖੁਦ ਜਿਹੜਾ ਫਾਈਂਡ ਆਊਟ ਕਰਨਾ। ਦੂਸਰਾ ਮੈਥਡ ਜਿਹੜਾ ਹੈ ਉਹਦੇ ਵਿੱਚ ਅਸੀਂ ਕੀ ਕਰਾਂਗੇ, ਅਸੀਂ ਇਕੁਏਸ਼ਨਸ ਦਾ ਯੂਜ਼ ਕਰਾਂਗੇ ਜਿਹੜੀ ਸਾਡੀ ਆਪਸ਼ਨਸ ਨੇ, ਅਤੇ ਆਪਸ਼ਨਸ ਦਾ ਯੂਜ਼ ਕਰਕੇ ਅਸੀਂ ਆਹ ਜਿਹੜੀ ਜ਼ੀਰੋ ਵਾਲੀ ਕੰਡੀਸ਼ਨ ਹੈ ਇਹਨੂੰ ਸੈਟਿਸਫਾਈ ਕਰਾਵਾਂਗੇ। ਕਿਸ ਤਰ੍ਹਾਂ, ਹੁਣ ਸਪੋਜ਼ ਸਾਡੇ ਕੋਲ A ਆਪਸ਼ਨ ਹੈ, ਤਾਂ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਇਮੈਜਨਰੀ ਪਾਰਟ ਆਫ z1 ਇੰਟੂ z2 ਇਮੈਜਨਰੀ ਪਾਰਟ ਆਫ z1 ਪਲਸ z2 ਇਹ ਕੰਡੀਸ਼ਨ ਜਿਹੜੀ ਹੈ ਫੁੱਲਫਿਲ ਕਰਾਂਗੇ। ਅਤੇ ਜੇ ਇਹ ਇਕੁਏਸ਼ਨ ਦੀ ਵਰਤੋਂ ਕਰਕੇ ਇਹ ਜਿਹੜਾ ਜ਼ੀਰੋ ਦੇ ਇਕੁਅਲ ਆ ਗਿਆ ਤਾਂ ਆਪਾਂ ਕਹਾਂਗੇ ਵੀ ਇਕੁਏਸ਼ਨ ਜਿਹੜੀ ਹੈ ਕਰੈਕਟ ਹੈ। ਅਤੇ ਲੇਕਿਨ ਜੇ ਇਹ ਮਲਟੀਪਲਾਈ ਕਰਕੇ ਜ਼ੀਰੋ ਦੇ ਇਕੁਅਲ ਨਹੀਂ ਆਇਆ ਤਾਂ ਇਕੁਏਸ਼ਨ ਗਲਤ ਨੇ। ਤਾਂ ਦੋਨੇ ਕੰਡੀਸ਼ਨ ਹੀ ਸੈਟਿਸਫਾਈ ਹੋਣੀ ਚਾਹੀਦੀਆਂ ਇਕੁਏਸ਼ਨ ਦੇ ਥਰੂ। ਤਾਂ ਤੁਸੀਂ ਜਦੋਂ C ਆਪਸ਼ਨ ਭਰੋਗੇ ਤਾਂ ਤੁਹਾਡੀਆਂ ਦੋਨੇ ਹੀ ਕੰਡੀਸ਼ਨ ਜਿਹੜੀਆਂ ਸੈਟਿਸਫਾਈ ਹੋ ਜਾਣਗੀਆਂ। ਤਾਂ ਮੈਥਡ 2 ਜਿਹੜਾ ਉਹ ਥੋੜ੍ਹਾ ਜਿਹਾ ਸ਼ਾਰਟ ਹੈ, ਉਹਦੇ ਨਾਲ ਤੁਸੀਂ ਇਹਨੂੰ ਫਾਈਂਡ ਆਊਟ ਕਰ ਸਕਦੇ ਹੋ 41 ਨੂੰ। 42ਵਾਂ ਕੁਐਸਚਨ ਹੈ ਸਾਡੇ ਕੋਲ, ਕਹਿੰਦੇ ਸਾਡੇ ਕੋਲ ਕੰਪਲੈਕਸ ਨੰਬਰ ਨੇ z1 z2 z3 z4 ਅਤੇ ਉਹਨਾਂ ਨੂੰ ਕਹਿੰਦਾ ਆਰਗਨ ਪਲੇਨ ਦੇ ਵਿੱਚ ਐਜ਼ ਆ ਵਰਟਿਸਿਸ ਆਫ ਪੈਰਲੋਗ੍ਰਾਮ ਰਿਪਰਜੈਂਟ ਕੀਤਾ ਜਾ ਸਕਦਾ ਹੈ ਇਫ ਐਂਡ ਓਨਲੀ ਇਫ। ਤਾਂ ਦੱਸਣਾ A ਆਪਸ਼ਨ ਕਰੈਕਟ ਹੈ, B C ਜਾਂ D। ਬੇਸਿਕਲੀ ਰਿਲੇਸ਼ਨ ਦੱਸਣੀ ਹੈ z1 z2 z3 ਅਤੇ z4 ਦੇ ਵਿੱਚ। ਅਗਰ ਗੱਲ ਕਰੀਏ ਪੈਰਲੋਗ੍ਰਾਮ ਦੀ ਤਾਂ ਅਸੀਂ ਪੈਰਲੋਗ੍ਰਾਮ ਇੱਥੇ ਸਪੋਜ਼ ਬਣਾ ਲੈਂਦੇ ਹਾਂ, ਅਤੇ ਸਾਡੇ ਕੋਲ ਵਰਟਿਸਿਸ ਕਿੰਨੇ ਨੇ, z1 z2 z3 ਅਤੇ z4। ਅਤੇ ਇੱਥੇ ਜੇ ਸਾਨੂੰ ਪਤਾ ਹੋਣਾ ਚਾਹੀਦਾ ਨੋਟ ਹੈ ਪੈਰਲੋਗ੍ਰਾਮ ਦੇ ਵਿੱਚ ਕੀ ਕਹਿੰਦੇ, ਜਿਹੜੇ ਡਾਇਗਨਲਸ ਨੇ, ਡਾਇਗਨਲਸ ਆਫ ਪੈਰਲੈਲੋਗ੍ਰਾਮ ਬਾਈਸੈਕਟ ਈਚ ਅਦਰ। ਡਾਇਗਨਲਸ ਨੇ ਜਿਹੜੇ ਉਹ ਇੱਕ ਦੂਸਰੇ ਨੂੰ ਕੀ ਕਰਦੇ ਨੇ, ਬਾਈਸੈਕਟ ਕਰਦੇ ਨੇ, ਤਾਂ ਸੋ ਦੈਟ देयर मिड points ਆਰ ਸੇਮ, ਮਿਡ ਪੁਆਇੰਟ ਸੇਮ ਨੇ। ਤਾਂ ਅਸੀਂ ਕੀ ਕਵਾਂਗੇ, ਇਹ ਸਾਡੇ ਕੋਲ ਡਾਇਗਨਲਸ ਨੇ ਸਪੋਜ਼ z1 z3 ਅਤੇ ਆਹ ਡਾਇਗਨਲ ਆ ਸਾਡੇ ਕੋਲ z1 z4 z2। ਤਾਂ ਹੁਣ ਅਸੀਂ ਕੀ ਕਵਾਂਗੇ ਕਿ z1 ਪਲਸ z3 ਡਿਵਾਈਡਡ ਬਾਈ 2 ਇਜ਼ ਇਕੁਅਲ ਟੂ z2 ਪਲਸ z4 ਡਿਵਾਈਡਡ ਬਾਈ 2 ਦੇ। ਤਾਂ ਸਾਡੇ ਕੋਲ z1 ਪਲਸ z3 ਬਰਾਬਰ ਆ ਗਿਆ z2 ਪਲਸ z4 ਦੇ। ਤਾਂ ਇਹ ਆਪਣੇ ਕੋਲ ਕਿਹੜੀ ਇਕੁਏਸ਼ਨ ਆ ਗਈ, ਇਹ ਆ ਗਈ ਜੀ ਆਪਣੇ ਕੋਲ ਇਕੁਏਸ਼ਨ ਨੰਬਰ 2 B ਆਪਸ਼ਨ ਜਿਹੜਾ ਆਪਣਾ ਕਰੈਕਟ ਆਨਸਰ ਆ ਗਿਆ। ਨੈਕਸਟ ਆ ਸਾਡੇ ਕੋਲ 43 ਕੁਐਸਚਨ ਦੇ ਵਿੱਚ ਸਾਨੂੰ ਕਹਿੰਦੇ ਆ ਵੀ ਇੱਕ z1 ਦੇ ਰੱਖਿਆ ਸਾਡੇ ਕੋਲ ਕੰਪਲੈਕਸ ਨੰਬਰ ਅਤੇ ਇੱਕ z2 ਦੇ ਰੱਖਿਆ, ਅਤੇ ਅਸੀਂ ਦੱਸਣਾ ਵੀ ਜਿਹੜਾ ਇਹਨਾਂ ਦਾ ਜੁਆਇੰਟ ਹੈ ਉਹ ਪਾਸ ਕਰਦਾ ਕਿੱਥੋਂ ਦੀ। ਜੁਆਇੰਟ ਦਾ ਮਤਲਬ ਇਹਨਾਂ ਦਾ ਕਾਮਨ ਪੁਆਇੰਟ ਕੀ ਹੈਗਾ z1 ਅਤੇ z2 ਦੋਨਾਂ ਦਾ। ਅਤੇ ਇੱਕ ਜੇ D ਆਪਸ਼ਨ ਜਿਹੜੀ ਆ ਉਹ ਸ਼ਾਇਦ ਮਿਸਪ੍ਰਿੰਟ ਹੋ ਗਈ ਸੀ, ਡੈਟ ਇਜ਼ 1 ਪਲਸ ਆਇਟਾ। ਤਾਂ ਇਹ ਕਰੈਕਟ ਕਰ ਲੈਣੀ ਹੈ, D ਆਪਸ਼ਨ ਜਿਹੜੀ ਹੈ ਸਾਡੇ ਕੋਲ 1 ਪਲਸ ਆਇਟਾ ਦੇ ਰੱਖੀ ਹੈ। ਤਾਂ ਉਸ ਤੋਂ ਬਾਅਦ ਗੱਲ ਕਰੀਏ ਹੁਣ ਕੁਐਸਚਨ ਦੀ, ਤਾਂ ਕੁਐਸਚਨ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਜੁਆਇੰਟ ਜਿਹੜਾ ਹੈ z1 ਅਤੇ z2 ਦਾ ਉਹ ਪਾਸ ਕਿੱਥੋਂ ਕਰਦਾ, ਓਰੀਜਨ ਚੋਂ 1 ਪਲਸ 0 ਆਇਟਾ ਚੋਂ, ਜਾਂ ਇਕੱਲਾ 1 ਕਹਿ ਸਕਦੇ ਹਾਂ, ਜਾਂ ਫਿਰ ਆਇਟਾ ਤੋਂ, ਜਾਂ ਫਿਰ 1 ਪਲਸ ਆਇਟਾ ਤੋਂ। ਇਹ ਕੁਐਸਚਨ ਕਰਨ ਲਈ ਸਭ ਤੋਂ ਪਹਿਲਾਂ ਅਸੀਂ z1 ਲਿਖ ਲਿਆ A ਪਲਸ ਆਇਟਾ B ਦੇ ਇਕੁਅਲ, ਅਤੇ ਜਿਹੜਾ z2 ਹੈ ਰਾਜੇ ਉਹ ਸਟੈਂਡਰਡ ਫਾਰਮ ਦੇ ਵਿੱਚ ਬਣਾ ਲਾਂਗੇ। ਕਿਸ ਤਰ੍ਹਾਂ,
ਉਹਨੂੰ ਮਲਟੀਪਲਾਈ ਕਰਕੇ ਕੰਜੂਗੇਟ ਦੇ ਨਾਲ ਤੇ ਡਿਵਾਈਡ ਕਰਕੇ ਕੰਜੂਗੇਟ ਦੇ ਨਾਲ, ਤਾਂ ਸਾਡੇ ਕੋਲ ਕਿੰਨਾ ਆ ਜਾਊਗਾ ਉਹ ਆ ਗਿਆ ਰਾਜੇ ਮਾਈਨਸ ਏ ਪਲਸ ਆਈਟਾ ਬੀ ਡਿਵਾਈਡਡ ਬਾਈ ਏ ਸਕੇਅਰ ਪਲਸ ਬੀ ਸਕੇਅਰ, ਜਿਸ ਨੂੰ ਅਸੀਂ ਲਿਖ ਸਕਦੇ ਹਾਂ ਮਾਈਨਸ ਏ ਅਪੋਨ ਏ ਸਕੇਅਰ ਪਲਸ ਬੀ ਸਕੇਅਰ ਮਾਈਨਸ ਆਈਟਾ ਬੀ ਅਪੋਨ ਏ ਸਕੇਅਰ ਪਲਸ ਬੀ ਸਕੇਅਰ ਦੀ ਫਾਰਮ ਦੇ ਵਿੱਚ। ਅਤੇ ਇੱਥੋਂ ਸਾਡੇ ਕੋਲ Z1 ਦੇ ਜਿਹੜੇ ਕੋਆਰਡੀਨੇਟਸ ਨੇ ਕੀ ਆ ਗਏ, Z1 ਦੇ ਕੋਆਰਡੀਨੇਟਸ ਆ ਗਏ A, B ਅਤੇ Z2 ਦੇ ਜਿਹੜੇ ਸਾਡੇ ਕੋਲ ਕੋਆਰਡੀਨੇਟਸ ਨੇ ਉਹ ਆ ਗਏ ਨੇ ਮਾਈਨਸ ਏ ਅਪੋਨ ਏ ਸਕੇਅਰ ਪਲਸ ਬੀ ਸਕੇਅਰ ਦੇ ਅਤੇ ਆ ਗਏ ਮਾਈਨਸ ਬੀ ਅਪੋਨ ਏ ਸਕੇਅਰ ਪਲਸ ਬੀ ਸਕੇਅਰ ਦੇ। ਹੁਣ ਅਸੀਂ ਕੀ ਕਰਾਂਗੇ, ਬਾਏ ਆਪਸ਼ਨ ਕਰਾਂਗੇ ਉਸ ਕੁਐਸਚਨ ਨੂੰ। ਬਾਏ ਆਪਸ਼ਨ ਅਸੀਂ ਕੀ ਕਰਾਂਗੇ, ਕਾਮਨ ਪੁਆਇੰਟ ਫਾਈਂਡ ਆਊਟ ਕਰਨਾ ਹੈ, ਉਹ ਪੁਆਇੰਟ ਜਿਸ ਪੁਆਇੰਟ 'ਤੇ Z1 ਅਤੇ Z2 ਦੀ ਵੈਲਿਊ ਸੇਮ ਆ ਜੇ, ਹੈ ਨਾ। ਕਾਮਨ ਪੁਆਇੰਟ ਫਾਈਂਡ ਆਊਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਹ ਆਪਸ਼ਨ ਸਾਡੇ ਕੋਲ ਕੀ ਹੈ, ਉਹ ਹੈ ਓਰੀਜਨ, ਮਤਲਬ x ਵੀ 0 ਅਤੇ y ਵੀ 0। ਆਹ x ਕੰਪੋਨੈਂਟ ਹੈ, ਇਹ y ਕੰਪੋਨੈਂਟ ਹੈ, ਇਹ x ਕੰਪੋਨੈਂਟ ਹੈ, ਇਹ y ਕੰਪੋਨੈਂਟ ਹੈ। ਜਦੋਂ ਅਸੀਂ ਦੋਨਾਂ ਦੇ ਵਿੱਚ Z1 ਦੇ ਵਿੱਚ ਜਦੋਂ ਪੁੱਟ ਕੀਤਾ x ਅਤੇ y ਨੂੰ 0, ਜਾਂ ਫਿਰ ਕਹਿ ਸਕਦੇ ਹਾਂ a ਅਤੇ a ਨੂੰ ਵੀ 0 b ਵੀ 0, ਤਾਂ ਆਪਣੇ ਕੋਲ ਕੀ ਆ ਗਿਆ 0,0 ਤਾਂ Z1 ਵੀ ਆ ਗਿਆ 0 ਆ ਗਿਆ ਆਪਣੇ ਕੋਲ। Z2 ਦੀ ਗੱਲ ਕਰੀਏ, ਜਦੋਂ ਅਸੀਂ Z2 ਦੇ ਵਿੱਚ ਭਰਾਂਗੇ ਸਬਸਟੀਟਿਊਟ ਕਰਾਂਗੇ, ਆ x ਨੂੰ ਵੀ 0 ਅਤੇ y ਨੂੰ ਵੀ 0, x ਜਦੋਂ 0 ਪੁੱਟ ਕੀਤਾ ਤਾਂ ਮਾਈਨਸ a ਅਪੋਨ ਏ ਸਕੇਅਰ ਪਲਸ ਬੀ ਸਕੇਅਰ ਇਜ਼ ਇਕੁਅਲ ਟੂ 0 ਦੇ ਹੋ ਗਿਆ, ਅਤੇ ਮਾਈਨਸ b ਅਪੋਨ ਏ ਸਕੇਅਰ ਪਲਸ ਬੀ ਸਕੇਅਰ ਉਹ ਵੀ ਇਕੁਅਲ ਟੂ ਆ ਗਿਆ 0 ਦੇ। ਤਾਂ ਇਹ ਜਿਹੜਾ ਇੱਥੋਂ ਇਸਥੋਂ ਸਾਡੇ ਕੋਲ a ਦੀ ਵੈਲਿਊ ਕਿੰਨੀ ਆ ਗਈ 0, ਅਤੇ ਇਸ ਇਕੁਏਸ਼ਨ ਤੋਂ ਸਾਡੇ ਕੋਲ b ਦੀ ਵੈਲਿਊ ਕਿੰਨੀ ਆ ਗਈ 0। ਅਤੇ ਜਦੋਂ a ਵੀ 0 ਆ ਗਿਆ b ਵੀ 0 ਆ ਗਿਆ ਤਾਂ ਆਪਾਂ ਕਹਿ ਸਕਦੇ ਹਾਂ Z2 ਆਪਣਾ ਕਿੰਨਾ ਆ ਗਿਆ, ਉਹ ਵੀ ਆ ਗਿਆ 0 ਆ ਗਿਆ, ਜੋ ਬਰਾਬਰ ਹੈ 0 ਦੇ। ਤਾਂ ਆਪਣੇ ਕੋਲ ਓਰੀਜਨ ਹੈ ਇਹੋ ਜਿਹਾ ਕਾਮਨ ਪੁਆਇੰਟ ਜਿੱਥੇ ਜਿਹੜੇ ਨੇ ਇਹ ਦੋਨੇ ਪਾਸ ਕਰਦੇ ਨੇ, Z1 ਅਤੇ Z2 ਦੋਨੇ। ਨੈਕਸਟ ਆ ਸਾਡੇ ਕੋਲ 44th ਕੁਐਸਚਨ, ਸੋ ਉਸ ਤੋਂ ਪਹਿਲਾਂ ਇਹਨੂੰ ਕਲੀਨ ਕਰ ਲਈਏ। ਨੈਕਸਟ ਹੈ ਸਾਡੇ ਕੋਲ 44th ਕੁਐਸਚਨ, ਕਹਿੰਦੇ ਮੋਡੂਲਸ ਪਤਾ ਕਰੋ। ਇਹ ਜਿਹੜਾ ਸਾਡਾ ਕੰਪਲੈਕਸ ਨੰਬਰ ਦੇ ਰੱਖਿਆ ਤਾਂ 1 + 2 ਆਈਟਾ ਡਿਵਾਈਡਡ ਬਾਈ 1 ਮਾਈਨਸ ਆਈਟਾ ਦਾ ਹੋਲ ਸਕੇਅਰ, ਇਹਦਾ ਮੋਡੂਲਸ ਪਤਾ ਕਰਨਾ ਹੈ। ਅਸੀਂ ਮੋਡੂਲਸ ਨੂੰ ਇਕੱਲੇ ਵੀ ਲਿਖ ਸਕਦੇ ਹਾਂ। ਨੀਚੇ ਆਪਣੇ ਕੋਲ ਜਦੋਂ 1 ਮਾਈਨਸ ਆਈਟਾ ਦਾ ਹੋਲ ਸਕੇਅਰ ਓਪਨ ਕੀਤਾ ਤਾਂ ਆਪਣੇ ਕੋਲ ਆ ਜੂ 1 ਮਾਈਨਸ 1 ਦਾ ਸਕੇਅਰ, ਫਿਰ ਉਸ ਤੋਂ ਬਾਅਦ ਆ ਜਾਊਗਾ ਪਲੱਸ ਆਈਟਾ ਦਾ ਸਕੇਅਰ ਜੋ ਕਿ -1 ਦੇ ਇਕੁਅਲ ਹੁੰਦਾ ਹੈ, ਅਤੇ ਆਲਰੇਡੀ ਇੱਕ -1 ਬਾਹਰ ਆ ਤਾਂ ਇਹ ਆਪਣੇ ਕੋਲ ਆ ਜੂ +1, ਅਤੇ ਨਾਲ ਕੀ ਆ ਜੂਗਾ -2 ਆਈਟਾ, ਜਿਸ ਨੂੰ ਅਸੀਂ +2 ਆਈਟਾ ਲਿਖ ਲਾਂਗੇ, ਅਤੇ ਇਹਦਾ ਮੋਡੂਲਸ ਫਾਈਂਡ ਆਊਟ ਕਰਨਾ। ਆ +1 ਨਾਲ -1 ਕੈਂਸਲ ਆਊਟ ਹੋ ਗਿਆ ਤਾਂ ਆਪਣੇ ਕੋਲ ਬਚਿਆ 1 + 2 ਆਈਟਾ ਦਾ ਮੋਡੂਲਸ ਡਿਵਾਈਡਡ ਬਾਈ 1 + 2 ਆਈਟਾ ਦਾ ਮੋਡੂਲਸ, ਅਤੇ ਦੋਨੇ ਸੇਮ ਹੀ ਆਉਣਗੇ ਤਾਂ ਆਨਸਰ ਕਿੰਨਾ ਆ ਗਿਆ 1। ਤਾਂ 44th ਦਾ ਆਪਸ਼ਨ ਆ ਗਿਆ A ਆਨਸਰ। ਨੈਕਸਟ ਆ ਸਾਡੇ ਕੋਲ ਕਹਿੰਦੇ 45th ਕੁਐਸਚਨ ਹੈ, ਕਹਿੰਦੇ Z2 ਬਾਈ Z1 ਆਪਾਂ ਨੂੰ ਇਮੈਜਨਰੀ ਨੰਬਰ ਦੇ ਰੱਖਿਆ ਅਤੇ ਦੈਨ ਫਾਈਂਡ ਕਰੋ ਇਹ ਪੂਰੀ ਦੀ ਪੂਰੀ ਵੈਲਿਊ ਨੂੰ। 45th ਕੁਐਸਚਨ ਦੇ ਵਿੱਚ ਰਾਜੇ ਸਾਨੂੰ Z2 ਬਾਈ Z1 ਦੇ ਰੱਖਿਆ ਇਮੈਜਨਰੀ ਨੰਬਰ ਦੇ, ਤਾਂ ਅਸੀਂ ਸਪੋਜ਼ ਕੀ ਕੀਤਾ K ਆਈਟਾ ਕੋਈ ਇਮੈਜਨਰੀ ਨੰਬਰ ਸਪੋਜ਼ ਕਰ ਲਿਆ। K ਜੋ ਹੈ ਆਪਣੇ ਕੋਲ ਉਹ ਬਿਲੋਂਗ ਕਰਦਾ ਕਿਸੇ ਵੀ ਰੀਅਲ ਨੰਬਰ ਨੂੰ, K ਕੁਛ ਵੀ ਹੋ ਸਕਦਾ ਹੈ, ਰੀਅਲ ਨੰਬਰ ਹੋ ਸਕਦਾ ਹੈ K ਕੋਈ ਵੀ, ਤਾਂ ਨਾਲ ਉਹਦੇ ਕੀ ਆਈਟਾ, ਤਾਂ ਇਹ ਆਪਣੇ ਕੋਲ ਇਮੈਜਨਰੀ ਨੰਬਰ ਬਣ ਗਿਆ ਕਿਉਂਕਿ ਅਸੀਂ ਇਕੱਲਾ ਇੱਥੇ ਆਈਟਾ ਨਹੀਂ ਸਪੋਜ਼ ਕਰ ਸਕਦੇ। ਜੇ ਅਸੀਂ ਇਕੱਲਾ ਇੱਥੇ ਆਈਟਾ ਸਪੋਜ਼ ਕਰ ਲਈਏ ਤਾਂ ਉਹ 2 ਆਈਟਾ ਵੀ ਹੋ ਸਕਦਾ, 3 ਆਈਟਾ ਵੀ ਹੋ ਸਕਦਾ, ਇਸ ਲਈ ਅਸੀਂ ਇੱਥੇ ਸਪੋਜ਼ ਕਰਦੇ ਹਾਂ Z2 ਬਾਈ Z1 ਨੂੰ K ਆਈਟਾ ਦੇ ਇਕੁਅਲ, ਅਤੇ ਸਾਨੂੰ Z2 ਬਾਈ Z1 ਜਿਹੜਾ ਹੈ ਪਿਓਰਲੀ ਇਮੈਜਨਰੀ ਦੇ ਰੱਖਿਆ। ਇਹ ਤਾਂ ਆਪਣੇ ਕੋਲ ਆ ਗਈ ਫਸਟ ਇਕੁਏਸ਼ਨ। ਹੁਣ ਗੱਲ ਕਰੀਏ ਸਟੇਟਮੈਂਟ ਦੀ, ਤਾਂ ਸਟੇਟਮੈਂਟ ਦੇ ਵਿੱਚ ਸਾਨੂੰ ਕਿਹਾ 2Z1 + 3Z2 ਡਿਵਾਈਡਡ ਬਾਈ 2Z1 - 3Z2 ਦਾ ਮੋਡ ਪਤਾ ਕਰਨਾ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਇਹਨੂੰ ਜਿਹੜਾ ਹੈ ਡਿਵਾਈਡ ਕਰ ਦਾਂਗੇ, ਮਲਟੀਪਲਾਈ ਕਰ ਦਾਂਗੇ ਇਸ ਪੂਰੀ ਦੀ ਪੂਰੀ ਇਕੁਏਸ਼ਨ ਨੂੰ 1 ਅਪੋਨ Z1 ਦੇ ਨਾਲ। ਕਿਉਂ ਕੀਤਾ 1 ਅਪੋਨ Z1 ਦੇ ਨਾਲ, ਕਿਉਂਕਿ ਅਸੀਂ Z2 ਬਾਈ Z1 ਦੀ ਫੋਰਮ ਬਣਾਉਣੀ ਹੈ ਤਾਂ ਕਿ ਉਸ ਦੀ ਜਗ੍ਹਾ 'ਤੇ ਅਸੀਂ K ਆਈਟਾ ਪੁੱਟ ਕਰ ਸਕੀਏ। ਤਾਂ ਆਪਣੇ ਕੋਲ ਕੀ ਬਣ ਜੂਗਾ 2Z1 ਅਪੋਨ Z1 + 3Z2 ਅਪੋਨ Z1, ਇਹਦਾ ਮੋਡ ਡਿਵਾਈਡਡ ਬਾਈ, ਥੋੜ੍ਹੀ ਜਿਹੀ ਰਕਮ ਸਾਡੀ ਵੱਡੀ ਹੋ ਗਈ ਤਾਂ ਥੋੜ੍ਹਾ ਜਿਹਾ ਸਾਈਡ 'ਤੇ ਲਿਖਦੇ ਹਾਂ। ਤਾਂ ਜੇ ਆਪਣੇ ਕੋਲ ਕੀ ਆ ਗਿਆ 2Z1 ਅਪੋਨ Z1 + 3Z2 ਅਪੋਨ Z1 ਦਾ ਸਾਰੇ ਦਾ ਮੋਡ ਡਿਵਾਈਡਡ ਬਾਈ 2Z1 ਅਪੋਨ Z1, ਨਿਊਮੀਨੇਟਰ ਨੂੰ ਵੀ 1/Z1 ਨਾਲ ਮਲਟੀਪਲਾਈ ਕੀਤਾ, ਡਿਨੋਮੀਨੇਟਰ ਨੂੰ ਵੀ 1/Z1 ਨਾਲ ਮਲਟੀਪਲਾਈ ਕੀਤਾ, ਤਾਂ ਆਪਣੇ ਕੋਲ ਆ ਜੂ -3Z2 ਬਾਈ Z1।
ਤਾਂ ਆ Z1 ਕੈਂਸਲ ਆਊਟ ਹੋ ਗਏ। ਮੋਡੂਲਸ ਜਿਹੜਾ ਹੋਲ ਮੋਡੂਲਸ ਹੈ ਇਕੱਲੇ ਦਾ ਉੱਪਰ ਮੋਡੂਲਸ ਜਿਹੜਾ ਵੀ ਉਹ ਵੀ ਲਿਖ ਸਕਦੇ ਹਾਂ। ਸਾਨੂੰ ਪਤਾ ਹੈ ਕਿ ਇਹ ਪ੍ਰੋਪਰਟੀ ਮੋਡੂਲਸ ਦੀ ਕਿ Z1 ਅਪੋਨ Z2 ਦਾ ਮੋਡ ਬਰਾਬਰ ਹੁੰਦਾ Z1 ਮੋਡ ਦੇ ਡਿਵਾਈਡਡ ਬਾਈ Z2 ਮੋਡ ਦੇ। ਤਾਂ ਇਹ ਪ੍ਰੋਪਰਟੀ ਦਾ ਇਸਤੇਮਾਲ ਕਰਕੇ ਅਸੀਂ ਇਕੱਲੇ ਉੱਪਰ ਵੀ ਮੋਡ ਜਿਹੜਾ ਲਿਖ ਲਿਆ। ਹੁਣ ਸਾਡੇ ਕੋਲ ਕੀ ਆ ਜੂਗਾ ਜੀ ਨੈਕਸਟ ਸਾਡੇ ਕੋਲ ਆ ਗਿਆ ਮੋਡੂਲਸ ਇੱਥੇ ਵੀ ਤਾਂ ਬਰਾਬਰ ਆ ਗਿਆ ਰਾਜੇ ਆਪਣੇ ਕੋਲ 2 + 3 Z2 ਬਾਈ Z1 ਦੀ ਜਗ੍ਹਾ 'ਤੇ ਕੀ ਲਿਖ ਸਕਦੇ ਹਾਂ K ਆਇਟਾ ਦਾ ਮੋਡ ਡਿਵਾਈਡਡ ਬਾਈ 2 - 3 K ਆਇਟਾ। ਜਦੋਂ ਅਸੀਂ ਮੋਡ ਫਾਈਂਡ ਆਊਟ ਕਰਾਂਗੇ 2 + 3 ਆਇਟਾ ਦਾ K ਆਇਟਾ ਦਾ ਤਾਂ ਉਹ ਬਣ ਜੂ 4 2 ਦਾ ਸਕੇਅਰ ਲਿਖ ਸਕਦੇ ਹਾਂ 2 ਦਾ ਸਕੇਅਰ + 3 K ਦਾ ਸਕੇਅਰ। ਜਦੋਂ ਡਿਨੋਮੀਨੇਟਰ ਦੇ ਵਿੱਚ ਫਾਈਂਡ ਆਊਟ ਕਰਾਂਗੇ ਤਾਂ ਬਣ ਜੂ 2 ਦਾ ਸਕੇਅਰ + 3 K ਦਾ ਹੋਲ ਸਕੇਅਰ। ਤਾਂ ਵੈਲਿਊ ਦੋਨੇ ਸੇਮ ਆ ਜਾਣਗੇ। ਆਨਸਰ ਕੀ ਆ ਗਿਆ ਆਪਣੇ ਕੋਲ ਆਪਸ਼ਨ B 1 ਆਨਸਰ ਆ ਗਿਆ। ਨੈਕਸਟ ਆ ਸਾਡੇ ਕੋਲ 46th ਕੁਐਸਚਨ। 46th ਕੁਐਸਚਨ ਬੜਾ ਹੀ ਸਿੰਪਲ ਕੁਐਸਚਨ ਆ। ਕਹਿੰਦੇ A + ਆਇਟਾ B ਜਿਹੜਾ ਉਹ ਗ੍ਰੇਟਰ ਦੈਨ ਇਕੁਅਲ ਟੂ ਹੈ 8 - 6 ਆਇਟਾ ਦੇ। ਤਾਂ ਦੱਸਣਾ ਹੈ ਇੱਥੋਂ ਆਪਾਂ ਨੂੰ ਪਤਾ ਹੈ ਰਾਜੇ ਇਨਇਕੁਐਲਿਟੀ ਦੀ ਜਿਹੜੀ ਕੰਡੀਸ਼ਨ ਹੈ ਕਿ Z1 ਅਗਰ ਗ੍ਰੇਟਰ ਦੈਨ ਹੈ Z2 ਦੇ ਤਾਂ ਰੀਅਲ ਪਾਰਟ ਆਫ Z1 ਬਰਾਬਰ ਹੋਵੇਗਾ ਰੀਅਲ ਪਾਰਟ ਆਫ Z2 ਦੇ ਅਤੇ ਇਮੈਜਨਰੀ ਪਾਰਟ ਆਫ Z1 ਬਰਾਬਰ ਹੋਵੇਗਾ ਇਮੈਜਨਰੀ ਪਾਰਟ ਆਫ Z2 ਦੇ। ਇਹ ਦੋਨੇ ਕੰਡੀਸ਼ਨ ਫੁੱਲਫਿਲ ਹੋਣਗੀਆਂ ਤਾਂ ਹੀ ਜਿਹੜਾ Z1 ਬਰਾਬਰ ਹੈ Z2 ਦੇ, ਕਿਉਂਕਿ Z1 ਗ੍ਰੇਟਰ ਦੈਨ ਇਕੁਅਲ ਟੂ Z2 ਦਾ ਮਤਲਬ ਹੈ ਕਿ Z1 ਜਾਂ ਤਾਂ Z2 ਤੋਂ ਵੱਡਾ ਹੈ ਜਾਂ ਫਿਰ Z1 ਜਿਹੜਾ ਬਰਾਬਰ ਹੈ Z2 ਦੇ। ਤਾਂ ਇਸ ਕੰਡੀਸ਼ਨ ਦਾ ਇਸਤੇਮਾਲ ਕਰਕੇ ਵੀ ਰੀਅਲ ਪਾਰਟ ਦੇ ਇਕੁਅਲ ਹੈ ਇਮੈਜਨਰੀ ਪਾਰਟ ਦੇ ਇਕੁਅਲ ਹੈ। ਇਸ ਦਾ ਇਸਤੇਮਾਲ ਕਰਕੇ ਅਸੀਂ A B ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਇਹਦਾ ਇਸਤੇਮਾਲ ਕਰਕੇ ਸਾਡੇ ਕੋਲ A ਜਿਹੜਾ ਹੈ ਬਰਾਬਰ ਆਊਗਾ 8 ਦੇ ਅਤੇ B ਬਰਾਬਰ ਆਊਗਾ -6 ਦੇ। ਤਾਂ A ਬਰਾਬਰ ਹੈ 8 ਦੇ ਅਤੇ B ਬਰਾਬਰ ਹੈ -6 ਦੇ। ਸੈਕਿੰਡ B ਪਾਰਟ ਜਿਹੜਾ ਕਰੈਕਟ ਆਨਸਰ ਹੈ। 47th ਕੁਐਸਚਨ ਸਾਡੇ ਕੋਲ ਹੈ। 47th ਕੁਐਸਚਨ ਸਾਨੂੰ ਕਹਿੰਦੇ ਐਡੀਟਿਵ ਇਨਵਰਸ ਦੱਸੋ 6 - 5 ਆਇਟਾ ਦਾ। ਤਾਂ 6 - 5 ਆਇਟਾ ਦਾ ਐਡੀਟਿਵ ਇਨਵਰਸ ਕੀ ਹੋਏਗਾ ਜਸਟ ਉਹਦੇ ਮੂਹਰੇ ਮਾਈਨਸ ਲਗਾ ਦਿਓ ਤਾਂ ਆਜੂ -6 + 5 ਆਇਟਾ। ਤਾਂ ਚੈੱਕ ਕਰੋ ਕਿਹੜੀ ਆਪਸ਼ਨ ਜਿਹੜੀ ਕਰੈਕਟ ਹੈ ਉਹ ਹੈਗੀ ਹੈ C ਆਪਸ਼ਨ ਕਰੈਕਟ ਹੈ। ਤਾਂ C ਜਿਹੜਾ ਉਹ ਐਡੀਟਿਵ ਇਨਵਰਸ ਹੈ 6 - 5 ਆਇਟਾ ਦਾ। ਨੈਕਸਟ ਆ ਸਾਡੇ ਕੋਲ 48th ਕਹਿੰਦੇ ਦਾ ਇਨਇਕੁਐਲਿਟੀ Z1 ਗ੍ਰੇਟਰ ਦੈਨ ਇਕੁਅਲ ਟੂ Z2 ਇਜ਼ ਮੀਨਿੰਗਫੁਲ ਇਫ। ਇਹ ਉਦੋਂ ਹੀ ਮੀਨਿੰਗਫੁਲ ਹੈ ਰਾਜੇ ਜਦੋਂ ਦੋਨੇ ਬਰਾਬਰ ਨੇ, ਨਹੀਂ ਤਾਂ ਜੇ ਇਕੱਲੀ ਗੱਲ ਕਰੀਏ Z1 ਗ੍ਰੇਟਰ ਦੈਨ Z2 ਦੀ ਇਹਦਾ ਕੋਈ ਮੀਨਿੰਗ ਨਹੀਂ ਹੈ ਸਾਡੇ ਲਈ। 49th ਕੁਐਸਚਨ ਸਾਡੇ ਕੋਲ ਹੈ। 49 ਦੇ ਵਿੱਚ ਜਸਟ ਅਸੀਂ ਕੀ ਕਰਨਾ ਮਲਟੀਪਲੀਕੇਸ਼ਨ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜੂ 6 + 15 ਆਇਟਾ + 8 ਆਇਟਾ ਮਾਈਨਸ ਦਾ 20 -20 ਇਸ ਕਰਕੇ ਲਿਖਿਆ ਕਿਉਂਕਿ 20 ਆਇਟਾ ਸਕੇਅਰ ਬਣ ਜਾਣਾ ਸੀ ਅਤੇ -2 ਆਇਟਾ। ਹੁਣ ਆਪਣੇ ਕੋਲ ਆ ਗਿਆ 6 - 20 ਤਾਂ ਆ ਗਿਆ -14 ਅਤੇ ਨਾਲ ਆਪਣੇ ਕਿੰਨਾ ਆ ਗਿਆ ਪਲੱਸ ਦਾ 23 ਆਇਟਾ ਇੰਟੂ -2 ਆਇਟਾ। ਨੈਕਸਟ ਆਪਣੇ ਕੋਲ ਜਦੋਂ ਇਹਨੂੰ ਮਲਟੀਪਲਾਈ ਕਰਾਂਗੇ -2 ਆਇਟਾ ਨੂੰ ਤਾਂ ਆਪਣੇ ਕੋਲ ਆ ਜਾਊਗਾ 28 ਆਇਟਾ ਕਿਉਂਕਿ ਮਾਈਨਸ ਦਾ 14 ਹੈ ਅਤੇ ਮਾਈਨਸ ਦਾ 2 ਹੈ ਤਾਂ ਪਲੱਸ ਹੋ ਗਿਆ। ਉੱਤੋਂ ਆ ਗਿਆ -46 ਆਇਟਾ ਸਕੇਅਰ ਜਿਸ ਨੂੰ ਅਸੀਂ ਲਿਖ ਸਕਦੇ ਹਾਂ 28 ਆਇਟਾ + 46 ਦੇ ਨਾਲ। ਤਾਂ ਮੈਚ ਕਰੋ ਕਿਹੜੀ ਆਪਸ਼ਨ ਜਿਹੜੀ ਹੈ ਸਾਡੀ ਮੈਚ ਹੁੰਦੀ ਹੈ। ਤਾਂ ਕੋਈ ਵੀ ਆਪਸ਼ਨ ਜਿਹੜੀ ਹੈ ਮੈਚ ਨਹੀਂ ਹੁੰਦੀ ਤਾਂ ਨਨ ਆਫ ਦੀਜ਼ ਆਊਗਾ। 50th ਕੁਐਸਚਨ ਆ ਰਾਜੇ। 50th ਕੁਐਸਚਨ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਨੰਬਰ ਆਫ ਕੰਪਲੈਕਸ ਨੰਬਰਸ ਵਿਦ ਮੋਡੂਲਸ -9। ਅਸੀਂ ਪੜ੍ਹਿਆ ਸੀਗਾ ਕਿ ਮੋਡੂਲਸ ਦਾ ਕਿਸੇ ਵੀ ਕੰਪਲੈਕਸ ਨੰਬਰ ਦਾ ਮੋਡੂਲਸ ਹੈ ਉਹ ਕੀ ਹੋਵੇਗਾ ਹਮੇਸ਼ਾ ਪੋਜ਼ੀਟਿਵ ਹੋਵੇਗਾ। ਤਾਂ ਆਪਣੇ ਕੋਲ ਇੱਕ ਵੀ ਇਹੋ ਜਿਹਾ ਕੰਪਲੈਕਸ ਨੰਬਰ ਨਹੀਂ ਹੈ ਜਿਹਦਾ ਮੋਡੂਲਸ ਨੈਗੇਟਿਵ ਹੋਵੇ। ਤਾਂ ਨਨ ਆਫ ਦੀਜ਼ ਜਿਹੜਾ ਆਨਸਰ ਆ ਜਾਊਗਾ। ਇਹ ਵੀਡੀਓ ਦੇ ਵਿੱਚ ਅਸੀਂ 50 ਕੁਐਸਚਨ ਕਰਾਂਗੇ। ਨੈਕਸਟ ਪਾਰਟ ਦੇ ਵਿੱਚ 50 ਕੁਐਸਚਨ ਕਰਾਂਗੇ ਕਿਉਂਕਿ ਰਾਜੇ ਵੀਡੀਓ ਬਹੁਤ ਹੀ ਜ਼ਿਆਦਾ ਲੈਂਥੀ ਹੋ ਚੁੱਕੀ ਹੈ ਅਤੇ ਨੈਕਸਟ ਪਾਰਟ ਜਿਹੜਾ ਉਹ ਜਲਦੀ ਹੀ ਅਪਲੋਡ ਕਰ ਦੂੰਗਾ ਮੈਂ। ਧੰਨਵਾਦ।